ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤਿ ਕਲਾਸ ਯੂਐਸਏ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ। ਆਪ ਜਾਣਦੇ ਹੋ ਅੱਜ 21 ਫਰਵਰੀ ਹੈ। 21 ਫਰਵਰੀ ਦਾ ਉਹ ਦਿਨ ਹੈ ਜਿਸ ਦਿਨ ਦੋ ਮਹਾਨ ਸਾਕੇ ਸਿੱਖ ਕੌਮ ਦੇ ਅੰਦਰ ਵਾਪਰੇ। ਇੱਕ ਸਾਕਾ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਸਥਾਨ ਨਨਕਾਣਾ ਸਾਹਿਬ ਦਾ ਹੈ, ਜਿਹਦੇ ਵਿੱਚ ਕਰੀਬ 150 ਤੋਂ ਉੱਪਰ ਸਿੰਘ ਸਿੰਘਣੀਆਂ ਬੱਚਿਆਂ ਨੇ ਸ਼ਹਾਦਤਾਂ ਦਿੱਤੀਆਂ। ਇਹ ਕਹਿ ਕੇ ਗੁਰੂ ਨਾਨਕ ਤੇਰੇ ਦਰ ਦੇ ਕੂਕਰ ਤੇਰੇ ਦਰਸ਼ਨਾਂ ਨੂੰ ਆਏ ਹਨ। ਇਰਾਦਾ ਧਾਰਿਆ ਹੈ ਤੇਰੇ ਦਰ ਤੇ ਹੋ ਰਹੀਆਂ ਕ੍ਰਿਤੀਆਂ ਨੂੰ ਆਪਣਾ ਖੂਨ ਪਾ ਕੇ ਧੋ ਦੇਣ ਦਾ। ਤੂੰ ਬਲ ਬਖਸ਼ ਅਸੀਂ ਇਸ ਕੰਮ ਨੂੰ ਸਿਰੇ ਚਾੜ ਸਕੀਏ ਜਾਂ ਆਪਣੇ ਸਰੀਰ ਰੂਪੀ ਮਿੱਟੀ ਦੇ ਠੀਕਰੇ ਤੇਰੇ ਦਰ ਤੇ ਬੰਨ ਸਕੀਏ। ਉਹਨਾਂ ਪਿਆਰਿਆਂ ਨੇ ਉਹ ਠੀਕਰੇ ਭੰਨੇ, ਸ਼ਹਾਦਤਾਂ ਦਿੱਤੀਆਂ, ਔਰ ਉਸ ਸ਼ਹਾਦਤਾਂ ਦੇ ਵਿੱਚੋਂ ਗੁਰਦੁਆਰਿਆਂ ਦੇ ਪ੍ਰਬੰਧ ਦੀ ਆਜ਼ਾਦੀ ਦਾ ਮੁੱਢ ਵੱਜਦਾ ਹੈ। ਦੂਸਰਾ ਮੋਰਚਾ ਗੰਗਸਰ ਜੈਤੋ ਦਾ ਹੈ। ਲਗਭਗ ਪੌਣੇ 2 ਸਾਲ ਇਹ ਮੋਰਚਾ ਚੱਲਿਆ। ਇਹ ਵੀ 21 ਫਰਵਰੀ ਦੇ ਵਿੱਚ ਇਹ ਆਰੰਭ ਹੁੰਦਾ ਹੈ। ਲੰਮੀ ਕਹਾਣੀ ਹੈ ਇਹ ਮੋਰਚਾ ਕਿਵੇਂ ਲੱਗਾ, ਇਹਦਾ ਪਿਛੋਕੜ ਕੀ ਹੈ, ਪਰ ਇਹ ਗੱਲ ਪੱਕੀ ਹੈ ਕਿ ਇਸ ਮੋਰਚੇ ਤੋਂ ਇੱਕ ਗੱਲ ਤਾਂ ਕਲੀਅਰ ਹੈ, ਸਪਸ਼ਟ ਹੈ ਕਿ ਜਿਹੜੇ ਬੰਦੇ, ਜਿਹੜੇ ਮੈਂਬਰ, ਜਿਹੜੀਆਂ ਚੀਜ਼ਾਂ ਕੌਮ ਲਈ ਆਪਣਾ ਆਪ ਨੂੰ ਮਿਟਾ ਜਾਂਦੀਆਂ ਹਨ, ਉਹ ਸਦਾ ਲਈ ਅਮਰ ਹੋ ਜਾਂਦੇ ਹਨ। ਪਰ ਅਸੀਂ ਅਹਿਸਾਨ ਫਰੋਸ਼ ਹਾਂ, ਆਪਣੇ ਕੌਮ ਲਈ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਤਾਜ਼ਾ ਨਹੀਂ ਰੱਖ ਸਕੇ। ਅਕਿਰਤਕਨ ਵੀ ਹਾਂ ਕਿ ਉਹ ਨੌਜਵਾਨ ਜਿਨ੍ਹਾਂ ਨੂੰ ਨਾਭੇ ਦੀ ਉਹ ਖੂਨੀ ਕਾਰ ਖਾਸ ਦੇ ਅੰਦਰ ਤਸੀਹੇ ਦਿੱਤੇ ਗਏ, ਉਹਨਾਂ ਦੇ ਉੱਤੇ ਜੋ ਜ਼ੁਲਮ ਕੀਤੇ ਗਏ, ਉਹਨਾਂ ਨੂੰ ਵੀ ਅਸੀਂ ਯਾਦ ਨਾ ਕਰ ਸਕੇ। ਤਾਂ ਇਹ ਸਾਰਾ ਵਿਸਤਾਰ ਹੈ, ਸ਼ਤਾਬਦੀ ਹੈ ਗੁਰਦੁਆਰਾ ਗੰਗਸਰ ਜੈਤੋ ਦੇ ਮੋਰਚੇ ਦੀ। ਬੇਨਤੀ ਕਰ ਰਿਹਾ ਹਾਂ ਵੀਰ ਮਨਮੋਹਨ ਸਿੰਘ ਜੀ, ਕਿਰਪਾ ਕਰੋ, ਪੂਰੀ ਜਾਣਕਾਰੀ ਆਪ ਜੀ ਬਖਸ਼ਿਸ਼ ਕਰੋ। ਮੈਂ ਤਾਂ ਬਿਲਕੁਲ ਸੰਖੇਪ ਜੀ ਭੂਮਿਕਾ ਆਪ ਜੀ ਨਾਲ ਸਾਂਝੀ ਕੀਤੀ ਹੈ। ਆਪ ਜੀ ਨੂੰ ਬੇਨਤੀ ਕਰਦਾ ਹਾਂ, ਕਿਰਪਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ, ਅੱਜ ਦੀ ਇਸ ਸਿੱਖ ਮਿਸ਼ਨਰੀ ਕਾਲਜ ਦੀ ਕਲਾਸ ਵਿੱਚ ਹਾਜ਼ਰ ਸਮੂਹ ਗੁਰੂ ਪਿਆਰਿਆਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਨੇ ਸਤਿਕਾਰਯੋਗ ਚੇਅਰਮੈਨ ਵੀਰ ਹਰਜੀਤ ਸਿੰਘ ਜੀ ਪਾਸੋਂ ਵਿਸ਼ੇ ਬਾਰੇ ਸਰਵਣ ਕੀਤਾ ਹੈ ਕਿ ਅੱਜ ਗੰਗਸਰ ਜੈਤੋ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਸ਼ਤਾਬਦੀ ਹੈ ਜੋ ਪੂਰੇ ਵਿਸ਼ਵ ਦੇ ਅੰਦਰ ਮਨਾਈ ਜਾ ਰਹੀ ਹੈ। ਨਾਲ ਹੀ ਇੱਕ ਉਲਾਂਭਾ ਹੈ ਕਿ ਅਸੀਂ ਅਕਿਰਤਕਨ ਹੋ ਗਏ ਹਾਂ ਜੋ ਆਪਣੇ ਸ਼ਹੀਦਾਂ ਨੂੰ, ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਬਹੁਤ ਵੱਡੇ ਸੰਘਰਸ਼ ਜੋ ਹਨ ਉਹ ਝੱਲੇ ਹਨ। ਸੰਘਰਸ਼ਾਂ ਦੇ ਅੰਦਰ ਆਪਣੇ ਜੀਵਨ ਨੂੰ, ਆਪਣਾ ਜੋ ਸੀ ਅੱਤ ਦੇ ਤਸੀਹੇ ਝੱਲੇ, ਸ਼ਹਾਦਤਾਂ ਪ੍ਰਾਪਤ ਕੀਤੀਆਂ ਅਤੇ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਹਰ ਵੇਲੇ ਤਤਪਰ ਰਹੇ। ਸਿੱਖ ਕੌਮ ਸੰਘਰਸ਼ੀ ਕੌਮ ਹੈ ਜਿਸ ਨੇ ਆਪਣੇ ਜਨਮ ਤੋਂ ਲੈ ਕੇ ਹੀ ਸੰਸਾਰ ਦੇ ਅੰਦਰ ਜੋ ਬਦੀ ਦੀਆਂ ਤਾਕਤਾਂ ਸਨ ਉਹਨਾਂ ਦੇ ਵਿਰੁੱਧ ਜੋ ਸੰਘਰਸ਼ ਜੋ ਹੈ ਉਹ ਆਰੰਭਿਆ ਅਤੇ ਅੱਜ ਦਿਨ ਤੱਕ ਕੌਮ ਜੂਝਦੀ ਹੈ। ਇਹ ਕੌਮ ਭਲੀ ਹੀ ਤੇਗਾਂ ਦੀ ਛਾਵੇਂ ਹੈ। ਇਹਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਖੰਡੇ ਬਾਟੇ ਦੀ ਤਾਸੀਰ ਹੈ। ਗੁਰੂ ਨਾਨਕ ਪਾਤਸ਼ਾਹ ਜੀ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਫਲਸਫਾ ਹੈ, ਜੋ ਗੁਰਬਾਣੀ ਹੈ, ਉਸ ਤੋਂ ਇਹ ਸਿੱਧ ਲੈ ਕੇ, ਜੀਵਨ ਜਾਚ ਲੈ ਕੇ ਇਸ ਸੰਸਾਰ ਦੇ ਅੰਦਰ ਜੂਝ ਰਹੀ ਹੈ। ਅਤੇ ਜਿੱਥੇ ਮਨੁੱਖਤਾ ਦੇ ਭਲੇ ਦੇ ਵਾਸਤੇ ਜੂਝਦੀ ਹੈ, ਉੱਥੇ ਆਪਣੇ ਕੌਮੀ ਹੱਕਾਂ ਦੇ ਵਾਸਤੇ, ਕੌਮੀ ਆਜ਼ਾਦੀ ਵਾਸਤੇ
ਗੁਰਧਾਮਾਂ ਦੀ ਰਾਖੀ ਵਾਸਤੇ ਵੀ ਇਸ ਦਾ ਇੱਕ ਲੰਬਾ ਇਤਿਹਾਸ ਹੈ। ਮੈਨੂੰ ਕੁਝ ਘਟਨਾਵਾਂ ਜੋ ਨੇ ਇਤਿਹਾਸ ਦੀਆਂ, ਜਦੋਂ ਆਪਣੇ ਸਿੱਖ ਪੰਥ ਦੇ ਨਾਲ ਮਿਲ ਕੇ ਅਸੀਂ ਦੇਖਦੇ ਹਾਂ ਤੇ ਬੜਾ ਮਾਣ ਤੇ ਫਖਰ ਆਪਣੀ ਕੌਮ ਦੇ ਉੱਤੇ ਹੁੰਦਾ ਹੈ। ਇਤਿਹਾਸ ਦੇ ਅੰਦਰ ਇੱਕ ਘਟਨਾ ਮਿਲਦੀ ਹੈ ਕਿ ਇੱਕ ਵਜੀਦੇ ਨਾਂ ਦਾ ਬਹੁਤ ਹੀ ਵੱਡਾ ਸੂਰਬੀਰ ਯੋਧਾ ਤੇ ਜਰਨੈਲ ਸੀ, ਅਤੇ ਉਹ ਕਨਪਾਟੇ ਜੋਗੀਆਂ ਦੀ ਸੰਗਤ ਦੇ ਵਿੱਚ ਆਇਆ। ਉਹਨਾਂ ਦਾ ਅਸਰ ਉਹਦੇ ਉੱਤੇ ਹੋਇਆ ਤੇ ਫਿਰ ਉਹ ਉਹਨਾਂ ਦੇ ਡੇਰੇ ਵਿੱਚ ਜਾ ਕੇ ਯੋਗੀ ਬਣ ਗਿਆ। ਉਹਨਾਂ ਦੀ ਰਹਿਤ ਬਹਿਤ, ਉਹਨਾਂ ਦੇ ਤਰੀਕੇ ਅਨੁਸਾਰ ਜੀਵਨ ਜਿਉਣ ਲਗਾ। ਇੱਕ ਦਿਨ ਉਸ ਡੇਰੇ ਦੇ ਵਿੱਚ ਡਾਕੂ ਆਏ, ਉਹਨਾਂ ਨੇ ਸਾਰਿਆਂ ਨੂੰ ਖੂਬ ਚੰਗੀ ਤਰ੍ਹਾਂ ਕੁੱਟਿਆ, ਡੇਰੇ ਨੂੰ ਲੁੱਟਿਆ, ਉੱਥੇ ਦਾ ਮਾਲ ਧਨ ਸਾਰਾ ਲੁੱਟ ਕੇ ਚਲੇ ਗਏ। ਰਿਪੋਰਟ ਹੋ ਗਈ, ਪੁਲਿਸ ਆਈ ਤੇ ਪੁਲਸੀਆਂ ਦੇ ਵਿੱਚੋਂ ਕਿਸੇ ਇੱਕ ਪੁਲਸੀ ਨੇ ਉਸ ਵਜੀਦੇ ਨੂੰ ਪਹਿਚਾਣ ਲਿਆ। ਵਜੀਦਿਆ, ਤੂੰ ਤਾਂ ਬੜਾ ਸੂਰਬੀਰ ਯੋਧਾ ਸੈਂ, ਤੇਰੇ ਨਾਂ ਤੋਂ ਦੁਨੀਆ ਥਰ ਥਰ ਕੰਬਦੀ ਸੀ। ਇਹ ਕਿਵੇਂ ਹੋ ਗਿਆ ਕਿ ਡਾਕੂ ਆਏ, ਸਾਰਾ ਕੁਝ ਲੁੱਟ ਕੇ ਲੈ ਗਏ ਤੇਰੇ ਹੁੰਦਿਆਂ, ਤੇ ਕੁੱਟ ਕੇ ਵੀ ਤੁਹਾਨੂੰ ਚਲੇ ਗਏ? ਤੇ ਜਿਹੜਾ ਵਜੀਦੇ ਨੂੰ ਉਹਨੇ ਤਾਨਾ ਮਾਰਿਆ, ਤੂੰ ਆਪਣੀ ਇਹ ਹਾਲਤ ਕੀ ਬਣਾ ਲਈ? ਭਾਵ ਸੂਰਬੀਰ ਯੋਧਾ ਹੋਣ ਤੋਂ ਕਿੱਥੇ ਆ ਗਿਆ ਹੈ, ਕਿੱਥੇ ਆ ਕੇ ਖੋ ਗਿਆ ਹੈ? ਤਾਂ ਉਸਨੇ ਉੱਤਰ ਦਿੱਤਾ, ਹੋਤੇ ਪੂਤ ਅਫਗਾਨ ਕੇ ਦੇਤੇ ਦੰਤ ਮੋੜ, ਦੇਤੇ ਦਸਤੇ ਮੋੜ, ਓਟ ਗਏ ਰਘੁਨਾਥ ਕੀ ਸਖਤ ਨਾ ਤਿਨਕਾ ਤੋੜ। ਕਿ ਜੇ ਕਿਤੇ ਮੇਰੇ ਅੰਦਰ ਉਹ ਅਫਗਾਨੀ ਖੂਨ ਰਹਿੰਦਾ, ਜੇ ਕਿਤੇ ਮੇਰੇ ਅੰਦਰ ਉਹਨਾਂ ਸੂਰਬੀਰ ਯੋਧਿਆਂ ਦੀ ਸੋਚ ਵਿਚਾਰ ਰਹਿੰਦੀ, ਤੇ ਕਹਿੰਦਾ ਮੈਂ ਜ਼ਰੂਰ ਉਹਨਾਂ ਦੇ ਨਾਲ ਜੂਝਦਾ, ਇਹਨਾਂ ਸਾਰਿਆਂ ਦਸਤਿਆਂ ਨੂੰ ਮੋੜ ਦਿੰਦਾ। ਮੇਰੇ ਤੋਂ ਦੁਨੀਆ ਥਰ ਥਰ ਕੰਬਦੀ ਸੀ, ਪਰ ਜਦੋਂ ਤੋਂ ਮੈਂ ਰਘੁਨਾਥ ਦੀ ਓਟ, ਭਾਵ ਕਨਪਾਟੇ ਜੋਗੀਆਂ ਦੀ ਓਟ ਵਿੱਚ ਆਇਆ ਹਾਂ, ਮੇਰੇ ਕੋਲੋਂ ਤੋਂ ਤਿਨਕਾ ਵੀ ਨਹੀਂ ਟੁੱਟਦਾ। ਦੂਜੀ ਇਤਿਹਾਸਕ ਘਟਨਾ ਹੈ ਕਿ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਉਸ ਘਟਨਾ ਦੇ ਅੰਦਰ ਦੁਨੀਆ ਦੇ ਇੱਕ ਬਹੁਤ ਵੱਡੇ, ਕਹਿ ਲਈਏ, ਜਰਨੈਲ, ਜੁਝਾਰੂ ਤੇ ਜ਼ਾਲਮ ਦੀ ਗੱਲ ਹੈ ਕਿ 1252 ਦੇ ਵਿੱਚ ਮੰਗੋਲੀਆ ਦਾ ਜੇਤੂ ਜਰਨੈਲ ਚੰਗੇਜ਼ ਖਾਨ ਮੈਦਾਨੇ ਜੰਗ ਚੋਂ ਭੱਜ ਕੇ ਪਿੱਠ ਦੱਸ ਕੇ ਫਟ ਕਾ ਕੇ ਆਪਣੇ ਘਰ ਪੁੱਜਿਆ। ਤੇ ਉਸ ਵੇਲੇ ਇਲਾਜ ਜੋ ਸਨ ਉਹ ਕੋਈ ਦਵਾਈ ਦਾਰੂ ਨਹੀਂ ਸੀ ਹੁੰਦਾ, ਬਸ ਦੇਸੀ ਨੁਸਖੇ, ਕਿਤੇ ਘਿਓ ਦੇ ਵਿੱਚ ਹਲਦੀ ਜਾਂ ਆਟਾ ਉਟਾ ਪਾ ਕੇ ਜ਼ਖਮਾਂ ਦੇ ਉੱਤੇ ਲਾ ਦਿੱਤਾ ਜਾਂਦਾ ਸੀ। ਮਾਂ ਨੇ ਆਪਣੀ ਦਾਸੀ ਨੌਕਰਾਨੀ ਨੂੰ ਕਿਹਾ ਕਿ ਇਹਦੇ ਵਾਸਤੇ ਉਹ ਮਰਮ ਤਿਆਰ ਕਰ, ਇਹਦੀ ਪਿੱਠ ਦੇ ਉੱਤੇ ਲਾ, ਮੇਰਾ ਪੁੱਤਰ ਜੋ ਹੈ ਇਹਦੀ ਪਿੱਠ ਦੇ ਉੱਤੇ ਜ਼ਖਮ ਹੈ। ਜਦੋਂ ਉਸ ਨੌਕਰਾਨੀ ਨੇ ਚੁੱਲ੍ਹੇ ਦੇ ਉੱਤੇ ਉਹ ਕੜਾਹੀ ਤੇ ਰੱਖੀ, ਕੜਛੀ ਦਾ ਖੜਕਾਰ ਹੋਇਆ ਤੇ ਮਾਂ ਨੇ ਇੱਕ ਗੱਲ ਕਹੀ, ਉਹ ਭਲੀਏ, ਕੜਾਹੀ ਤੇ ਕੜਛੀ ਦੇ ਖੜਕਾਰ ਨਾ ਕਰ, ਇਹ ਤਾਂ ਤੇਗਾਂ ਦੇ ਖੜਾਕਾਂ ਤੋਂ ਨਸ ਕੇ ਘਰ ਆਇਆ, ਜੇ ਕਿਤੇ ਇੱਥੋਂ ਡਰ ਗਿਆ ਤੇ ਫਿਰ ਨਸ ਕੇ ਜਾਵੇਗਾ ਕਿੱਥੇ? ਉਸ ਚੰਗੇਜ਼ ਖਾਨ ਨੇ ਮਾਂ ਨੂੰ ਪੁੱਛਿਆ, ਮਾਂ ਤੇਰੇ ਅੰਦਰ ਇਹ ਜੋ ਅਣਖ ਤੇ ਗੈਰਤ ਦੀ ਗੱਲ ਹੈ ਕਿੱਥੋਂ ਆਈ? ਇਹ ਮੇਰੇ ਅੰਦਰ ਕਿਉਂ ਨਹੀਂ? ਕਾਰਨ ਕੀ ਹੈ? ਤਾਂ ਮਾਂ ਨੇ ਦੱਸਿਆ, ਪੁੱਤਰ ਤੇਰਾ ਪਿਤਾ ਇੱਕ ਵਾਰ ਜੰਗ ਦੇ ਵਿੱਚੋਂ ਕੁਝ ਔਰਤਾਂ ਨੂੰ ਦਾਸੀਆਂ ਬਣਾ ਕੇ ਲਾਇਆ ਸੀ, ਘਰ ਦੇ ਵਿੱਚ ਨੌਕਰ ਰੱਖਿਆ ਸੀ, ਤੇ ਤੂੰ ਬਚਪਨ ਦੇ ਵਿੱਚ ਛੋਟਾ ਸੈਂ, ਰੋ ਰਿਹਾ ਸੈਂ, ਤੇਰਾ ਪਿਤਾ ਬਾਹਰੋਂ ਆ ਗਿਆ, ਇੱਕ ਨੌਕਰਾਨੀ ਨੇ ਇੱਕਦਮ ਤੈਨੂੰ ਚੁੱਪ ਕਰਾਉਣ ਵਾਸਤੇ ਆਪਣਾ ਦੁੱਧ ਪਿਆਇਆ ਸੀ, ਤੇ ਉਸ ਦੁੱਧ ਦਾ ਤੇਰੇ ਉੱਤੇ ਅਸਰ ਹੈ, ਤੂੰ ਡਰਪੋਕ ਹੋ ਗਿਆ, ਤੂੰ ਬੁਜ਼ਦਿਲ ਹੋ ਗਿਆ, ਤੂੰ ਕਾਇਰ ਹੋ ਗਿਆ। ਜਦੋਂ ਇਹਨਾਂ ਮਿਸਾਲਾਂ ਨੂੰ ਅਸੀਂ ਦੇਖਦੇ ਹਾਂ, ਮਾਣ ਤੇ ਫਖਰ ਆਪਣੀ ਕੌਮ ਦੇ ਉੱਤੇ ਹੁੰਦਾ ਹੈ ਕਿ ਨਾ ਤਾਂ ਗੁਰੂ ਪੰਥ ਜਾਂ ਗੁਰੂ ਪੰਥ ਲਈ ਜੂਝਣ ਵਾਲੇ ਕਿਤੇ ਕਨਪਾਟੇ ਜੋਗੀਆਂ ਦੇ ਕਿਸੇ ਸਿਧਾਂਤ ਜਾਂ ਉਹਨਾਂ ਦੇ ਦੱਸੇ ਹੋਏ ਫਲਸਫੇ ਅੰਦਰ ਜਿਉਂਦੇ ਨੇ, ਤੇ ਨਾ ਹੀ ਇਹਨਾਂ ਨੇ ਕਿਤੇ ਕਿਸੇ ਦਾਸੀ ਦਾ ਕੋਈ ਦੁੱਧ ਚੁਗਿਆ ਹੈ। ਇਹਨਾਂ ਨੇ ਜੇ ਕਦੇ ਖੜਾਕ ਸੁਣੇ ਨੇ, ਤੇਗਾਂ, ਢਾਲਾਂ, ਕਟਾਰਾਂ, ਰੰਬੀਆਂ, ਛਵੀਆਂ, ਨੇਜਿਆਂ ਦੇ, ਗੋਲੀਆਂ ਦੇ ਖੜਾਕ, ਫਾਂਸੀ ਦੇ ਰੱਸੇ ਜੋ ਨੇ ਉਹਨਾਂ ਨੂੰ ਝੁੱਟਿਆ ਹੈ, ਤਤੀਆਂ ਤਵੀਆਂ ਦੇ ਉੱਤੇ ਚੋਕੜੇ ਲਾਏ ਹਨ। ਤੇ ਜੇ ਕਦੇ ਇਹਨਾਂ ਨੇ ਦੁੱਧ ਚੁਗਣ ਦੀ ਗੱਲ ਕਰੀਏ ਤਾਂ ਉਹਨਾਂ ਛੀਣੀਆਂ ਮਾਵਾਂ ਦੇ ਦੁੱਧ ਇਹਨਾਂ ਨੇ ਚੁਗੇ ਨੇ, ਜਿਨ੍ਹਾਂ ਨੇ ਪੁੱਤਾਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਲਏ, ਜਿਨ੍ਹਾਂ ਨੇ ਹੱਥ ਦੇ ਵਿੱਚ ਤੇਗਾਂ ਫੜ ਕੇ ਜਾ ਕੇ ਮੈਦਾਨੇ ਜੰਗ ਦੇ ਅੰਦਰ ਜ਼ਾਲਮ ਨੂੰ ਵੰਗਾਰਿਆ ਹੈ। ਗੁਰੂ ਪਿਆਰ ਵਾਲਿਓ, ਜਿਸ ਸਾਕੇ ਦੀ ਗੱਲ ਕਰਨ ਨੂੰ ਅਸੀਂ ਜਾ ਰਹੇ ਹਾਂ, ਇਤਿਹਾਸ ਦੇ ਅੰਦਰ ਬਹੁਤ ਵੱਡੀ ਮਹੱਤਤਾ ਰੱਖਦਾ ਹੈ, ਅਤੇ ਇਸ ਦੇ ਵਿੱਚੋਂ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਸਿੱਖ ਕੌਮ ਨੂੰ ਬਹੁਤ ਵੱਡਾ ਸਬਕ ਜੋ ਸੀ ਉਹ ਸਿੱਖਣ ਨੂੰ ਮਿਲਿਆ। ਇਹ ਇਤਿਹਾਸਕ ਇਸ ਦਾ ਪਿਛੋਕੜ ਕੀ ਹੈ, ਕਿਵੇਂ ਇਹ ਮੋਰਚਾ ਸ਼ੁਰੂ ਹੋਇਆ, ਜੈਤੋ ਦਾ ਮੋਰਚਾ। ਨਾਭਾ ਫੁਲਕੀਆਂ ਰਿਆਸਤਾਂ ਦੇ ਵਿੱਚੋਂ ਇੱਕ ਰਿਆਸਤ ਸੀ ਪੰਜਾਬ ਦੇ ਅੰਦਰ। ਭਾਈ ਫੂਲ ਜੀ ਨੂੰ ਸਤਿਗੁਰੂ ਹਰਿਰਾਏ ਸਾਹਿਬ ਜੀ ਦੀ ਬਖਸ਼ਿਸ਼ ਨਾਲ ਰਾਜ ਭਾਗ ਦਾ ਵਰ ਜੋ ਸੀ ਮਿਲਿਆ, ਅਤੇ ਭਾਈ ਫੂਲ ਜੀ ਦੇ ਸਪੁੱਤਰਾਂ ਭਾਈ ਤਲੋਕਾ ਤੇ ਰਾਮਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ, ਸਤਿਗੁਰ ਪਾਤਸ਼ਾਹ ਦੀ ਖੁਸ਼ੀ ਹੋਈ ਤੇ ਆਪ ਜੀ ਨੇ
ਸਨ 1696 ਦੀ ਭਾਦਰੋਂ ਦੇ ਲਿਖੇ ਇੱਕ ਪੱਤਰ ਵਿੱਚ ਤੇਰਾ ਘਰ ਮੇਰਾ ਘਰ ਹੈ ਕਹਿ ਕੇ ਉਹਨਾਂ ਨੂੰ ਨਿਵਾਜਿਆ ਸੀ। ਅੰਮ੍ਰਿਤ ਦੀ ਦਾਤ ਲੈ ਕੇ ਇਹ ਭਾਈ ਤ੍ਰਿਲੋਕ ਸਿੰਘ, ਭਾਈ ਰਾਮ ਸਿੰਘ ਬਣੇ। ਗੁਰੂ ਜੀ ਦੇ ਨਾਲ ਕਈ ਯੁੱਧਾਂ ਦੇ ਵਿੱਚ ਆਪਣੇ ਨੌਜਵਾਨ ਸਾਥੀਆਂ ਨੂੰ ਨਾਲ ਲੈ ਕੇ ਜੂਝੇ ਅਤੇ ਫਿਰ ਭਾਈ ਤ੍ਰਿਲੋਕ ਸਿੰਘ ਤੇ ਪੜਪੋਤੇ ਭਾਈ ਹਮੀਰ ਸਿੰਘ ਜੀ ਨੇ ਨਾਭਾ ਰਾਜ ਦੀ ਜੋ ਸੀ ਉਹ ਨੀਂਹ ਰੱਖੀ ਸੀ। ਇਹ ਮੋਰਚਾ ਪੂਰਨ ਤੌਰ ਦੇ ਉੱਤੇ ਨਾਭਾ ਰਿਆਸਤ ਦੇ ਨਾਲ ਸੰਬੰਧਿਤ ਸੀ ਅਤੇ ਇਸ ਰਾਜ ਘਰਾਣੇ 'ਚ ਹੀ ਮਹਾਰਾਜਾ ਹੀਰਾ ਸਿੰਘ ਜੀ ਤੋਂ ਪਿੱਛੋਂ ਉਹਨਾਂ ਦੇ ਯੁਵਰਾਜ ਟਿੱਕਾ ਰਿਪਦਮਨ ਸਿੰਘ ਜੀ 28 ਸਾਲ ਦੀ ਉਮਰ ਦੇ ਵਿੱਚ 24 ਜਨਵਰੀ 1912 ਨੂੰ ਨਾਭੇ ਦੀ ਰਾਜਧਾਨੀ ਤੇ ਬੈਠੇ। ਇਹ ਪਹਿਲਾਂ ਸਨ 1606 ਤੋਂ ਲੈ ਕੇ 1608 ਤੱਕ 2 ਸਾਲ ਹਿੰਦੁਸਤਾਨ ਦੇ ਅੰਗਰੇਜ਼ ਗਵਰਨਰ ਜਨਰਲ ਦੀ ਕੌਂਸਲ ਦੇ ਮੈਂਬਰ ਵੀ ਰਹਿ ਚੁੱਕੇ ਸਨ। ਇਹਨਾਂ ਦੀ ਪਹਿਲੇ ਉਮਰੇ ਸਾਰੀ ਪਾਲਣ ਪੋਸ਼ਣਾ, ਪੜ੍ਹਾਈ ਲਿਖਾਈ ਜੋ ਸੀ ਉਹ ਗੁਰਸਿੱਖੀ ਦੇ ਮਾਹੌਲ ਦੇ ਅੰਦਰ ਹੋਈ ਤੇ ਰਹਿਤਵਾਨ ਗੁਰਸਿੱਖ ਵਿਦਵਾਨਾਂ ਦੀ ਦੇਖਰੇਖ ਵਿੱਚ ਇਹਨਾਂ ਦਾ ਜੋ ਸੀ ਬਚਪਨ ਉਹ ਗੁਜ਼ਰਿਆ। ਗੁਰਸਿੱਖੀ ਦਾ ਜਜ਼ਬਾ ਤੇ ਪੰਥਕ ਪਿਆਰ ਇਹਨਾਂ ਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਕੁਝ ਸਮਾਂ ਇਤਿਹਾਸ ਅਨੁਸਾਰ ਇਹ ਵਿਦੇਸ਼ ਦੀ ਧਰਤੀ ਦੇ ਉੱਤੇ ਵੀ ਪੜ੍ਹਾਈ ਵਾਸਤੇ ਗਏ। ਭਰਪੂਰ ਜਵਾਨੀ ਦੇ ਵਿੱਚ ਇਹ ਗਵਰਨਰ ਜਨਰਲ ਕੌਂਸਲ ਦੇ ਮੈਂਬਰ ਨਾਮਜ਼ਦ ਹੋਏ। ਸਿੱਖੀ ਜਜ਼ਬਾ ਤੇ ਪੰਥਕ ਪਿਆਰ ਉਹਨਾਂ ਦੇ ਵਿੱਚ ਉਸ ਵੇਲੇ ਠਾਠਾ ਮਾਰ ਰਿਹਾ ਸੀ। ਅੰਗਰੇਜ਼ ਭਾਰਤ ਦੇ ਅੰਦਰ ਅਤੇ ਆਖਰ ਦੇ ਵਿੱਚ ਪੰਜਾਬ ਦੇ ਵਿੱਚ ਕਾਬਜ ਹੁੰਦੇ ਹਨ। ਖਾਲਸਾ ਰਾਜ ਨੂੰ ਹਥਿਆ ਚੁੱਕੇ ਸਨ। ਕੁਝ ਕੁ ਰਿਆਸਤਾਂ ਸਨ ਜੋ ਸਿੱਖ ਮਹਾਰਾਜਿਆਂ ਦੇ ਕੋਲ ਸਨ, ਪਰ ਉਹ ਪੂਰਨ ਤੌਰ ਦੇ ਉੱਤੇ ਸੁਤੰਤਰ ਵੀ ਨਹੀਂ ਸਨ। ਜਦੋਂ ਅਸੀਂ ਇਸ ਨਾਭਾ ਰਿਆਸਤ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਟਿੱਕਾ ਰਿਪਦਮਨ ਸਿੰਘ ਜੀ ਜਦੋਂ ਜਨਰਲ ਕੌਂਸਲ ਦੇ ਮੈਂਬਰ ਸਨ, ਉਸ ਵੇਲੇ ਉਹਨਾਂ ਵੱਲੋਂ ਜੋ ਉਸ ਕੌਂਸਲ ਦੇ ਵਿੱਚ ਆਪਣਾ ਕਿਰਦਾਰ ਨਿਭਾਇਆ ਗਿਆ, ਉਹਦੇ ਵਿੱਚੋਂ ਸਿੱਖੀ ਜਜ਼ਬਾਤ, ਸਿੱਖੀ ਜੋ ਜੋਸ਼, ਸਿੱਖੀ ਅਤੇ ਪੰਥ ਪ੍ਰਤੀ ਜੋ ਪਿਆਰ, ਗਰੀਬਾਂ ਪ੍ਰਤੀ ਹਮਦਰਦੀ ਜੋ ਸੀ ਉਹ ਛਲਕ ਛਲਕ ਕੇ ਸਾਹਮਣੇ ਆਉਂਦੀ ਸੀ। ਕੌਂਸਲ ਦੇ ਪਹਿਲੇ ਪਹਿਲ ਜੋ ਸੀ ਇਹਨਾਂ ਨੇ ਆਨੰਦ ਮੈਰਿਜ ਜੋ ਬਿੱਲ ਸੀ ਉਸ ਨੂੰ ਰੱਖਿਆ। ਆਨੰਦ ਵਿਆਹ ਕਾਨੂੰਨ ਪੇਸ਼ ਕਰਨਾ ਉਹਨਾਂ ਦਾ ਸਿੱਖੀ ਜਜ਼ਬੇ ਦੀ ਇੱਕ ਬਹੁਤ ਵੱਡੀ ਮਿਸਾਲ ਸੀ। ਇਸ ਤੋਂ ਪਹਿਲਾਂ ਸਿੱਖ ਆਨੰਦ ਕਾਰਜ ਮੁਸਲਮਾਨਾਂ ਦੇ ਨਿਕਾਹ ਅਤੇ ਹਿੰਦੂ ਵੈਦਿਕ ਰੀਤੀ ਦੀ ਤਰ੍ਹਾਂ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਨਹੀਂ ਸਨ। ਸਿੱਖਾਂ ਦਾ ਵਿਆਹ ਵੈਦਿਕ ਰੀਤੀ ਨਾਲ ਕਰਨ ਤੋਂ ਬਾਅਦ ਹੀ ਇਸ ਨੂੰ ਪ੍ਰਵਾਨ ਕੀਤਾ ਜਾਂਦਾ ਸੀ। ਇਹ ਸਿੱਖੀ ਦੇ ਨਿਰਾਲੇਪਣ ਦੇ ਲਈ ਇੱਕ ਬਹੁਤ ਵੱਡਾ ਚੈਲੰਜ ਸੀ ਅਤੇ ਰਿਪਦਮਨ ਸਿੰਘ ਜੀ ਦੇ ਮਨ ਦੇ ਅੰਦਰ ਇਹ ਖਾਹਿਸ਼ ਸੀ ਕਿ ਸਿੱਖੀ ਦੇ ਨਿਰਾਲੇਪਣ ਦੇ ਵਾਸਤੇ ਸਿੱਖੀ ਦਾ ਜੋ ਆਨੰਦ ਮੈਰਿਜ ਐਕਟ ਹੈ ਇਹ ਜ਼ਰੂਰ ਕਾਨੂੰਨੀ ਤੌਰ ਦੇ ਉੱਤੇ ਨੂੰ ਮਾਨਤਾ ਲੱਭਣੀ ਚਾਹੀਦੀ ਹੈ। ਹਾਲਾਂਕਿ ਬਾਕੀ ਵੀ ਸਿੱਖ ਮਹਾਰਾਜੇ ਸਨ, ਪਰ ਕਿਸੇ ਦੇ ਅੰਦਰ ਇਹ ਜੋ ਸੀ ਪਿਆਰ, ਇਹ ਜਿਹਾ ਜਜ਼ਬਾ ਨਹੀਂ ਸੀ। ਇਹਨਾਂ ਨੇ ਸਭ ਤੋਂ ਪਹਿਲਾਂ ਉਸ ਕੌਂਸਲ ਦੇ ਅੰਦਰ ਜੋ ਸੀ ਇਹ ਬਿੱਲ ਰੱਖਿਆ। ਫਿਰ ਉਹਨਾਂ ਦੀ ਭਰਪੂਰ ਕੋਸ਼ਿਸ਼ ਤੋਂ ਬਾਅਦ ਵੀ ਭਾਵੇਂ ਇਹ ਬਿੱਲ ਪਾਸ ਨਹੀਂ ਹੋ ਸਕਿਆ, ਪਰ ਇਸ ਨਾਲ ਉਹਨਾਂ ਦਾ ਸਿੱਖੀ ਪੰਥ ਦੇ ਨਿਰਾਲੇਪਣ ਅਤੇ ਆਜ਼ਾਦ ਹਸਤੀ ਪ੍ਰਤੀ ਜੋ ਪਿਆਰ ਸੀ ਉਹ ਸਾਫ਼ ਸਾਹਮਣੇ ਆ ਰਿਹਾ ਸੀ ਤੇ ਪੰਥਕ ਪਿਆਰ ਕਰਨ ਵਾਲੇ ਪੰਥਕ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਦੇ ਵਾਸਤੇ ਸਤਿਕਾਰ ਜੋ ਸੀ ਉਹ ਵੱਧ ਰਿਹਾ ਸੀ। ਸਮਾਂ ਬੀਤਦਾ ਗਿਆ। ਸੰਨ 1907 ਵਿੱਚ ਬਜਟ ਦੇ ਦੇਸ਼ ਰੱਖਿਆ ਦੇ ਅੰਕ ਵਿੱਚ ਵਿਚਾਰ ਰੱਖਦੇ ਹੋਏ ਉਹਨਾਂ ਨੇ ਜੋ ਆਪਣਾ ਖਿਆਲ ਦਿੱਤਾ ਉਹ ਕਮਾਲ ਦਾ ਸੀ। ਉਹਨਾਂ ਨੇ ਕਿਹਾ ਕਿ ਮੈਂ ਸੁਝਾਅ ਨਹੀਂ ਦੇਣਾ ਚਾਹੁੰਦਾ ਕਿ ਦੇਸ਼ ਦੀ ਸੈਨਾ ਵਧਾਈ ਜਾਵੇ, ਪਰ ਮੇਰੇ ਵਿਚਾਰ ਕਿ ਦੇਸ਼ ਤੇ ਭੀੜਾ ਪੈਣ ਤੇ ਸਿਰਫ ਤਨਖਾਹਦਾਰ ਫੌਜੀਆਂ ਤੇ ਭਰੋਸਾ ਕਰਨਾ ਜੋ ਹੈ, ਰੱਖਣਾ ਜੋ ਹੈ ਉਹ ਚੰਗੀ ਰੱਖਿਆ ਨੀਤੀ ਨਹੀਂ ਹੈ। ਚੰਗੇ ਗੱਭਰੂ ਕੌਮੀ ਸੈਨਾ ਮਲੇਸ਼ੀਆ ਜੋ ਹੈ ਉਹ ਤਿਆਰ ਕੀਤੀ ਜਾਵੇ ਜੋ ਲੋੜ ਪੈਣ ਤੇ ਤਨਖਾਹਦਾਰ ਫੌਜੀਆਂ ਦੇ ਨਾਲ ਉਹਨਾਂ ਦੀ ਮਦਦ ਕਰ ਸਕਣ ਅਤੇ ਦੇਸ਼ ਦੇ ਉੱਤੇ ਬਣੀ ਹੋਈ ਭੀੜ ਵੇਲੇ ਕੌਮ ਦੇ ਕੰਮ ਆ ਸਕਣ, ਦੇਸ਼ ਦੇ ਕੰਮ ਆ ਸਕਣ। ਉਹਨਾਂ ਨੇ ਸੁਝਾਅ ਦਿੱਤਾ ਕਿ ਪਹਿਲਾਂ ਇਹ ਤਜਰਬਾ ਜੋ ਹੈ ਪੰਜਾਬ ਵਿੱਚ ਤੇ ਫਿਰ ਬਾਕੀ ਸੂਬਿਆਂ ਦੇ ਵਿੱਚ ਕੀਤਾ ਜਾਵੇ ਅਤੇ ਉਹਦੇ ਵਿੱਚ ਉਹਨਾਂ ਦੀ ਤਜਵੀਜ਼ ਸੀ ਕਿ ਹਰ ਸਿੱਖ ਰਿਸ਼ਟ ਪੁਸ਼ਟ ਜੋ ਗੱਭਰੂ ਹੈ ਉਸ ਨੂੰ ਹਥਿਆਰਾਂ ਦੀ ਟ੍ਰੇਨਿੰਗ ਜੋ ਹੈ ਦਿੱਤੀ ਜਾਵੇ। ਭਾਵ ਉਹ ਇਹ ਗੱਲ ਸਮਝਦੇ ਤੇ ਚਾਹੁੰਦੇ ਸਨ ਕਿ ਹਰ ਸਿੱਖ ਜੋ ਹੈ ਉਹ ਸੰਤ ਤੇ ਸਿਪਾਹੀ ਹੋਵੇ, ਹਰ ਨੌਜਵਾਨ ਜੋ ਹੈ ਉਹ ਉਹਦੇ ਅੰਦਰ ਜੁਝਾਰੂਪਣ ਜੋ ਹੈ ਜ਼ਿੰਦਾ ਰਹਿਣਾ ਚਾਹੀਦਾ ਹੈ। ਕੌਂਸਲ ਦੇ ਇੱਕ ਸਮਾਗਮ ਵਿੱਚ ਨਸ਼ਿਆਂ ਦੀ ਵਰਤੋਂ ਦੇ ਉਲਟ ਬੋਲਦਿਆਂ ਉਹਨਾਂ ਨੇ ਇਹ ਖਿਆਲ ਪ੍ਰਗਟ ਕੀਤਾ ਕਿ ਮੈਨੂੰ ਪਤਾ ਹੈ ਕਿ ਅਫੀਮ ਤੇ ਨਸ਼ੇ ਵਾਲੀਆਂ ਹੋਰ ਚੀਜ਼ਾਂ ਤੋਂ ਵਸੂਲੇ ਜਾਂਦੇ ਟੈਕਸ ਸਰਕਾਰ ਦੀ ਆਮਦਨੀ ਦਾ ਵੱਡਾ ਜ਼ਰੀਆ ਹਨ, ਪਰ ਮੈਂ ਇਹ ਖੁੱਲ੍ਹ ਲੈਂਦਾ ਹਾਂ ਕਿ ਇਹ ਆਮਦਨੀ ਜਨਤਾ ਦੀ ਇਖਲਾਕੀ ਅਧੋਗਤੀ ਦੇ ਸਾਧਨਾਂ ਤੋਂ ਪੈਦਾ ਕੀਤੀ ਜਾ ਰਹੀ ਹੈ। ਉਹਨਾਂ ਤੋਂ ਦਾ ਇਹ ਸੁਝਾਅ ਦੇਣਾ, ਨਸ਼ਿਆਂ ਦਾ ਵਿਰੋਧ ਕਰਨਾ, ਸਰਕਾਰ ਦੇ ਵਿਰੁੱਧ ਖੜਾ ਹੋਣਾ ਅਤੇ ਉਸ ਸਰਕਾਰ ਦੇ ਜਿਸ ਸਰਕਾਰ ਵੱਲੋਂ ਉਹ ਨਾਮਜ਼ਦ ਕੀਤੇ ਗਏ ਨੇ, ਇਹ ਉਹਨਾਂ ਦਾ ਨਸ਼ਿਆਂ ਦੇ ਫੈਲਾਅ ਨੂੰ ਰੋਕਣ ਦੇ ਵਾਸਤੇ
ਬਹੁਤ ਵੱਡਾ ਉਪਰਾਲਾ ਸੀ ਅਤੇ ਕੌਮੀ ਜਵਾਨੀ ਨੂੰ ਜੋ ਸੀ ਨਸ਼ਿਆਂ ਤੋਂ ਬਚਾਉਣ ਦੇ ਵਾਸਤੇ ਉਹਨਾਂ ਦਾ ਇੱਕ ਸਹੀ ਕਦਮ ਸੀ। ਭਵਿੱਖ ਲਈ ਉਹਨਾਂ ਦੀ ਚਿੰਤਾ ਸਾਹਮਣੇ ਨਜ਼ਰ ਆਉਂਦੀ ਸੀ। ਤੀਜੇ ਦਰਜੇ ਦੇ ਰੇਲ ਮੁਸਾਫਰਾਂ ਦੇ ਵਾਸਤੇ ਜਦੋਂ ਰੇਲ ਬਜਟ 568 ਲੱਖ ਰੁਪਏ ਦਾ ਪੇਸ਼ ਕੀਤਾ ਗਿਆ ਤਾਂ ਉਹਨਾਂ ਨੇ ਸਰਕਾਰ ਨੂੰ ਇਹ ਜੋ ਸੀ ਤਜਵੀਜ਼ ਰੱਖੀ ਕਿ ਤੀਜੇ ਦਰਜੇ ਦੇ ਜੋ ਰੇਲ ਮੁਲਾਜ਼ਮ ਨੇ ਉਹਨਾਂ ਦੇ ਨਾਲ ਬੜੀ ਬੇਇਨਸਾਫੀ ਹੁੰਦੀ ਹੈ। ਉਹਨਾਂ ਨੂੰ ਇਸ ਤਰ੍ਹਾਂ ਡੱਬਿਆਂ ਦੇ ਵਿੱਚ ਭਰਿਆ ਜਾਂਦਾ ਜਿਵੇਂ ਕਿ ਉਹ ਸਾਹ ਲੈਣ ਵਾਲੇ ਕੋਈ ਜੀਵ ਨਹੀਂ ਬਲਕਿ ਕੋਈ ਨਿਰਜਿੰਦ ਲਾਸ਼ਾਂ ਨੇ। ਤਾਂ ਉਹਨਾਂ ਨੇ ਉੱਥੇ ਵੀ ਉਹਨਾਂ ਲੋਕਾਂ ਦੇ ਵਾਸਤੇ ਆਵਾਜ਼ ਚੁੱਕੀ। 1907 ਨਵੰਬਰ ਵਿੱਚ ਸਰਕਾਰ ਕੋਲੋਂ ਪ੍ਰੀਵੈਂਸ਼ਨ ਆਫ ਸੈਡੀਸ਼ੀਅਸ ਮੀਟਿੰਗ ਬਿੱਲ ਬਾਗਿਆਨਾ ਜਲਸਿਆਂ ਨੂੰ ਰੋਕਣ ਵਾਲਾ ਜਿਹੜਾ ਬਿੱਲ ਸੀ ਕੌਂਸਲ ਜਦੋਂ ਪੇਸ਼ ਕੀਤਾ ਗਿਆ ਤਾਂ ਟਿੱਕਾ ਸਾਹਿਬ ਨੇ ਬਿੱਲ ਦੀਆਂ ਵੱਖ-ਵੱਖ ਧਾਰਾਵਾਂ ਤੇ ਬਹਿਸ ਕਰਦਿਆਂ ਅਤੇ ਇਹ ਕਹਿੰਦੇ ਹੋਏ ਕਿ ਮੈਂ ਇਸ ਬਿੱਲ ਦੀ ਮਾਰ ਤੋਂ ਸਮਾਜਿਕ ਅਤੇ ਧਾਰਮਿਕ ਜਲਸਿਆਂ ਨੂੰ ਵੀ ਸੁਰੱਖਿਅਤ ਨਹੀਂ ਕੀਤਾ ਗਿਆ। ਆਪਣੇ ਭਾਸ਼ਣ ਨੂੰ ਇਹਨਾਂ ਸ਼ਬਦਾਂ ਦੇ ਨਾਲ ਖਤਮ ਕੀਤਾ ਕਿ ਮੈਨੂੰ ਸ਼ੌਕ ਹੈ ਕਿ ਉਕਤ ਦਲੀਲਾਂ ਦੇ ਆਧਾਰ ਤੇ ਮੈਂ ਇਸ ਬਿੱਲ ਜਿਸ ਤਰ੍ਹਾਂ ਇਹ ਪੇਸ਼ ਕੀਤਾ ਗਿਆ ਇਸ ਦਾ ਵਿਰੋਧ ਕਰਦਾ ਹਾਂ। ਉਹਨਾਂ ਨੇ ਪੂਰਨ ਤੌਰ ਦੇ ਉੱਤੇ ਜੋ ਉਸ ਵੇਲੇ ਇੱਕ ਪਾਬੰਦੀ ਜੋ ਸੀ ਲਾਈ ਜਾ ਰਹੀ ਸੀ ਚਾਹੇ ਉਹ ਧਾਰਮਿਕ ਜਾਂ ਸਮਾਜਿਕ ਤੌਰ ਦੇ ਉੱਤੇ ਸੀ ਉਹਦਾ ਵਿਰੋਧ ਕੀਤਾ ਅਤੇ ਬਿੱਲ ਦੇ ਉੱਤੇ ਖਦਸ਼ਾ ਜੋ ਸੀ ਜ਼ਾਹਿਰ ਕੀਤਾ। ਟਿੱਕਾ ਸਾਹਿਬ ਦੇ ਇਹਨਾਂ ਸ਼ਬਦਾਂ ਦਾ ਬੋਲਣਾ ਜਦੋਂ ਕਿ ਉਹ ਸਰਕਾਰ ਵੱਲੋਂ ਨਾਮਜ਼ਦ ਹੋਇਆ ਇੱਕ ਰਾਜ ਘਰਾਣੇ ਦਾ ਸ਼ਹਿਜ਼ਾਦਾ ਸੀ ਜਿਸ ਨੇ ਆਪਣੇ ਪਿਤਾ ਮਗਰੋਂ ਉਸੇ ਸਰਕਾਰ ਦੀ ਸਰਪ੍ਰਸਤੀ ਦੇ ਵਿੱਚ ਰਾਜਗੱਦੀ ਤੇ ਬੈਠਣਾ ਵੀ ਸੀ। ਉਹਨਾਂ ਦੇ ਨਿਤੜਕ ਆਜ਼ਾਦ ਬਿਰਤੀ ਦੀ ਪ੍ਰੋੜਤਾ ਕਰਦਾ ਸੀ। ਉਹ ਕਿਆ ਕਰਦੇ ਸਨ ਕਿ ਨਾਭੇ ਦੀ ਰਾਜਗੱਦੀ ਉਹਨਾਂ ਦਾ ਵਿਰਾਸਤੀ ਹੱਕ ਹੈ। ਅੰਗਰੇਜ਼ ਸਰਕਾਰ ਦੁਆਰਾ ਆਪਣੇ ਏਜੰਟ ਰਾਹੀਂ ਰਾਜਗੱਦੀ ਤੇ ਬਿਠਾਉਣ ਦੇ ਕੀ ਅਰਥ ਹਨ ਕਿਉਂਕਿ ਉਸ ਵੇਲੇ ਜੋ ਅੰਗਰੇਜ਼ ਸਰਕਾਰ ਸੀ ਉਹ ਪੂਰਨ ਤੌਰ ਦੇ ਉੱਤੇ ਜਦੋਂ ਵੀ ਕਿਸੇ ਰਾਜ ਘਰਾਣੇ ਦੇ ਨਵੇਂ ਸ਼ਹਿਜ਼ਾਦੇ ਨੂੰ ਬਿਠਾਇਆ ਜਾਂਦਾ ਸੀ ਤਾਂ ਉਹਦੇ ਵਿੱਚ ਉਹ ਆਪਣਾ ਕੋਈ ਨਾ ਕੋਈ ਜੋ ਰਾਜਨੀਤਿਕ ਅਹਿਲਕਾਰ ਭੇਜ ਕੇ ਕੋਈ ਆਫੀਸਰ ਭੇਜ ਕੇ ਜੋ ਸੀ ਉਸ ਰਸਮ ਨੂੰ ਪੂਰਾ ਕੀਤਾ ਜਾਂਦਾ ਸੀ। ਪਰ ਇਹ ਜੋ ਸਨ ਇਸ ਗੱਲ ਦੇ ਪੂਰਨ ਤੌਰ ਦੇ ਉੱਤੇ ਵਿਰੋਧ ਸਨ। ਉਸ ਸਮੇਂ ਸਾਰੇ ਜੋ ਸਿਵਲ ਤੇ ਫੌਜੀ ਵੱਡੇ ਅਹੁਦੇ ਸਨ ਉਹ ਅੰਗਰੇਜ਼ਾਂ ਨੂੰ ਦਿੱਤੇ ਗਏ ਹੋਏ ਸਨ ਤੇ ਟਿੱਕਾ ਰਿਪੁਦਮਨ ਸਿੰਘ ਨੇ 1908 ਵਿੱਚ ਕਿਹਾ ਸੀ ਕਿ ਸਾਡੇ ਸਾਹਮਣੇ ਅੱਜ ਦਾ ਮਸਲਾ ਇਹ ਹੈ ਕਿ ਸਿਵਲ ਤੇ ਮਿਲਟਰੀ ਦੋਵਾਂ ਮਦਾਂ ਹੇਠ ਦੇਸ਼ ਦੀਆਂ ਉੱਪਰਲੇ ਪੱਧਰ ਦੀਆਂ ਜਿੰਨੀਆਂ ਮੁਲਾਜ਼ਮਤਾਂ ਨੇ ਉਹ ਸਾਰੇ ਦੀਆਂ ਸਾਰੀਆਂ ਵੱਧ ਤੋਂ ਵੱਧ ਥਾਂ ਉਹ ਜੋ ਹੈ ਦੇਸ਼ ਤੇ ਜੰਮਪਲ ਬੰਦਿਆਂ ਨੂੰ ਮਿਲੇ। ਉਸ ਵੇਲੇ ਉਹਨਾਂ ਦੀ ਸੋਚ ਇਹ ਸੀ ਕਿ ਇਹ ਵਿਦੇਸ਼ੀ ਬਾਹਰਲੇ ਲੋਕੀ ਜੋ ਨੇ ਉਹ ਸਾਡੇ ਅਹੁਦਿਆਂ ਦੇ ਉੱਤੇ ਬੈਠੇ ਨੇ ਆਪਣੀ ਮਨਮਰਜ਼ੀ ਦੇ ਨਾਲ ਜੋ ਉਹ ਇਨਸਾਫ ਕਰ ਰਹੇ ਨੇ ਆਪਣੀ ਮਨਮਰਜ਼ੀ ਦੇ ਨਾਲ ਉਹ ਜੋ ਸਰਕਾਰ ਨੂੰ ਚਲਾ ਰਹੇ ਨੇ ਤੇ ਸਾਡੇ ਲੋਕਾਂ ਨੂੰ ਇੱਥੇ ਇਨਸਾਫ ਨਹੀਂ ਲੱਭਦਾ। ਇਹ ਉਸ ਵੇਲੇ ਉਹਨਾਂ ਨੇ ਵਿਰੋਧ ਕੀਤੀ। ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਅੱਜ ਵੀ ਜੇਕਰ ਦੇਖਿਆ ਜਾਵੇ ਤਾਂ ਰਾਜ ਜਿਸ ਥਾਂ ਦੇ ਉੱਤੇ ਰਾਜ ਦੇ ਜੋ ਲੋਕ ਨੇ ਉਹਨਾਂ ਦੇ ਉੱਤੇ ਦੂਜਿਆਂ ਲੋਕਾਂ ਨੂੰ ਅਧਿਕਾਰੀ ਬਣਾ ਕੇ ਬਿਠਾ ਦਿੱਤਾ ਜਾਂਦਾ ਹੈ ਜਾਂ ਜੋ ਨਾ ਤਾਂ ਉਹਨਾਂ ਲੋਕਾਂ ਦੀ ਭਾਸ਼ਾ ਤੋਂ ਵਾਕਿਫ ਹੁੰਦੇ ਨੇ ਨਾ ਉੱਥੇ ਦੀ ਟੋਪੋਗ੍ਰਾਫੀ ਤੋਂ ਵਾਕਿਫ ਹੁੰਦੇ ਨੇ ਨਾ ਉਹਨਾਂ ਦੇ ਮਸਲਿਆਂ ਤੋਂ ਵਾਕਿਫ ਹੁੰਦੇ ਨੇ ਤੇ ਫਿਰ ਉਹ ਇੱਕ ਕਿਸਮ ਦਾ ਉਹਨਾਂ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਦੇ ਨੇ। ਪਰ ਉਸ ਵੇਲੇ ਟਿੱਕਾ ਰਿਪੁਦਮਨ ਸਿੰਘ ਜੀ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ। ਸਨ 1912 ਦੇ ਵਿੱਚ ਰਾਜਗੱਦੀ ਤੇ ਬੈਠਣ ਸਮੇਂ ਜੋ ਰਿਪੁਦਮਨ ਸਿੰਘ ਜੀ ਨੇ ਇਸ ਨੂੰ ਆਪਣਾ ਵਿਰਾਸਤੀ ਹੱਕ ਜਾਣਦੇ ਹੋਏ ਕਿਸੇ ਵੀ ਅੰਗਰੇਜ਼ ਪੋਲੀਟੀਕਲ ਅਫਸਰ ਪਾਸੋਂ ਰਾਜ ਭਾਗ ਸੰਭਾਲਣ ਦਾ ਜੋ ਨਿਸ਼ਾਨ ਪ੍ਰਾਪਤ ਨਹੀਂ ਕੀਤਾ। ਬਿਲਕੁਲ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ, ਸੱਦਾ ਤੱਕ ਨਹੀਂ ਦਿੱਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਸੰਗਤ ਦੀ ਹਾਜ਼ਰੀ ਵਿੱਚ ਅਰਦਾਸਾ ਸੋਧ ਦੇ ਜਾਣ ਤੋਂ ਉਪਰੰਤ ਰਾਜ ਅਧਿਕਾਰੀ ਸ੍ਰੀ ਸਾਹਿਬ ਜੋ ਸੀ ਕਿਰਪਾਨ ਜੋ ਸੀ ਉਹ ਆਪ ਆਪਣੇ ਗਾਤਰੇ ਵਿੱਚ ਪਹਿਨ ਲਈ। ਇਹ ਆਪਣੇ ਆਪ ਵਿੱਚ ਇੱਕ ਅਜਿਹਾ ਕਰਤੱਵ ਸੀ ਜੋ ਸਰਕਾਰ ਹਿੰਦ ਦੇ ਵਾਸਤੇ ਕ੍ਰੋਧ ਦਾ ਬਹੁਤ ਵੱਡਾ ਕਾਰਨ ਸੀ ਅਤੇ ਉਸ ਨੂੰ ਬਹੁਤ ਵੱਡਾ ਜੋ ਸੀ ਇਸ ਗੱਲ ਦਾ ਰੋਸ ਸੀ। ਅੰਦਰੋਂ ਅੰਦਰ ਉਹ ਈਰਖਾ ਬਸ ਇਹਨਾਂ ਦੀ ਵਿਰੋਧੀ ਬਣ ਚੁੱਕੀ ਸੀ। ਰਾਜਗੱਦੀ ਤੇ ਬੈਠਣ ਦੇ ਮਗਰੋਂ ਦੇਸ਼ ਦੀਆਂ ਅਗਾਂਹਵਧੂ ਜਿੰਨੀਆਂ ਪਾਰਟੀਆਂ ਸਨ ਉਹਨਾਂ ਦੇ ਨਾਲ ਇਹਨਾਂ ਨੇ ਹਮਦਰਦੀ ਜੋ ਹੈ ਰੱਖ ਲਈ ਅਤੇ ਅੰਦਰ ਖਾਤੇ ਇਹ ਅੰਗਰੇਜ਼ ਸਰਕਾਰ ਦੇ ਵਿਰੋਧ ਵਿੱਚ ਸਨ ਕਿ ਉਹ ਜ਼ਬਰਦਸਤੀ ਜੋ ਹੈ ਸਾਡੇ ਰਾਜ ਭਾਗ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ ਅਤੇ ਖਾਸ ਕਰਕੇ ਜੋ ਧਾਰਮਿਕ ਮਸਲੇ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਦਖਲਅੰਦਾਜ਼ੀ ਹੈ। ਇੱਥੇ ਦੇ ਲੋਕਾਂ ਨੂੰ ਇੱਕ ਕਿਸਮ ਦਾ ਗੁਲਾਮ ਬਣਾ ਕੇ ਰੱਖਿਆ ਗਿਆ ਹੈ। ਉਹ ਆਪਣੇ ਅੰਦਰੋਂ ਜੋ ਸਿੱਖੀ ਜਜ਼ਬਾ ਸੀ ਸਿੱਖੀ ਸਪਿਰਿਟ ਸੀ ਉਹਦੇ ਆਧਾਰ ਦੇ ਉੱਤੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਸਨ। ਜਿਵੇਂ ਆਪ ਜੀ ਨੇ ਸਰਵਣ ਕੀਤਾ ਕਿ 1921 ਦੇ ਅੰਦਰ ਸਾਕਾ ਨਨਕਾਣਾ ਸਾਹਿਬ ਵਾਪਰਨ ਦੇ ਉੱਤੇ ਜਦੋਂ ਪੂਰੇ ਸਿੱਖਾਂ ਦੇ ਉੱਤੇ ਜ਼ੁਲਮ ਤੇ ਤਸ਼ੱਦਦ ਚੱਲ ਰਿਹਾ ਸੀ ਉਸ ਵੇਲੇ ਇਸ ਸਾਕੇ ਦੇ ਵਿੱਚੋਂ ਬਾਕੀ ਜੋ ਸਿੱਖ ਰਿਆਸਤਾਂ ਸਨ ਸ਼ਾਇਦ ਉਹਨਾਂ ਨੇ ਉਤਨਾ ਜੋ ਸੀ ਰੋਸ ਪ੍ਰਗਟ ਨਹੀਂ ਕੀਤਾ, ਸਰਕਾਰ ਦੇ ਪੱਖ ਵਿੱਚ ਖੜੋ ਗਈਆਂ। ਪਰ ਉਸ ਵੇਲੇ ਟਿੱਕਾ ਰਿਪੁਦਮਨ ਸਿੰਘ ਇਹ ਨਾਭੇ ਦੀ ਇੱਕ ਰਿਆਸਤ ਸੀ ਜਿਸ ਦੇ ਵਿੱਚ ਇਹਨਾਂ ਨੇ ਪੰਥ ਦਾ ਹੁਕਮ ਮੰਨਦੇ ਹੋਏ ਆਪਣੇ ਸਿਰ ਦੇ ਉੱਤੇ ਕਾਲੀ ਦਸਤਾਰ ਸਜਾਈ,
ਸ਼ਹੀਦਾਂ ਦੀ ਜੋ ਸੀ ਉਹ ਯਾਦ ਬਣਾਈ, ਥਾਂ ਥਾਂ ਦੇ ਉੱਤੇ ਰੋਸ ਪ੍ਰਗਟ ਕੀਤੇ। ਮਹਾਰਾਜੇ ਨੇ ਆਪ ਜਿੱਥੇ ਕਾਲੀ ਦਸਤਾਰ ਸਿਰਜਾਈ ਉੱਥੇ ਰੋਸ ਮੁਜ਼ਾਹਰੇ ਹੋਣ ਦੀ ਖੁੱਲ੍ਹ ਦਿੱਤੀ। ਇਹੋ ਹੀ ਇੱਕ ਰਿਆਸਤ ਸੀ ਜਿੱਥੇ ਕਾਲੀ ਦਸਤਾਰ ਅਤੇ ਕਿਰਪਾਨ ਦੇ ਉੱਤੇ ਕੋਈ ਪਾਬੰਦੀ ਨਹੀਂ ਸੀ, ਕਿਉਂਕਿ ਉਸ ਵੇਲੇ ਅੰਗਰੇਜ਼ ਕਾਲੀ ਦਸਤਾਰ ਤੇ ਕਿਰਪਾਨ ਵਾਲੇ ਨੂੰ ਆਪਣੀ ਸਰਕਾਰ ਦਾ ਵਿਰੋਧੀ ਸਮਝਦੇ ਸਨ, ਤੇ ਜਿੱਥੇ ਜਿੱਥੇ ਵੀ ਅੰਗਰੇਜ਼ਾਂ ਦਾ ਜ਼ੋਰ ਚੱਲਦਾ ਸੀ ਉਹ ਇਹਨਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਜਾਂ ਤਾਂ ਪਾਬੰਦੀ ਜਾਂ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਸਨ। ਪੰਥਕ ਪਿਆਰ ਤੇ ਪੰਥਕ ਪੁਸ਼ਟੀ ਜੋ ਇਸ ਗੱਲ ਤੋਂ ਸਾਬਤ ਹੋ ਰਹੀ ਸੀ ਕਿ ਉਹ ਪੂਰਨ ਤੌਰ ਦੇ ਉੱਤੇ ਪੰਥ ਦੇ ਨਾਲ ਖੜੇ ਸਨ, ਇਹ ਸਭ ਕੁਝ ਜੋ ਸੀ ਅੰਗਰੇਜ਼ ਸਰਕਾਰ ਨੂੰ ਰੜਕਦਾ ਰਿਹਾ। ਮਹਾਰਾਜੇ ਦੀ ਰਾਜਗੱਦੀ ਤੇ ਹੋਣਾ ਉਹਨਾਂ ਨੂੰ ਚੁਭਦਾ ਸੀ ਅਤੇ ਲਾਉਣ ਦੇ ਵਾਸਤੇ ਅੰਗਰੇਜ਼ ਸਰਕਾਰ ਜੋ ਸੀ ਉਹ ਪੂਰਨ ਤੌਰ ਦੇ ਉੱਤੇ ਤਰਲੋ ਮੱਛੀ ਸੀ। ਇਹਨਾਂ ਦਿਨਾਂ ਦੇ ਵਿੱਚ ਹੀ ਨਾਭਾ ਰਿਆਸਤ ਤੇ ਪਟਿਆਲਾ ਰਿਆਸਤ ਦੇ ਵਿੱਚ ਆਪਸੀ ਝਗੜਾ ਜੋ ਸੀ ਉਹ ਪੈਦਾ ਹੋ ਗਿਆ। ਇਸ ਤੋਂ ਪਹਿਲਾਂ ਵੀ ਇਹਨਾਂ ਰਿਆਸਤਾਂ ਦੇ ਅੰਦਰ ਆਪਸੀ ਝਗੜੇ ਹੁੰਦੇ ਰਹੇ, ਜਾਂ ਤਾਂ ਆਪ ਮਿਲ ਬੈਠ ਕੇ ਜਾਂ ਕਿਸੇ ਤੀਜੀ ਧਿਰ ਨੂੰ ਵਿੱਚ ਬਿਠਾ ਕੇ ਇਹ ਮਸਲੇ ਹੱਲ ਹੋ ਜਾਂਦੇ ਸਨ। ਪਰ ਇਸ ਵਾਰ ਅੰਗਰੇਜ਼ ਸਰਕਾਰ ਨੂੰ ਇੱਕ ਮੌਕਾ ਮਿਲ ਗਿਆ ਸੀ। ਇਹਨਾਂ ਵਿੱਚ ਝਗੜੇ ਜੋ ਸਨ ਉਹ ਪਹਿਲਾਂ ਤਾਂ ਮਿਟਾ ਦਿੱਤੇ ਜਾਂਦੇ ਸਨ, ਪਰ ਇਸ ਵਾਰ ਜੋ ਸੀ ਭਾਰਤ ਸਰਕਾਰ, ਖਾਸ ਕਰਕੇ ਅੰਗਰੇਜ਼ ਜੋ ਸਨ, ਉਹ ਇਹ ਚਾਹੁੰਦੇ ਸਨ ਕਿ ਇਸ ਮਸਲੇ ਦੇ ਨੂੰ ਸਾਹਮਣੇ ਰੱਖ ਕੇ ਹੀ ਇਸ ਮਹਾਰਾਜੇ ਨੂੰ ਰਾਜਗੱਦੀ ਤੋਂ ਉਤਾਰ ਲਿਆ ਜਾਵੇ। ਇਸ ਵਾਰ ਹਾਲਾਤ ਜੋ ਸਨ ਕੁਝ ਹੋਰ ਬਣ ਗਏ। ਭਾਰਤ ਸਰਕਾਰ ਇਸ ਵਿੱਚ ਪੈ ਕੇ ਨਾਭਾ ਰਾਜ ਨੂੰ ਸੱਟ ਮਾਰਨਾ ਚਾਹੁੰਦੀ ਸੀ। ਪੋਲੀਟੀਕਲ ਵਿਭਾਗ ਨੇ ਇਹੋ ਜਿਹੀ ਗੋਂਦ-ਗੁੰਦੀ ਕਿ ਦੋਵਾਂ ਰਿਆਸਤਾਂ ਪਾਸੋਂ ਫੈਸਲਾ ਕਰਨ ਦੇ ਅਧਿਕਾਰ ਲੈ ਲਏ ਕਿ ਜੇ ਕਿਤੇ ਦੋਵੇਂ ਰਿਆਸਤਾਂ ਜੋ ਨੇ ਇਹਨਾਂ ਦਾ ਅਸੀਂ ਫੈਸਲਾ ਕਰਵਾ ਲਾਂਗੇ। ਤੇ ਮਹਾਰਾਜਾ ਜੋ ਨਾਭਾ ਸਨ, ਇਹ ਅੰਗਰੇਜ਼ਾਂ ਦੀ ਇਸ ਚਾਲ ਨੂੰ ਨਾ ਸਮਝਦੇ ਹੋਏ ਫੈਸਲੇ ਨੂੰ ਅੰਗਰੇਜ਼ ਸਰਕਾਰ ਤੇ ਛੱਡ ਦੇਣ ਦੀ ਗਲਤੀ ਕਰ ਬੈਠੇ, ਤੇ ਰਾਜ ਭਾਗ ਲਈ ਉਹਨਾਂ ਦੇ ਵਾਸਤੇ ਮੌਤ ਦੀ ਘੰਟੀ ਸਾਬਤ ਹੋਈ ਜਦੋਂ ਇਹਨਾਂ ਨੇ ਸਾਲਸੀ ਜੋ ਸੀ ਉਹ ਮੰਨ ਲਈ ਕਿ ਅਸੀਂ ਜੋ ਫੈਸਲਾ ਕੀਤਾ ਜਾਵੇਗਾ ਉਹ ਦੋਵਾਂ ਨੂੰ ਧਿਰਾਂ ਨੂੰ ਮਨਜ਼ੂਰ ਹੋਵੇਗਾ, ਮੈਨੂੰ ਵੀ ਮਨਜ਼ੂਰ ਹੋਵੇਗਾ। ਖਾਲਸਾ ਰਾਜ ਦੇ ਅੰਤ ਕਰਨ ਵਾਲੀ ਸਾਰੀ ਖੇਡ ਜੋ ਸੀ ਅੰਗਰੇਜ਼ਾਂ ਵੱਲੋਂ ਇੱਥੇ ਵੀ ਖੇਡੀ ਗਈ। ਮਹਾਰਾਜੇ ਨੂੰ ਆਪਣੇ ਸਾਲਸੀ ਫੈਸਲਾ ਦੇਣ ਦਾ ਝਾਂਸਾ ਦੇ ਕੇ ਉਸਦੇ ਪਹਿਲਾਂ ਵਜ਼ੀਰਾਂ ਨੂੰ, ਹੋਰ ਜੋ ਆਫੀਸਰ ਸਨ ਉਹਨਾਂ ਨੂੰ ਜੋ ਸੀ ਉਹਨਾਂ ਦੇ ਕੋਲੋਂ ਵਿਸ਼ਵਾਸਘਾਤ ਜੋ ਹੈ ਕਰਵਾਇਆ ਗਿਆ। ਉਸੇ ਦਾ ਦਬਾਅ ਬਣਾ ਕੇ ਮਹਾਰਾਜੇ ਨੂੰ ਰਾਜ ਭਾਗ ਤੋਂ ਲਾਂਭੇ ਕੀਤਾ ਗਿਆ। ਉਸ ਦਾ ਦਿਮਾਗੀ ਤਵਾਜ਼ਨ ਜੋ ਸੀ ਉਹ ਵਿਗਾੜਨ ਦੇ ਵਾਸਤੇ ਅਤੇ ਵਿਲ ਪਾਵਰ ਨੂੰ ਕਮਜ਼ੋਰ ਕਰਨ ਦੇ ਵਾਸਤੇ ਕੁਝ ਦਵਾਈਆਂ ਦਿੱਤੀਆਂ ਗਈਆਂ, ਜਿਸ ਕਾਰਨ ਉਹ ਆਪਣੇ ਆਪ ਤੇ ਕੰਟਰੋਲ ਨਾ ਰੱਖ ਸਕਿਆ ਤੇ ਉਸਨੇ ਗੱਦੀ ਤੋਂ ਲਾਏ ਜਾਣ ਪਿੱਛੋਂ 14 ਦਸੰਬਰ 1923 ਨੂੰ ਗਵਰਨਰ ਜਨਰਲ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਸਾਫ਼ ਤੌਰ ਦੇ ਉੱਤੇ ਇਹ ਗੱਲ ਲਿਖੀ ਸੀ ਕਿ ਇਸ ਸਾਲ ਦੇ ਸ਼ੁਰੂ ਵਿੱਚ ਜਦੋਂ ਮੈਂ ਦਿੱਲੀ ਠਹਿਰਿਆ ਸੀ ਉਸ ਵੇਲੇ ਮੈਨੂੰ ਕੁਝ ਦਵਾਈਆਂ ਐਸੀਆਂ ਦਿੱਤੀਆਂ ਗਈਆਂ ਜਿਹਦੇ ਨਾਲ ਮੇਰਾ ਦਿਮਾਗੀ ਸੰਤੁਲਨ ਜੋ ਸੀ ਉਹ ਕਮਜ਼ੋਰ ਹੋ ਗਿਆ, ਮੇਰੀ ਵਿਲ ਪਾਵਰ ਕਮਜ਼ੋਰ ਹੋ ਗਈ। ਨਾਲ ਦੇ ਅਫਸਰਾਂ ਨੇ ਤੇ ਏਜੰਟ ਨੇ ਦਬਾਅ ਪਾ ਕੇ ਰਿਆਸਤ ਵਿੱਚ ਭਾਰਤ ਸਰਕਾਰ ਦੇ ਵਧੇਰੇ ਦਖਲ ਨੂੰ ਪ੍ਰਵਾਨ ਕਰ ਲੈਣ ਦੇ ਵਾਸਤੇ ਮੇਰੇ ਕੋਲੋਂ ਕਾਗਜ਼ਾਂ ਦੇ ਉੱਤੇ ਦਸਤਖਤ ਕਰਵਾ ਲਏ ਅਤੇ ਮੈਨੂੰ ਇਸ ਗੱਲ ਤੇ ਦਬਾਅ ਪਾਇਆ ਕਿ ਮੈਨੂੰ ਰਿਆਸਤ ਉਹਨਾਂ ਨੂੰ ਸੌਂਪ ਦੇਣੀ ਚਾਹੀਦੀ ਹੈ। ਇਹ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ 7 ਜੂਨ ਨੂੰ ਮੇਰੇ 2 ਵਜ਼ੀਰ ਰਾਓ ਅਤੇ ਸੇਨ ਜੋ ਸਨ ਗਵਰਨਰ ਦੇ ਏਜੰਟ ਨੂੰ ਮਿਲੇ ਤੇ ਮੈਨੂੰ ਦੱਸਿਆ ਕਿ ਏਜੰਟ ਇਸ ਗੱਲ ਤੇ ਵਜਿਦ ਸੀ ਕਿ ਰਿਆਸਤ ਅੰਗਰੇਜ਼ ਸਰਕਾਰ ਦੇ ਹਵਾਲੇ ਕਰ ਦੇਣੀ ਚਾਹੀਦੀ ਹੈ, ਜੋ ਇਸ ਵਾਸਤੇ ਇੱਕ ਸਿਵਲੀਅਨ ਅਫਸਰ ਨਿਯੁਕਤ ਕਰ ਦੇਣਗੇ। ਧਮਕੀ ਦੇ ਕੇ 9 ਜੂਨ ਤੱਕ ਜੇ ਕਿਤੇ ਕੋਈ ਸਮਝੌਤਾ ਨਾ ਕੀਤਾ ਗਿਆ, ਇਹ ਜੋ ਸੀ ਧਮਕੀ ਉਹਨਾਂ ਦੋਵਾਂ ਵੱਲੋਂ ਦਿੱਤੀ ਗਈ ਕਿ ਏਜੰਟ ਇਹ ਗੱਲ ਕਹਿ ਰਿਹਾ ਹੈ ਕਿ ਜੇ ਕਿਤੇ 9 ਜੂਨ ਤੱਕ ਕੋਈ ਸਮਝੌਤਾ ਨਾ ਹੋਇਆ ਤਾਂ ਤਿਆਗ ਪੱਤਰ ਵੀ ਨਹੀਂ ਲਿਆ, ਅਗਰ ਫਿਰ ਤਿਆਗ ਪੱਤਰ ਵੀ ਨਹੀਂ ਲਿਆ ਜਾਵੇਗਾ, ਗਦੀਓਂ ਲਾ ਕੇ ਮੇਰੇ ਵਿਰੁੱਧ ਜੋ ਹੈ ਇਲਜ਼ਾਮਾਂ ਦਾ ਮੁਕੱਦਮਾ ਜੋ ਹੈ, ਜੋ ਇਲਜ਼ਾਮ ਲੱਗੇ ਨੇ ਉਹਦੇ ਉੱਤੇ ਮੁਕੱਦਮਾ ਚਲਾਇਆ ਜਾਵੇਗਾ ਤੇ ਜੇਲ੍ਹ ਵੀ ਹੋ ਸਕਦੀ ਹੈ। ਇਸ ਤਰ੍ਹਾਂ ਵਾਇਸਰਾਏ ਸਾਹਿਬ ਦਾ ਨਾਮ ਵਰਤ ਕੇ ਮੇਰੇ ਪਾਸੋਂ ਤਿਆਗ ਪੱਤਰ ਤੇ ਦਸਤਖਤ ਕੀਤੇ ਗਏ। ਅਗਲੇ ਦਿਨ ਮੈਨੂੰ ਸਾਰੀ ਨਿੱਜੀ ਜਾਇਦਾਦ ਤੋਂ ਵਿਹਲਿਆਂ ਕਰਨ ਦੇ ਕਾਗਜ਼ਾਤ ਜੋ ਸਨ ਉਹਨਾਂ ਦੇ ਉੱਤੇ ਵੀ ਦਸਤਖਤ ਜੋ ਸਨ ਉਹ ਕਰਵਾ ਲਏ ਗਏ। ਉਹਨਾਂ ਮੁਤਾਬਕ 8 ਜੂਨ ਨੂੰ ਬਿਨਾਂ ਮੈਨੂੰ ਖਬਰ ਕੀਤੇ ਏਜੰਟ ਕਰਨਲ ਮਿੰਚਰ ਜੋ ਸੀ ਫੌਜੀ ਦਸਤੇ ਸਹਿਤ ਉਹਨਾਂ ਦੇ ਮਹਿਲ ਦੇ ਵਿੱਚ ਆਇਆ। ਪਹਿਰੇਦਾਰਾਂ ਨੂੰ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕਿਆ ਨਾ, ਤੇ ਉਹ ਕਹਿੰਦੇ ਨੇ ਕਿ ਮੇਰੇ ਮਹਿਲ ਨੂੰ ਘੇਰੇ ਵਿੱਚ ਲੈ ਕੇ ਮੈਨੂੰ ਆਪਣੀ ਰਿਆਸਤ ਰਾਜਧਾਨੀ 'ਚ ਹੀ ਕੈਦੀ ਵਾਲਾ ਮੇਰੇ ਨਾਲ ਸਲੂਕ ਕੀਤਾ ਗਿਆ ਤੇ ਅਗਲੇ ਕੁਝ ਘੰਟਿਆਂ ਵਿੱਚ ਹੀ ਮੈਨੂੰ ਰਿਆਸਤ ਦੇ ਵਿੱਚੋਂ ਕੱਢ ਦਿੱਤਾ ਗਿਆ, ਮੈਨੂੰ ਗੱਦੀ ਤੋਂ ਲਾ ਦਿੱਤਾ ਗਿਆ। ਜਦੋਂ ਇਸ ਗੱਲ ਦਾ ਪਤਾ ਜੋ ਸੀ ਉਹ ਗੱਲ ਫੈਲ ਗਈ ਹਰ ਪਾਸੇ, ਤਾਂ ਇਹ ਕੁਦਰਤੀ ਤੌਰ ਦੇ ਉੱਤੇ ਸੀ ਕਿ ਮਹਾਰਾਜਾ ਟਿੱਕਾ ਰਿਪੁਦਮਨ ਸਿੰਘ ਜੋ ਸਨ ਉਹ ਸਿੱਖ ਸੰਗਤਾਂ ਦੇ ਅੰਦਰ, ਪੰਥਕ ਹਲਕਿਆਂ ਦੇ ਅੰਦਰ ਉਹਨਾਂ ਦੀ ਬਹੁਤ ਵੱਡਾ ਮਾਣ ਤੇ ਸਤਿਕਾਰ ਸੀ ਅਤੇ ਲੋਕੀ ਉਹਨਾਂ ਦੇ ਨਾਲ ਪਿਆਰ ਕਰਦੇ ਸਨ ਤੇ ਰਿਆਸਤ ਦੇ ਲੋਕਾਂ ਦਾ ਵੀ ਪਿਆਰ ਹੋਣ ਦੇ ਨਾਤੇ ਜਿਵੇਂ ਹੀ ਇਹ ਗੱਲ ਹੋਈ, ਇਹ ਘਟਨਾ ਵਾਪਰੀ ਤੇ ਉਹਨਾਂ ਦੇ ਹਰਮਨ ਪਿਆਰੇ ਹੋਣ ਦੇ ਨਾਤੇ, ਪੰਥਕ ਹਲਕਿਆਂ ਦੇ ਵਿੱਚ ਉਹਨਾਂ ਦਾ ਸਤਿਕਾਰ ਹੋਣ ਦੇ ਨਾਤੇ ਜਨਤਾ ਦੇ ਹੱਕਾਂ ਲਈ ਉਹ ਜਾਣੇ ਜਾਂਦੇ ਸਨ। ਰਾਜਸੀ ਪਾਰਟੀਆਂ ਵੀ ਉਹਨਾਂ ਦੇ ਹੱਕ ਵਿੱਚ ਹਮਦਰਦ ਸਨ।
ਪੰਥਕ ਜਜ਼ਬੇ ਵਾਲੇ ਗੁਰਸਿੱਖਾਂ ਵਿੱਚ ਵੀ ਚੰਗੀ ਸਾਖ ਸੀ। ਭਾਵੇਂ ਇਹ ਮਸਲਾ ਭਾਰਤ ਸਰਕਾਰ ਦਾ ਤੇ ਮਹਾਰਾਜਾ ਦਾ ਨਿੱਜੀ ਮਸਲਾ ਸੀ, ਪਰ ਉਸ ਵੇਲੇ ਮਹਾਰਾਜੇ ਦੀ ਜੋ ਸ਼ਖਸੀਅਤ ਸੀ ਉਹ ਪੰਥਕ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆ ਚੁੱਕੀ ਸੀ ਤੇ ਇਸ ਕਾਰੇ ਦਾ ਰੋਸ ਜੋ ਸੀ ਹਰ ਇੱਕ ਦੇ ਮਨ ਵਿੱਚ ਸੀ। 5 ਅਗਸਤ 1923 ਨੂੰ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਹੋਈ। ਮਹਾਰਾਜੇ ਦੇ ਨਾਲ ਹਮਦਰਦੀ ਦਾ ਜੋ ਮਤਾ ਸੀ ਉਹ ਪਾਸ ਕੀਤਾ ਗਿਆ ਤੇ ਫੈਸਲਾ ਲਿਆ ਗਿਆ ਕਿ 9 ਸਤੰਬਰ ਨੂੰ ਹਰ ਥਾਂ ਦੇ ਉੱਤੇ ਨਾਭਾ ਡੇ ਜੋ ਹੈ ਮਨਾਇਆ ਜਾਵੇਗਾ। ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਸ ਦਿਨ ਥਾਂ ਥਾਂ ਜਲੂਸ, ਦੀਵਾਨ, ਮਤੇ ਪਾਸ ਕੀਤੇ ਜਾਣ। ਮਹਾਰਾਜੇ ਨਾਲ ਹੋਈ ਬੇਇਨਸਾਫੀ ਨੂੰ ਦੂਰ ਕਰਾਉਣ ਦੇ ਲਈ ਅਰਦਾਸੇ ਜੋ ਹਨ ਉਹ ਸੋਧੇ ਜਾਣ। ਹਰ ਪਾਸੇ ਜੋ ਸੀ ਉਹ ਇਸ ਗੱਲ ਦੀ ਚਰਚਾ ਸੀ ਕਿ ਮਹਾਰਾਜੇ ਦੇ ਨਾਲ ਬਹੁਤ ਵੱਡਾ ਧਰੋਹ ਇਸ ਕਰਕੇ ਕੀਤਾ ਗਿਆ ਕਿਉਂਕਿ ਉਹ ਪੰਥਕ ਜਜ਼ਬਾਤ ਵਾਲੇ ਸਨ ਅਤੇ ਹੁਣ ਇਸ ਵੇਲੇ ਪੰਥ ਨੂੰ ਉਹਨਾਂ ਦਾ ਸਾਥ ਜੋ ਹੈ ਦੇਣਾ ਚਾਹੀਦਾ ਹੈ। 25, 26 ਅਤੇ 27 ਅਗਸਤ ਨੂੰ ਇਲਾਕੇ ਦੀਆਂ ਸੰਗਤਾਂ ਜੋ ਸਨ ਉਹ ਗੰਗਸਰ ਜੈਤੋ ਦੇ ਵਿੱਚ ਇਕੱਤਰ ਹੋਈਆਂ। ਉੱਥੇ ਇੱਕ ਦੀਵਾਨ ਸਜਾਇਆ ਗਿਆ ਅਤੇ ਮਹਾਰਾਜੇ ਦੀ ਬਹਾਲੀ ਲਈ ਮਤੇ ਜੋ ਸਨ ਪਾਸ ਕੀਤੇ ਗਏ। 27 ਅਗਸਤ ਨੂੰ ਭਰੇ ਦੀਵਾਨ ਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਚੋਂ ਜਦੋਂ ਸੰਗਤ ਬੈਠੀ ਹੋਈ ਸੀ, ਭਾਈ ਇੰਦਰ ਸਿੰਘ ਜੀ ਨੂੰ ਤੇ ਕੁਝ ਹੋਰ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਗਤਾਂ ਨੇ ਰੋਸ ਮਨਾਇਆ ਤੇ ਫੈਸਲਾ ਲਿਆ ਕਿ ਪਹਿਲਾਂ ਇਹ ਪ੍ਰੋਗਰਾਮ 27 ਅਗਸਤ ਤੱਕ ਹੀ ਸੀ ਤੇ ਹੁਣ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਜੋ ਹੈ ਸਾਡੇ ਧਾਰਮਿਕ ਕੰਮਾਂ ਦੇ ਅੰਦਰ ਦਖਲ ਅੰਦਾਜ਼ੀ ਨੂੰ ਬੰਦ ਨਹੀਂ ਕਰਦੀ। 9 ਸਤੰਬਰ ਨੂੰ ਪੰਜਾਬ ਭਰ ਅਤੇ ਸਿੱਖ ਰਿਆਸਤਾਂ ਦੇ ਲਗਭਗ ਸਾਰੀਆਂ ਰਿਆਸਤਾਂ ਦੇ ਵਿੱਚ ਜਲੂਸ ਕੱਢੇ ਗਏ, ਦੀਵਾਨ ਸਜਾ ਕੇ ਮਤੇ ਅਤੇ ਅਰਦਾਸੇ ਸੋਧੇ ਗਏ। ਜੈਤੋ ਮੰਡੀ ਦੇ ਵਿੱਚ ਵੀ ਗੁਰਦੁਆਰਾ ਗੰਗਸਰ ਵਿਖੇ ਦੀਵਾਨ ਸਜਿਆ ਅਤੇ ਅਖੰਡ ਪਾਠਾਂ ਦਾ ਜੋ ਆਰੰਭ ਕਰ ਦਿੱਤਾ ਗਿਆ। ਜਲੂਸ ਜੋ ਸੀ ਉਹ ਜੈਤੋ ਮੰਡੀ ਦੇ ਵਿੱਚ ਭਰਪੂਰ ਜੋਸ਼ ਦੇ ਨਾਲ ਕੱਢਿਆ ਗਿਆ। ਇਸ ਸਮੇਂ ਜੋ ਸੀ ਨਾਭਾ ਰਿਆਸਤ ਦਾ ਜੋ ਪ੍ਰਬੰਧ ਸੀ ਉਹ ਅੰਗਰੇਜ਼ ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ। ਜਾਨਸਟਨ ਜੋ ਸੀ, ਵਿਲੀਅਮ ਜਾਨਸਟਨ, ਉਹ ਦੇਖ ਰਿਹਾ ਸੀ ਤੇ ਮਹਾਰਾਜਾ ਰਿਪਦਮਨ ਸਿੰਘ ਸੰਬੰਧੀ ਵਿਚਾਰ, ਤਕਰੀਰ ਜਾਂ ਮਤਾ ਪਾਸ ਕਰਨ ਦੀ ਆਗਿਆ ਬਿਲਕੁਲ ਨਹੀਂ ਸੀ। ਕੋਈ ਆਦਮੀ ਜੋ ਸੀ ਉਹਦੇ ਹੱਕ ਦੇ ਵਿੱਚ ਆਵਾਜ਼ ਤੱਕ ਜੋ ਸੀ ਨਹੀਂ ਸੀ ਬੁਲੰਦ ਕਰ ਸਕਦਾ। 9 ਸਤੰਬਰ ਵਾਲੇ ਜਲੂਸ ਸ਼ਾਮਲ ਅਕਾਲੀ ਜੋ ਸਨ ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਸਨ। ਕਿਸੇ ਵੀ ਧਾਰਮਿਕ ਰੋਹ ਰੀਤੀ 'ਚ ਦਖਲ ਨਹੀਂ ਸੀ ਦਿੱਤਾ ਗਿਆ। 14 ਸਤੰਬਰ ਨੂੰ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਸੰਗਤਾਂ ਦੀਵਾਨ 'ਚ ਬੈਠੀਆਂ, ਪਾਠ ਜੋ ਸਨ ਉਹ ਸਰਵਣ ਕਰ ਰਹੀਆਂ ਸਨ ਤਾਂ ਬਾਵਰਦੀ ਸਿਪਾਹੀਆਂ ਦਾ ਇੱਕ ਦਸਤਾ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ। ਪਾਠ ਸੁਣ ਰਹੀਆਂ ਸੰਗਤਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਬੇ ਬੈਠ ਕੇ ਪਾਠ ਕਰ ਰਹੇ ਜੋ ਗ੍ਰੰਥੀ ਸਿੰਘ ਸੀ ਉਸ ਨੂੰ ਜ਼ਬਰਦਸਤੀ ਉਠਾ ਕੇ ਘਸੀਟ ਕੇ ਲੈ ਗਏ ਅਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਚੱਲ ਰਿਹਾ ਸੀ ਉਸ ਨੂੰ ਖੰਡਿਤ ਕਰ ਦਿੱਤਾ ਗਿਆ। ਸਿੱਖਾਂ ਲਈ ਪਾਠ ਖੰਡਿਤ ਹੋਣਾ ਸਿੱਖੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਵੱਡੀ ਤੋਹੀਨ ਸੀ। ਚਰਚਾ ਜੋ ਸੀ ਉਹ ਜੰਗਲ ਦੇ ਅੱਗ ਵਾਂਗ ਹਰ ਪਾਸੇ ਫੈਲ ਗਈ। ਸਿੱਖਾਂ ਅੰਦਰ ਰੋਹ, ਜੋਸ਼ ਅਤੇ ਸੋਗ ਜੋ ਸੀ ਉਹ ਉਸ ਦਾ ਰੋਹ ਜੋ ਸੀ ਉਹ ਭੜਕ ਉੱਠਿਆ। ਹੁਣ ਇਹ ਮਸਲਾ ਮਹਾਰਾਜਾ ਰਿਪਦਮਨ ਸਿੰਘ ਅਤੇ ਸਰਕਾਰ ਦਾ ਰਾਜਨੀਤਿਕ ਮਸਲਾ ਨਹੀਂ ਸੀ ਰਹਿ ਗਿਆ, ਜਿਸ ਨੂੰ ਸਰਕਾਰ ਸਿਰਫ ਰਾਜਨੀਤਿਕ ਦੱਸ ਕੇ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਮਦਰਦੀ, ਖਾਮਖਾਹ ਦੀ ਦਖਲ ਅੰਦਾਜ਼ੀ ਦੱਸ ਰਹੀ ਸੀ। ਹੁਣ ਇਹ ਮਸਲਾ ਨਿਰੋਲ ਧਾਰਮਿਕ ਮਸਲਾ ਬਣ ਗਿਆ ਸੀ। ਇਸ ਨੂੰ ਸਿੱਖਾਂ ਦੇ ਗੁਰਦੁਆਰੇ ਅੰਦਰ ਆਜ਼ਾਦਾਨਾ ਜੁੜਨ, ਅਖੰਡ ਪਾਠ ਸਾਹਿਬ ਵਿੱਚ ਰੁਕਾਵਟ ਪਾਉਣ ਦਾ ਸਵਾਲ ਸਮਝ ਲਿਆ ਗਿਆ ਸੀ। ਸਾਰਾ ਸਿੱਖ ਜਗਤ ਇੱਕ ਮੁੱਠ ਇਸ ਵਿਰੁੱਧ ਖੜਾ ਸੀ ਅਤੇ ਨਾਭੇ ਦੀ ਅੰਗਰੇਜ਼ ਸਰਕਾਰ ਨੇ ਸਿੱਖਾਂ ਨੂੰ ਇਸ ਮੋਰਚੇ ਲਈ ਖੜਾ ਕਰ ਦਿੱਤਾ ਸੀ। ਮੋਰਚੇ ਦਾ ਮਸਲਾ ਖੰਡਿਤ ਪਾਠ ਨੂੰ ਅਖੰਡ ਰੂਪ ਵਿੱਚ ਚਾਲੂ ਕਰਨਾ, ਜਿਸ ਲਈ ਇੱਥੇ 100 ਅਖੰਡ ਪਾਠਾਂ ਦੀ ਲਗਾਤਾਰ ਕੀਤੇ ਜਾਣ ਦਾ ਫੈਸਲਾ ਕਰਕੇ 25 ਸਿੰਘਾਂ ਦਾ ਜਥਿਆਂ ਨੂੰ ਜੋ ਸੀ ਉਹ ਗੰਗਸਰ ਗੁਰਦੁਆਰਾ ਸਾਹਿਬ ਜੈਤੋ ਭੇਜਣਾ ਜੋ ਸੀ ਉਹ ਆਰੰਭ ਕੀਤਾ ਗਿਆ। ਅਜਿਹਾ ਜਥਾ 15 ਸਤੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਪੈਦਲ ਰਵਾਨਾ ਹੋਇਆ। ਇਸ ਜਥੇ ਨੇ ਮਨ, ਬਚਨ, ਕਰਮ ਕਰਕੇ ਨਾਨ ਵਾਇਲੈਂਟ ਟ੍ਰੈਂਡ ਦਾ ਅਤੇ ਮੁਕਾਬਲਾ ਨਾ ਕਰਨ ਦਾ ਪ੍ਰਣ ਪਹਿਲਾਂ ਲੈ ਲਿਆ। ਇਸ ਦਾ ਮੁੱਖ ਨਿਸ਼ਾਨਾ ਗੁਰਦੁਆਰਾ ਸਾਹਿਬ ਅੰਦਰ ਖੰਡਿਤ ਪਾਠ ਮੁੜ ਆਰੰਭ ਕਰਨਾ, ਆਜ਼ਾਦਾਨਾ ਤੌਰ ਤੇ ਗੁਰਦੁਆਰਾ ਸਾਹਿਬ ਦੀ ਵਿੱਚ ਸੰਗਤ ਰੂਪ ਵਿੱਚ ਜੁੜ ਕੇ ਗੁਰਮਤ ਮਰਿਆਦਾ ਅਨੁਸਾਰ ਪਾਠ ਸ਼ੁਰੂ ਕਰਨਾ। ਅਜਿਹਾ ਕਰਦਿਆਂ ਸਰਕਾਰੀ ਕਰਮਚਾਰੀਆਂ ਦਾ ਹਰ ਕਿਸਮ ਦਾ ਤਸ਼ੱਦਦ ਸਬਰ ਦੇ ਨਾਲ ਸਹਿਣਾ ਸੀ। ਜਥਾ ਪੈਦਲ ਚੱਲਦਾ ਹੋਇਆ ਨਿਯਤ ਦਿਨ ਗੰਗਸਰ ਜੈਤੋ ਪੁੱਜਿਆ। ਗੁਰਦੁਆਰੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਇਸ ਜਥੇ ਨੂੰ ਗ੍ਰਿਫਤਾਰ ਕਰ ਲਿਆ ਗਿਆ। 25 ਸਿੰਘਾਂ ਦਾ ਜਥਾ ਹਰ ਰੋਜ਼ ਜਾਂਦਾ, ਗ੍ਰਿਫਤਾਰ ਹੋ ਜਾਂਦਾ। ਜਥੇ ਨੂੰ 2-2, 3-3 ਦਿਨ ਭੁੱਖਿਆ ਰੱਖਿਆ ਜਾਂਦਾ। ਕੁੱਝਾਂ ਨਾਲ ਮਾਰਕੁੱਟ, ਤਸੀਹੇ ਵੀ ਦਿੱਤੇ ਜਾਂਦੇ। ਫਿਰ ਨਾਭਾ ਬੀੜ 'ਚ ਲਿਜਾਇਆ ਜਾਂਦਾ ਜਾਂ ਰਿਵਾੜੀ ਤੋਂ ਅੱਗੇ ਬਾਵਲ ਲਿਜਾ ਕੇ ਬਿਨਾਂ ਖਰਚ ਖੁਰਾਕ ਦੇ ਛੱਡ ਦਿੱਤਾ ਜਾਂਦਾ। 300 ਮੀਲ ਦਾ ਸਫ਼ਰ ਕਰਕੇ ਇਹ ਵਾਪਸ ਅੰਮ੍ਰਿਤਸਰ ਪਹੁੰਚਦੇ ਅਤੇ ਫਿਰ ਗ੍ਰਿਫਤਾਰੀ ਦੇ ਕੇ ਜਥੇ ਨਾਲ ਜੋ ਸਨ ਉਹ ਸ਼ਾਮਲ ਹੋ ਕੇ ਫਿਰ ਜੋ ਸੀ ਇਹ ਗੰਗਸਰ ਜੈਤੋ ਪੁੱਜ ਜਾਂਦੇ। ਇਹ ਉਸ ਵੇਲੇ ਸਿੱਖਾਂ ਦੇ ਅੰਦਰ ਜੋ ਅਥਾਹ ਜੋਸ਼, ਜਜ਼ਬਾ ਅਤੇ ਪਿਆਰ ਸੀ ਪੰਥ ਪ੍ਰਤੀ ਉਹ ਠਾਠਾ ਮਾਰ ਰਿਹਾ ਸੀ। ਇੰਡੀਅਨ ਨੈਸ਼ਨਲ ਕਾਂਗਰਸ ਨੇ ਦਿੱਲੀ 'ਚ ਹੋਏ ਸਮਾਗਮ
ਚ ਮਹਾਰਾਜਾ ਨਾਭਾ ਨਾਲ ਕੀਤੇ ਵਰਤਾਰੇ ਅਤੇ ਨਾਭਾ ਅੰਦਰ ਹੋਈ ਐਜੀਟੇਸ਼ਨ ਤੇ ਵਿਚਾਰ ਚਰਚਾ ਕੀਤੀ, ਹਮਦਰਦੀ ਦਾ ਪ੍ਰਗਟਾਵਾ ਕੀਤਾ, ਸਰਕਾਰ ਦੀ ਨਿੰਦਿਆ ਕੀਤੀ। ਸਮਾਗਮ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ, ਮਿਨਿਸਟਰ ਕੇ ਸਨਾਤਨ ਤੇ ਪ੍ਰਿੰਸੀਪਲ ਗਡਵੇਈ ਜੋ ਸਨ, ਇਹਨਾਂ ਨੇ ਹਾਲਾਤ ਦਾ ਜਾਇਜ਼ਾ ਲੈਣ ਵਾਸਤੇ ਜੈਤੋ ਗਏ। ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਨਾਭਾ ਜੇਲ੍ਹ ਭੇਜ ਦਿੱਤਾ। ਸਾਰੇ ਭਾਰਤ ਵਿੱਚ ਇਹਨਾਂ ਦੀ ਗ੍ਰਿਫਤਾਰੀ ਦੀ ਚਰਚਾ ਹੋਈ ਅਤੇ ਸਮੁੱਚੇ ਭਾਰਤ ਦੀਆਂ ਨਜ਼ਰਾਂ 'ਚ ਜੋ ਸਨ ਉਹ ਜੈਤੋ ਦੇ ਮੋਰਚੇ ਵੱਲ ਆ ਗਈਆਂ। ਭਾਵ ਕਿ ਜੈਤੋ ਦਾ ਮੋਰਚਾ ਪੂਰੇ ਭਾਰਤ ਵਰਸ਼ ਦੇ ਵਿੱਚ ਚਿੰਤਾ ਦਾ ਅਤੇ ਚਰਚਾ ਦਾ ਵਿਸ਼ਾ ਬਣ ਗਿਆ। 24 ਸਤੰਬਰ ਨੂੰ ਮੋਤੀਲਾਲ ਨਹਿਰੂ ਜੋ ਸੀ ਆਪਣੇ ਪਿੱਤਰ ਨੂੰ ਮਿਲਣ ਲਈ ਗਿਆ। ਇਸ ਨੂੰ ਮਿਲਣ ਦੀ ਇਜਾਜ਼ਤ ਨਾ ਦਿੱਤੀ ਗਈ। ਐਡਮਿਨਿਸਟ੍ਰੇਟਰ ਵਿਲੀਅਮ ਜੌਨਸਟਨ ਦੇ ਨਾਲ ਲੰਬੀ ਵਿਚਾਰ ਚਰਚਾ ਕਰਨ ਤੋਂ ਬਾਅਦ ਇਹ ਬਗੈਰ ਮਿਲਣ ਤੋਂ ਹੀ ਉੱਥੋਂ ਵਾਪਸ ਆ ਗਿਆ। 29 ਸਤੰਬਰ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 14 ਸਤੰਬਰ ਨੂੰ ਖੰਡਿਤ ਹੋਏ ਪਾਠ ਦੀ ਕਾਰਵਾਈ ਅਤੇ ਅਕਾਲੀਆਂ ਨਾਲ ਕੀਤੇ ਜਾ ਰਹੇ ਵਰਤਾਓ ਦੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਭਾਰਤ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਸੰਸਕਾਰਾਂ ਅੰਦਰ ਅਜਿਹੇ ਦਖਲ ਨੂੰ ਕਦਾਚਿਤ ਨਾ ਸਹਿਣ ਦਾ ਮਤਾ ਜੋ ਸੀ ਉਹ ਪਾਸ ਕੀਤਾ। ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇ ਸਾਥੀਆਂ ਨੂੰ ਨਾਭਾ ਰਾਜ 'ਚ ਦਾਖਲ ਨਾ ਹੋਣ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਤੇ ਮੁਕੱਦਮਾ ਜੋ ਹੈ ਉਹਨਾਂ ਤੇ ਚਲਾਇਆ ਗਿਆ। ਥੋੜੇ ਚਿਰ ਮਗਰੋਂ ਸਰਕਾਰ ਵਿਰੁੱਧ ਸਾਜ਼ਿਸ਼ ਦਾ ਜੋ ਮੁਕੱਦਮਾ ਸੀ ਉਹ ਵੀ ਚਲਾ ਕੇ ਦੋਵਾਂ ਮੁਕੱਦਮਿਆਂ 'ਚ ਇਹਨਾਂ ਨੂੰ 2.5 ਸਾਲ ਦੀ ਕੈਦ ਸੁਣਾਈ ਗਈ। ਪਰੰਤੂ ਉਸੇ ਸ਼ਾਮ ਨੂੰ ਉਹਨਾਂ ਨੂੰ ਐਡਮਿਨਿਸਟ੍ਰੇਟਰ ਸਾਹਿਬ ਦਾ ਹੁਕਮ ਸੁਣਾਇਆ ਗਿਆ ਕਿ ਉਹਨਾਂ ਦੀ ਕੈਦ ਦੀ ਸਜ਼ਾ ਮੁਲਤਵੀ ਕੀਤੀ ਗਈ। ਉਹਨਾਂ ਨੂੰ ਨਾਭਾ ਸਟੇਸ਼ਨ ਲਿਜਾ ਕੇ ਛੱਡ ਦਿੱਤਾ ਗਿਆ। ਇੱਕ ਹੋਰ ਸਰੋਤ ਅਨੁਸਾਰ ਪੰਡਿਤ ਨਹਿਰੂ ਤੇ ਜੋ ਸਨਾਤਨ ਸਨ, ਇਹਨਾਂ ਦੋਵਾਂ ਨੇ ਮੁੜ ਕੇ ਨਾਭੇ ਨਾ ਆਉਣ ਦੀ ਜੋ ਸੀ ਵਚਨਬੱਧਤਾ ਦੁਹਰਾਈ ਅਤੇ ਇਹਨਾਂ ਨੂੰ ਛੱਡਿਆ ਗਿਆ। ਭਾਰਤ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਦਖਲ ਨੂੰ ਨਾਜਾਇਜ਼ ਅਤੇ ਸਰਕਾਰੀ ਨੀਤੀ ਲਈ ਵਿਘਨਕਾਰੀ ਜੋ ਸੀ ਉਹ ਐਲਾਨਣਾ ਸ਼ੁਰੂ ਕਰ ਦਿੱਤਾ। 13 ਅਕਤੂਬਰ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੂੰ ਕਾਨੂੰਨ ਦੇ ਖਿਲਾਫ ਜੋ ਜਮਾਤਾਂ ਸਨ ਉਹ ਕਰਾਰ ਦੇ ਦਿੱਤਾ ਗਿਆ। ਕਮੇਟੀ ਦੇ ਮੈਂਬਰਾਂ, ਸਟਾਫ, ਵੱਡੇ ਮੁਲਾਜ਼ਮ, ਅਕਾਲੀ ਦਲ ਦੇ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਹਿਤਾਬ ਸਿੰਘ, ਤੇਜਾ ਸਿੰਘ ਸਮੁੰਦਰੀ ਮੀਤ ਪ੍ਰਧਾਨ, ਜਥੇਦਾਰ ਅਕਾਲ ਤਖਤ ਤੇਜਾ ਸਿੰਘ ਅਕਰਪੁਰੀ, ਭਗਤ ਜਸਵੰਤ ਸਿੰਘ ਜੀ, ਜਨਰਲ ਸਕੱਤਰ ਹਰਕਿਸ਼ਨ ਸਿੰਘ ਬਾਗਜਵਾ, ਪ੍ਰੋਫੈਸਰ ਤੇਜਾ ਸਿੰਘ, ਮਾਸਟਰ ਤਾਰਾ ਸਿੰਘ ਜੀ, ਸਰਦਾਰ ਸਰਮੁਖ ਸਿੰਘ ਪ੍ਰਧਾਨ ਅਕਾਲੀ ਦਲ, ਰਸਾਲਦਾਰ ਸੁੰਦਰ ਸਿੰਘ, ਸੇਵਾ ਸਿੰਘ ਠੀਕਰੀਵਾਲਾ ਅਤੇ ਹੋਰ ਬਹੁਤ ਪਤਵੰਤੇ ਗੁਰਸਿੱਖਾਂ ਨੂੰ ਸਿੱਖ ਕੌਮ ਦੇ ਜੋ ਆਗੂ ਸਨ ਉਹਨਾਂ ਨੂੰ ਪਕੜ ਕੇ ਜੋ ਸੀ ਗ੍ਰਿਫਤਾਰ ਕਰ ਲਿਆ ਗਿਆ, ਜੇਲ੍ਹਾਂ 'ਚ ਭੇਜ ਦਿੱਤਾ ਗਿਆ। ਇਹਨਾਂ ਖਿਲਾਫ 4 ਨਵੰਬਰ 1923 ਨੂੰ ਬਾਦਸ਼ਾਹ ਅਤੇ ਹਿੰਦ ਸਰਕਾਰ ਦੇ ਖਿਲਾਫ ਸਾਜ਼ਿਸ਼ ਦਾ ਜੋ ਦੋਸ਼ ਲਾ ਕੇ ਇਹਨਾਂ ਨੂੰ ਸਪੈਸ਼ਲ ਮੈਜਿਸਟ੍ਰੇਟ PJ ਐਂਡਰਸਨ ਦੀ ਅਦਾਲਤ ਵਿੱਚ ਅੰਮ੍ਰਿਤਸਰ ਮੁਕੱਦਮਾ ਇਹਨਾਂ ਦਾ ਪੇਸ਼ ਕੀਤਾ ਗਿਆ। ਇਹਨਾਂ ਨੂੰ ਲਾਹੌਰ ਕਿਲੇ 'ਚ ਬੰਦ ਕੀਤਾ ਗਿਆ। ਜਨਵਰੀ 1926 ਤੱਕ ਇਹ ਮੁਕੱਦਮਾ ਚੱਲਦਾ ਰਿਹਾ। 13 ਅਕਤੂਬਰ 1923 ਦੀਆਂ ਗ੍ਰਿਫਤਾਰੀਆਂ ਪਿੱਛੋਂ ਵੀ ਇਹ ਮੋਰਚਾ ਜੋ ਸੀ ਨਿਰੰਤਰ ਚੱਲਦਾ ਰਿਹਾ ਅਤੇ ਪੰਜੀ ਸਿੰਘ ਜੋ ਸਨ ਜਥੇ 'ਚ ਜਾਂਦੇ, ਗ੍ਰਿਫਤਾਰ ਹੁੰਦੇ, ਉਹਨਾਂ ਦੇ ਉੱਤੇ ਤਸੀਹੇ ਜੋ ਸਨ ਉਹ ਚੱਲਦੇ ਰਹੇ। ਇਸ ਦੌਰਾਨ ਦੇ ਵਿੱਚ ਸਰਕਾਰ ਨੇ ਸਿੱਖਾਂ ਨੂੰ ਹੋਰ ਉਲਝਾਉਣ ਵਾਸਤੇ ਜੋ ਭਾਈ ਫੇਰੂ ਦਾ ਗੁਰਦੁਆਰਾ ਸਾਹਿਬ ਲਾਹੌਰ ਦਾ ਸੀ ਉਸ ਦਾ ਨਵਾਂ ਮਸਲਾ ਜੋ ਸੀ ਸਰਕਾਰ ਨੇ ਸਿੱਖਾਂ ਦੇ ਸਾਹਮਣੇ ਖੜਾ ਕਰ ਦਿੱਤਾ। ਪਹਿਲਾਂ ਉੱਥੇ ਦੇ ਮਹੰਤ ਕ੍ਰਿਸ਼ਨ ਦਾਸ ਨੇ 21 ਦਸੰਬਰ 1922 ਨੂੰ ਕਮੇਟੀ ਨਾਲ ਸਮਝੌਤਾ ਕੀਤਾ ਸੀ, ਉਹ ਤੋੜ ਦਿੱਤਾ। ਗੁਰਦੁਆਰਾ ਸੰਬੰਧਤ ਜ਼ਮੀਨਾਂ ਕਮੇਟੀ ਹਵਾਲੇ ਕਰ ਦਿੱਤੀਆਂ ਗਈਆਂ ਸਨ। 400 ਰੁਪਇਆ ਮਹੀਨਾ ਤੇ ਮਾਹਵਾਰੀ ਰਸਦ ਲੈਣੀ ਉਹਨੇ ਮੰਨ ਲਈ ਸੀ। ਇੰਤਕਾਲ ਵੀ ਜੋ ਸੀ ਉਹ ਕਮੇਟੀ ਦੇ ਨਾਂ ਹੋ ਗਿਆ ਸੀ, ਪੰਥ ਦੇ ਨਾਂ ਹੋ ਗਿਆ ਸੀ। ਪਰ ਮਹੰਤ ਨੂੰ ਮੁਕਰਵਾ ਕੇ ਮੈਨੇਜਰ ਜਗਤ ਸਿੰਘ ਅਤੇ ਹੋਰ ਮੁਲਾਜ਼ਮਾਂ ਦੇ ਖਿਲਾਫ ਦਾਅਵਾ ਜੋ ਸੀ ਉਹ ਦਾਇਰ ਸਰਕਾਰੀ ਸ਼ਹਿਰ ਦੇ ਉੱਤੇ ਕਰਵਾ ਦਿੱਤਾ ਗਿਆ। 7 ਦਸੰਬਰ 1923 ਨੂੰ ਮੈਨੇਜਰ ਤੇ 11 ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੱਕ ਮਸਲਾ ਪਹਿਲਾਂ ਹੀ ਪੰਥ ਦੇ ਵਿੱਚ ਚੱਲ ਰਿਹਾ ਸੀ ਜਿਹਦੇ ਵਾਸਤੇ ਪੰਥਕ ਧਿਰਾਂ ਜੋ ਸਨ ਸਰਕਾਰ ਨਾਲ ਉਲਝੀਆਂ ਸਨ। ਇੱਕ ਨਵਾਂ ਮਸਲਾ ਜੋ ਸੀ ਉਹ ਤਿਆਰ ਕਰ ਦਿੱਤਾ ਗਿਆ ਤਾਂ ਕਿ ਪੰਥ ਆਪਣੇ ਤੌਰ ਦੇ ਉੱਤੇ ਕਮਜ਼ੋਰ ਰਹੇ, ਇਹਦੀ ਸ਼ਕਤੀ ਨੂੰ ਵੰਡਿਆ ਜਾਵੇ। 2 ਜਨਵਰੀ 1924 ਨੂੰ ਕੁਝ ਅਕਾਲੀ ਸਿੰਘ ਜੋ ਸਨ ਨਵੇਂ ਕਾਸ਼ਤਕਾਰੀ ਨੂੰ ਜ਼ਮੀਨ ਦਾ ਕਬਜ਼ਾ ਦਿਵਾਉਣ ਵਾਸਤੇ ਗਏ। ਉੱਥੇ 34 ਸਿੰਘਾਂ ਦੇ ਉੱਤੇ ਹਮਲਾ ਕਰਕੇ 34 ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 5 ਜਨਵਰੀ 1924 ਤੋਂ ਰੋਜ਼ਾਨਾ 5 ਸਿੰਘ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਜੋ ਸੀ ਜਥਾ ਜਾਣ ਲਗਾ ਤੇ ਇਹ ਮੋਰਚਾ ਵੀ ਸ਼ੁਰੂ ਹੋ ਗਿਆ। ਹੁਣ ਜੈਤੋ ਦੇ ਮੋਰਚੇ ਦੇ ਵਿੱਚ 5 ਸਿੰਘਾਂ ਦਾ ਜਾਣਾ, ਉਹਦੇ ਨਾਲ ਭਾਈ ਫੇਰੂ ਵਾਲੇ ਗੁਰਦੁਆਰਾ ਸਾਹਿਬ ਦੇ ਮੋਰਚੇ ਦੇ ਵਿੱਚ 5 ਸਿੰਘਾਂ ਦਾ ਜਾਣਾ ਜੋ ਸੀ, ਇਹ 2 ਮੋਰਚੇ ਬਰਾਬਰ ਜੋ ਸਨ ਸ਼ੁਰੂ ਹੋ ਗਏ। ਗ੍ਰਿਫਤਾਰ ਜਥੇ ਦਾ ਥਾਂ ਥਾਂ ਤੇ ਸੰਖੇਪ ਜੋ ਸੀ ਟ੍ਰਾਇਲ ਕਰਕੇ 2 ਸਾਲ ਦੀ ਕੈਦ ਬਾਮੁਸ਼ੱਕਤ ਬੋਲ ਕੇ ਮੁਲਤਾਨ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਅਤੇ ਉੱਥੇ ਉਹਨਾਂ ਦੇ ਉੱਤੇ ਅੱਤ ਦਰਜੇ ਦਾ ਜੋ ਤਸ਼ੱਦਦ ਜੋ ਸੀ ਕੀਤਾ ਜਾਂਦਾ। ਸੰਤੋਖ ਸਿੰਘ ਜੀ ਨੇ ਤਸ਼ੱਦਦ ਦੀ ਕਹਾਣੀ ਨੂੰ ਆਪਣੀਆਂ ਲਿਖਤਾਂ ਦੇ ਅੰਦਰ ਆਪ ਅੱਖੀ ਦੇਖਿਆ, ਜੋ ਉਹ ਦੱਸਿਆ ਕਿ ਬਹੁਤ ਤਸ਼ੱਦਦ ਕੀਤਾ ਜਾਂਦਾ ਸੀ। ਨੰਗੇ ਖੜੇ ਕਰਕੇ ਪਿੰਡਿਆਂ ਦੇ ਉੱਤੇ ਬੈਠ ਮਾਰੇ ਜਾਂਦੇ ਜੋ ਸੀ, ਅੱਤ ਦਾ ਤਸ਼ੱਦਦ, ਭੁੱਖੇ ਪਾਣੇ ਰੱਖਿਆ ਜਾਂਦਾ ਅਤੇ ਹਰ ਕਿਸਮ ਦਾ ਜੋ ਤਕਲੀਫ ਸੀ ਉਹ ਉਹਨਾਂ ਸਿੱਖਾਂ ਦੇ ਉੱਤੇ ਕੀਤੀ ਜਾਂਦੀ ਸੀ। ਹਰ ਅਕਾਲੀ ਜੋ ਸੀ ਉਹ ਕੈਦੀ ਨੂੰ 18 ਸੇਰ ਕਣਕ, 10 ਸੇਰ ਛੋਲੇ
12 ਅਕਾਲੀ ਕੋਲੂ ਘੇਰ ਕੇ 3 ਕਹਾਣੀਆਂ ਤੇਲ ਦੀਆਂ ਕੱਢਣ ਦੀ ਜੋ ਉਹ ਉਹਨਾਂ ਨੂੰ ਮੁਸ਼ੱਕਤ ਜੋ ਸੀ ਕਰਨੀ ਪੈਂਦੀ ਸੀ। ਮੁਸ਼ੱਕਤ ਕਰਨ ਵਾਲਿਆਂ ਦੇ ਉੱਤੇ ਨੰਬਰਦਾਰ ਤੇ ਸਿਪਾਹੀ ਹਰ ਵੇਲੇ ਖੜੇ ਰਹਿੰਦੇ। ਥੋੜੀ ਵੀ ਢਿੱਲ ਵਰਤਨ ਦੇ ਉੱਤੇ ਇਹਨਾਂ ਨੂੰ ਜੋ ਸੀ ਕੁੱਟਿਆ ਤੇ ਮਾਰਿਆ ਜਾਂਦਾ। ਅਕਾਲੀ ਕੈਦੀਆਂ ਨਾਲ ਇਹੋ ਜਿਹਾ ਵਰਤਾਓ ਹਰ ਜੇਲ੍ਹ ਦੇ ਵਿੱਚ ਕੀਤਾ ਜਾ ਰਿਹਾ ਸੀ, ਭਾਵੇਂ ਉਹ ਜੈਤੋ ਦੇ ਮੋਰਚੇ ਵਾਲੇ ਕੈਦੀ ਸਨ ਜਾਂ ਭਾਵੇਂ ਉਹ ਭਾਈ ਫੇਰੂ ਵਾਲੇ ਗੁਰਦੁਆਰਾ ਸਾਹਿਬ ਦੇ ਕੈਦੀ ਸਨ। ਪਹਿਲੀ ਕਮੇਟੀ ਫੜੀ ਜਾਣ ਤੇ ਦੂਜੀ ਸ਼੍ਰੋਮਣੀ ਕਮੇਟੀ ਦੀ ਜੋ ਸੀ ਸਥਾਪਨਾ ਕਰ ਲਈ ਗਈ, ਕਿਉਂਕਿ ਪਹਿਲਾਂ ਵਾਲੇ ਸਾਰੇ ਜੋ ਮੋਢੀ ਆਗੂ ਸਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਬੰਦ ਕੀਤਾ ਗਿਆ ਸੀ ਤੇ ਆਪਣੇ ਤੌਰ ਦੇ ਉੱਤੇ ਦੂਜੀ ਜੋ ਪੰਥ ਦੀ ਸ਼੍ਰੋਮਣੀ ਕਮੇਟੀ ਜੋ ਸੀ ਉਹ ਚੁਣ ਲਈ। 7 ਜਨਵਰੀ 1924 ਨੂੰ ਇਹਨਾਂ ਦੀ ਇਕੱਤਰਤਾ ਜੋ ਸੀ ਉਹ ਅਕਾਲ ਤਖਤ ਸਾਹਿਬ ਤੇ ਹੋ ਰਹੀ ਸੀ। ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਆਈਜੀ ਪੁਲਿਸ, ਸੀਆਈਡੀ ਅਤੇ ਪੁਲਿਸ ਨੇ ਗਾਰਦ ਸਮੇਤ ਕਮੇਟੀ ਦੇ ਮੈਂਬਰਾਂ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ। 62 ਮੈਂਬਰਾਂ ਨੇ ਆਪਣੇ ਆਪ ਨੂੰ ਜੋ ਸੀ ਉਹ ਪੇਸ਼ ਕਰ ਦਿੱਤਾ ਤੇ ਫਿਰ ਇਹਨਾਂ ਨੂੰ ਅੰਮ੍ਰਿਤਸਰ ਜੇਲ੍ਹ 'ਚ ਡੱਕ ਦਿੱਤਾ ਗਿਆ। 23 ਜਨਵਰੀ ਨੂੰ ਇਹਨਾਂ ਖਿਲਾਫ ਬਗਾਵਤ ਦਾ ਮੁਕੱਦਮਾ ਪੇਸ਼ ਕੀਤਾ ਗਿਆ। 29 ਮਾਰਚ 24 ਨੂੰ ਫੈਸਲਾ ਸੁਣਾ ਕੇ ਵੱਡੀ ਉਮਰ ਦਿਆਂ ਨੂੰ 1 ਸਾਲ ਕੈਦ ਤੇ 500 ਰੁਪਇਆ ਜੁਰਮਾਨਾ ਅਤੇ ਛੋਟੀ ਉਮਰ ਵਾਲਿਆਂ ਨੂੰ 2-2 ਸਾਲ ਕੈਦ ਤੇ 500 ਰੁਪਇਆ ਜੋ ਜੁਰਮਾਨਾ ਜੋ ਸੀ ਉਹ ਕਰ ਦਿੱਤਾ ਗਿਆ। ਅੱਤ ਦੀ ਅੰਧੇਰ ਕਰਦੀ ਸੀ, ਇਨਸਾਫ ਨਾਮ ਦੀ ਕੋਈ ਚੀਜ਼ ਨਹੀਂ ਸੀ ਅਤੇ ਤਸ਼ੱਦਦ ਜੋ ਸੀ ਉਹ ਚਰਮ ਸੀਮਾ ਦੇ ਉੱਤੇ ਪੁੱਜ ਚੁੱਕਿਆ ਸੀ। ਪੰਥ ਦੇ ਸਿਰਮੌਰ 110 ਲੀਡਰ ਜੋ ਸਨ ਉਹ ਗ੍ਰਿਫਤਾਰ ਸਨ। 24 ਜਨਵਰੀ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੀ ਤਲਾਸ਼ੀ ਲਈ ਗਈ, ਜ਼ਰੂਰੀ ਕਾਗਜ਼ਾਤ ਚੁੱਕ ਲਏ ਗਏ ਅਤੇ ਸਾਰੀ ਲੀਡਰਸ਼ਿਪ ਜੋ ਸੀ ਉਹ ਅੰਦਰ ਹੋਣ ਤੇ ਵੀ ਪੰਥ ਜੋ ਸੀ ਸੰਗਤਾਂ ਉਹਨਾਂ ਦੇ ਵਿੱਚ ਪੁਰਜੋਰ ਜੋ ਸੀ ਜੋਸ਼ ਸੀ। ਮੋਰਚਾ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਸੀ। ਕੋਈ ਗੈਬੀ ਸ਼ਕਤੀ ਜੋ ਸੀ ਇਸ ਨੂੰ ਚਲਾ ਰਹੀ ਸੀ ਅਤੇ ਪੁਰਾਣੀ ਦ੍ਰਿੜਤਾ ਤੇ ਚੜ੍ਹਦੀ ਕਲਾ ਦਾ ਸਾਫ਼ ਨਜ਼ਾਰਾ ਜੋ ਸੀ ਉਹ ਇਹਨਾਂ ਦੇ ਵਿੱਚੋਂ ਝਲਕ ਰਿਹਾ ਸੀ। ਜਦੋਂ ਅਸੀਂ ਇਸ ਜਥੇ ਵੱਲ ਦੇਖਦੇ ਹਾਂ ਤਾਂ ਉਸ ਵੇਲੇ ਸਿੱਖਾਂ ਦਾ ਪੰਜੀ ਦਾ ਜੋ ਜਥਾ ਜੋ ਸੀ ਉਹ ਨਿਰੰਤਰ ਜਾ ਰਿਹਾ ਸੀ, ਤਸ਼ੱਦਦ ਹੋ ਰਿਹਾ ਸੀ, ਗ੍ਰਿਫਤਾਰੀਆਂ ਹੋ ਰਹੀਆਂ ਸਨ। ਭਾਈ ਫੇਰੂ ਅਤੇ ਜਥੇ ਦਾ ਹਰ ਰੋਜ਼ ਪੰਜੀ ਦਾ ਜਥਾ ਭੇਜਦੇ ਰਹਿਣ ਤੇ ਕੋਈ ਸੰਤੋਸ਼ਜਨਕ ਜਿਹੜਾ ਸਿੱਟਾ ਜੋ ਸੀ ਉਹ ਨਹੀਂ ਨਿਕਲ ਰਿਹਾ ਸੀ। ਇਹ ਫੈਸਲਾ ਲਿਆ ਗਿਆ ਕਿ ਪੰਜੀ ਦੀ ਥਾਂ ਦੇ ਉੱਤੇ 500 ਦਾ ਜਥਾ ਗੰਸਰ ਜੈਤੋ ਭੇਜਿਆ ਜਾਵੇ। ਪਹਿਲਾ ਸ਼ਹੀਦੀ ਜਥਾ 21 ਫਰਵਰੀ 1924 ਨੂੰ ਜੈਤੋ ਪੁੱਜੇ, ਗੁਰਦੁਆਰੇ ਪੁੱਜ ਕੇ ਅਖੰਡ ਪਾਠ ਸ਼ੁਰੂ ਕਰੇ। ਇਹ 21 ਫਰਵਰੀ ਇਸ ਕਰਕੇ ਚੁਣੀ ਗਈ ਸੀ ਕਿ ਨਨਕਾਣਾ ਸਾਹਿਬ ਦਾ ਸਾਕਾ 21 ਫਰਵਰੀ 1921 ਨੂੰ ਹੀ ਕਬਜ਼ਾ ਲਿਆ ਗਿਆ ਸੀ। ਇਸ ਕਰਕੇ ਉਸੇ ਸਾਕੇ ਨੂੰ ਮੁੱਖ ਰੱਖ ਕੇ 21 ਫਰਵਰੀ 1924 ਨੂੰ ਪਹਿਲਾ ਸ਼ਹੀਦੀ ਜਥਾ ਜੋ ਸੀ ਉਸਨੇ ਜੈਤੋ ਪੁੱਜਣਾ ਸੀ, ਜੋ ਫੈਸਲਾ ਲਿਆ ਗਿਆ। 9 ਫਰਵਰੀ ਬਸੰਤ ਪੰਚਮੀ ਦੇ ਦਿਨ ਪਹਿਲਾ ਜਥਾ ਜੋ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਸੀ ਅਰਦਾਸਾ ਸੋਧ ਕੇ ਚਲਿਆ। ਬਹੁਤ ਵੱਡਾ ਦੀਵਾਨ ਉੱਥੇ ਸਜਾਇਆ ਗਿਆ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਜੋ ਸਨ ਉਹਨਾਂ ਨੇ ਆ ਕੇ ਸੰਗਤ ਨੂੰ ਸੰਬੋਧਨ ਕੀਤਾ। ਪੁਰਜੋਸ਼ ਦੇ ਵਿੱਚੋਂ ਸੰਗਤਾਂ ਉੱਥੇ ਜੁੜੀਆਂ ਹੋਈਆਂ ਸਨ ਅਤੇ ਫਿਰ ਸਭ ਤੋਂ ਪਹਿਲਾਂ ਉਹਨਾਂ ਜਥਿਆਂ ਨੂੰ ਇੱਕ ਪ੍ਰਣ ਕਰਵਾਇਆ ਗਿਆ ਕਿ ਜਿੰਨਾ ਮਰਜ਼ੀ ਤਸ਼ੱਦਦ ਹੋ ਜਾਵੇ, ਸਰਕਾਰ ਜਿੰਨਾ ਮਰਜ਼ੀ ਜ਼ੁਲਮ ਕਰ ਲਵੇ, ਰਸਤੇ ਦੇ ਵਿੱਚ ਜਿਹੜੀਆਂ ਮਰਜ਼ੀ ਰੁਕਾਵਟਾਂ ਆ ਜਾਣ, ਇਹ ਜਥਾ ਜੋ ਹੈ ਪੂਰਨ ਤੌਰ ਦੇ ਉੱਤੇ ਸ਼ਾਂਤਮਈ ਰਹਿੰਦਾ ਹੋਇਆ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਲੈਂਦੇ ਹੋਏ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਆਪਣੇ ਪੁਰਾਤਨ ਇਤਿਹਾਸ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਸਬਰ ਦੇ ਨਾਲ ਜ਼ਬਰ ਨੂੰ ਜਿੱਤਿਆ ਸੀ, ਪਹਿਲਾਂ ਉਸੇ ਰਾਹ ਦੇ ਉੱਤੇ ਤੁਰਦਿਆਂ ਹੋਇਆਂ ਗੰਗਸਰ ਪਹੁੰਚੇਗਾ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਖੰਡਿਤ ਹੋਏ ਪਾਠ ਨੂੰ ਦੁਬਾਰਾ ਸ਼ੁਰੂ ਕਰੇਗਾ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨੇ ਆਪਣਾ ਸੰਦੇਸ਼ ਜੋ ਸੀ ਸੰਗਤਾਂ ਨੂੰ ਸੁਣਾਇਆ ਤਾਂ ਉਸ ਵੇਲੇ ਸੰਗਤ ਦੇ ਵਿੱਚੋਂ ਇੱਕ ਅੰਤਮ ਸੰਦੇਸ਼ ਜੋ ਸੀ ਉਹ ਜਥੇ ਦੇ ਵੱਲੋਂ ਪੜ੍ਹਿਆ ਗਿਆ। ਉਹ ਕਮਾਲ ਦਾ ਸੰਦੇਸ਼ ਸੀ। ਸੁਣੋ ਖਾਲਸਾ ਜੀ, ਸਾਡੇ ਕੂਚ ਡੇਰੇ, ਅਸੀਂ ਆਖਰੀ ਫਤਿਹ ਬੁਲਾ ਚਲੇ, ਪਾਓ ਬੀਜ ਤੇ ਸਾਬ ਕੇ ਫਸਲ ਵੱਢੋ, ਅਸੀਂ ਡੋਲ ਕੇ ਰੱਤ ਪਿਆ ਚਲੇ, ਚੋਬਦਾਰ ਦੇ ਵਾਂਗ ਆਵਾਜ਼ ਦੇ ਕੇ ਧੌਂਸੇ ਕੂਚ ਦੇ ਅਸੀਂ ਵਜਾ ਚਲੇ, ਤੁਸੀਂ ਆਪਣੀ ਅਕਲ ਦਾ ਕੰਮ ਕਰਨਾ, ਅਸੀਂ ਆਪਣੀ ਤੋੜ ਨਿਭਾ ਚਲੇ, ਵੇਲਾ ਜ਼ੁਲਮ ਦਾ ਅੰਤ ਗਰਕ ਹੋਸੀ, ਹੰਝੂ ਖੂਨ ਦੇ ਅਸੀਂ ਵਹਾ ਚਲੇ, ਪੰਥ ਗੁਰੂ ਦਾ ਆਪ ਦਸ਼ਮੇਸ਼ ਰਾਖਾ, ਕੰਡੇ ਹੂੰਜ ਕੇ ਕਰ ਸਭਾ ਚਲੇ, ਅੰਗ ਸਾਖ ਕਬੀਲੜਾ ਬਾਲ ਬੱਚਾ, ਬਾਤੂਸਾਂ ਦੇ ਹੱਥ ਫੜਾ ਚਲੇ, ਨਦੀ ਨਾਵ ਸੰਜੋਗ ਤੇ ਹੋਣ ਮਿਲੇ, ਸਤਿ ਸ੍ਰੀ ਅਕਾਲ ਗਜਾ ਚਲੇ। ਜਦੋਂ ਇਹ ਬੋਲ ਉੱਥੇ ਬੋਲੇ ਜਾ ਰਹੇ ਸਨ ਤੇ ਸੰਗਤਾਂ ਦੇ ਉਸ ਠਾਠਾਂ ਮਾਰਦੇ ਸਮੁੰਦਰ ਦੇ ਵਿੱਚੋਂ ਕਈ ਜੋ ਸੰਗਤਾਂ ਸਨ ਉਹ ਵੈਰਾਗਮਈ ਇਹਨਾਂ ਸਿੰਘਾਂ ਦੇ ਇਸ ਸੰਦੇਸ਼ ਦੇ ਉੱਤੇ, ਇਸ ਸੁਨੇਹੇ ਦੇ ਉੱਤੇ ਅੱਖਾਂ ਦੇ ਵਿੱਚੋਂ ਹੰਝੂ ਚੱਲ ਰਹੇ ਸਨ। ਪੰਥ ਦੇ ਵਾਸਤੇ ਮਰਜੀਵੜੇ ਜੋ ਸਨ ਉਹ ਤਿਆਰ ਹੋ ਕੇ ਚਾਲੇ ਪਾ ਰਹੇ ਸਨ ਜੈਤੋ ਵੱਲ। 9 ਫਰਵਰੀ ਬਸੰਤ ਪੰਚਮੀ ਦੇ ਦਿਨ ਪਹਿਲਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸਾ ਸੋਧ ਕੇ ਚਲਿਆ ਕਿ ਗੰਗਸਰ 'ਚ ਅਖੰਡ ਪਾਠ ਕਰਨਗੇ। ਐਸਾ ਕਰਨ ਜੋ ਵੀ ਮੁਸੀਬਤਾਂ ਸਹਿਣੀਆਂ ਪੈਣਗੀਆਂ ਬਿਲਾ ਮੁਕਾਬਲਾ ਕੀਤੇ ਇਹ ਉਹਨਾਂ ਨੂੰ ਸਹਿ ਲੈਣਗੇ। ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਨੂੰ ਮਨ ਬਚਨ ਕਰਮ ਕਰਕੇ ਮੁਕਾਬਲਾ ਨਾ ਕਰਨ ਦਾ ਹੁਕਮ ਜੋ ਸੀ ਦਿੱਤਾ ਗਿਆ, ਜਿਸ ਦਾ ਪ੍ਰਣ ਲੈ ਕੇ ਇਹ ਤੁਰੇ ਸਨ। 9 ਤੋਂ 20 ਫਰਵਰੀ ਇਹ ਜਥਾ ਪੈਦਲ ਕਈ ਪਿੰਡਾਂ
ਪੜਾਅ ਦਰ ਪੜਾਅ ਪਾਰ ਕਰਦਾ। ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਦੇ ਨਾਲ ਸ਼ਾਮਲ ਹੁੰਦੀਆਂ, ਦੀਵਾਨ ਲੱਗਦੇ, ਜਥੇ ਦੀ ਸੇਵਾ ਕੀਤੀ ਜਾਂਦੀ। ਸਰਕਾਰ ਵੱਲੋਂ ਕਈ ਪਿੰਡਾਂ 'ਚ ਨਾਭਾ, ਪਟਿਆਲਾ, ਸੰਗਰੂਰ, ਫਰੀਦਕੋਟ ਦੇ ਰਾਜਾਂ ਦੇ ਜਥੇ ਦੇ ਆਓ ਭਗਤ ਤੋਂ ਰੋਕਣ ਦੀ ਜੋ ਸੀ ਕੋਸ਼ਿਸ਼ ਕੀਤੀ ਗਈ। ਫਿਰ ਪੁਲਿਸ ਪਿੰਡਾਂ 'ਚ ਘੋੜੇ ਲੈ ਕੇ ਰੋਕਣ ਦਾ ਯਤਨ ਕਰਦੀ। ਜੋ ਇਹਨਾਂ ਜਥਿਆਂ ਦੀ ਸੇਵਾ ਕਰਦੇ ਜਾਂ ਜਾ ਕੇ ਦੀਵਾਨਾਂ ਵਿੱਚ ਸ਼ਾਮਲ ਹੁੰਦੇ, ਜੋ ਨਾਲ ਹੋ ਕੇ ਇਹਨਾਂ ਨੂੰ ਮਦਦ ਕਰਦੇ ਸਨ, ਉਹਨਾਂ ਦੇ ਉੱਤੇ ਸਖਤੀ ਕੀਤੀ ਜਾਂਦੀ, ਗ੍ਰਿਫਤਾਰ ਕੀਤਾ ਜਾਂਦਾ, ਮਾਰਿਆ ਕੁੱਟਿਆ ਜਾਂਦਾ, ਡਰਾਇਆ ਤੇ ਧਮਕਾਇਆ ਜਾਂਦਾ। ਜਥੇ ਦੀ ਪਿੰਡ ਫੂਲ ਪੁੱਜਣ ਤੇ ਪਾਬੰਦੀ ਸੀ। ਪਿੰਡ ਫੂਲ ਦੇ ਵਿੱਚ ਪੂਰਨ ਤੌਰ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ। ਪਿੰਡ ਦੇ ਸਾਰੇ ਗੇਟ ਬੰਦ ਕਰਕੇ ਜੋ ਪਹਿਰਾ ਸੀ ਲਗਾ ਦਿੱਤਾ ਗਿਆ। ਫਿਰ ਵੀ ਜੋ ਪਿੰਡ ਵਾਸੀ ਸਨ, ਕੰਧਾਂ ਟੱਪ ਕੇ ਆਏ, ਰੱਜ ਕੇ ਉਹਨਾਂ ਨੇ ਸੇਵਾ ਕੀਤੀ। ਜਥੇ ਦੇ ਜਾਣ ਤੋਂ ਬਾਅਦ 8 ਬੰਦੇ ਜੋ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੇ ਵਾਸਤੇ ਜੋ ਤਸ਼ੱਦਦ ਕੀਤਾ ਗਿਆ, ਚਸ਼ਮਦੀਦ ਗਵਾਹ ਦੇ ਮੁਤਾਬਕ ਉਹਨਾਂ ਨੂੰ ਧਰਤੀ ਤੇ ਲਿਟਾ ਕੇ ਗਰਦਨ ਤੇ ਲੱਠ ਰੱਖ ਕੇ ਦੋ ਬੰਦੇ ਜੋ ਸਨ ਉਹ ਲੱਠ ਦੇ ਉੱਤੇ ਚੜਾਏ ਗਏ। ਦਬਾਅ ਇਤਨਾ ਪਾਇਆ ਗਿਆ ਤੇ ਵਾਰੀ-ਵਾਰੀ ਉਹਨਾਂ ਦੇ ਉੱਤੇ ਇਤਨਾ ਤਸ਼ੱਦਦ ਕੀਤਾ ਗਿਆ ਕਿ ਉਹ ਜੋ ਸਨ ਤੜਪ ਕੇ ਉਹ 8 ਜੋ ਸਿੰਘ ਸਨ ਉਹ ਸ਼ਹੀਦ ਹੋ ਗਏ। ਕੇਵਲ ਕਸੂਰ ਇਹ ਸੀ ਕਿ ਉਹਨਾਂ ਨੇ ਜਥੇ ਦੀ ਸੇਵਾ ਕੀਤੀ, ਜਥੇ ਦੀ ਆਓ ਭਗਤ ਕੀਤੀ ਸੀ। ਕਈਆਂ ਦੀਆਂ ਸੇਵਾ ਬਦਲੇ ਘਰ ਕਾਟ, ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ। ਰਿਆਸਤੋਂ ਜੋ ਸੀ ਹਮੇਸ਼ਾ ਲਈ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਕਿ ਕਿਤੇ ਅੰਗਰੇਜ਼ ਜੋ ਨੇ ਉਹ ਸਾਡੇ ਉੱਤੇ ਨਾਰਾਜ਼ ਨਾ ਹੋ ਜਾਣ। ਜਥੇ ਦੀ ਆਖਰੀ ਪੜਾਅ 20 ਫਰਵਰੀ ਨੂੰ ਫਰੀਦਕੋਟ ਦੇ ਪਿੰਡ ਬਰਗਾੜੀ 'ਚ ਸੀ। 21 ਫਰਵਰੀ ਸਵੇਰੇ ਆਸਾ ਦੀ ਵਾਰ ਦਾ ਦੀਵਾਨ ਸਜਿਆ, ਆਸਾ ਦੀ ਵਾਰ ਦੇ ਕੀਰਤਨ ਹੋਏ। 21 ਫਰਵਰੀ ਨੂੰ ਦੀਵਾਨ ਦੀ ਸਮਾਪਤੀ ਪਿੱਛੋਂ ਜਥੇ ਨੇ ਜੈਤੋ ਵੱਲ ਜੋ ਸੀ ਕੂਚ ਕੀਤਾ, ਜੈਤੋ ਵੱਲ ਚਲਿਆ। ਜੈਤੋ ਇੱਥੋਂ ਤਕਰੀਬਨ 5-6 ਮੀਲ ਦੀ ਦੂਰੀ ਤੇ ਸੀ। ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਵੀ ਸ਼ਾਮਲ ਸਨ। ਕਾਂਗਰਸੀ ਨੇਤਾ ਡਾਕਟਰ ਕਿਚਲੂ, ਪ੍ਰਿੰਸੀਪਲ ਗਿਡਵਾਨੀ ਅਤੇ ਨਿਊਯਾਰਕ ਦੇ ਪ੍ਰਤੀਨਿਧ ਮਿਸਟਰ ਜਿਮਦ ਜੋ ਸਨ ਉਹ ਕਾਰ ਵਿੱਚ ਬੈਠ ਕੇ ਜਥੇ ਦੇ ਨਾਲ ਚੱਲ ਰਹੇ ਸਨ। ਨਾਭਾ ਰਾਜ ਦੀ ਹੱਦ ਅੰਦਰ ਦਾਖਲ ਹੁੰਦਿਆਂ ਹੀ ਇਹਨਾਂ ਕਾਂਗਰਸੀ ਨੇਤਾਵਾਂ ਨੂੰ ਰੋਕਿਆ ਗਿਆ। ਜਥੇ ਅੱਗੇ 5 ਸਿੰਘ ਨਿਸ਼ਾਨ ਸਾਹਿਬ ਉਠਾ ਕੇ ਚੱਲ ਰਹੇ ਸਨ। ਜਥਾ ਜੋ ਸੀ 4-4 ਕਤਾਰਾਂ ਚੱਲ ਰਿਹਾ ਸੀ। ਜਥੇ ਦੇ ਵਿਚਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸੀ। ਗੁਰਦੁਆਰਾ ਗੰਗਸਰ ਨੂੰ ਜਾਣ ਵਾਲੇ ਸਾਰੇ ਰਸਤੇ ਜੋ ਸਨ ਉਹਨਾਂ ਨੂੰ ਤਾਰਾਂ ਲਾ ਕੇ ਬੰਦ ਕੀਤਾ ਹੋਇਆ ਸੀ। ਪੁਲਿਸ ਦਾ ਕਰੜਾ ਪਹਿਰਾ ਸੀ। ਗੁਰਦੁਆਰੇ ਦੇ ਨਾਲ ਹੀ ਕਿਲੇ ਤੇ ਮਸ਼ੀਨ ਗੰਨਾਂ ਜੋ ਸਨ ਪੀੜੀਆਂ ਹੋਈਆਂ ਸਨ। ਪੂਰਾ ਇਲਾਕਾ ਜੋ ਸੀ ਮੈਦਾਨ ਦਾ ਜੰਗ ਜੋ ਸੀ ਨਜ਼ਰ ਆ ਰਿਹਾ ਸੀ। ਫੌਜ ਪੁਲਿਸ ਬੰਦੂਕਾਂ ਸਿੱਧੀਆਂ ਕਰਕੇ ਖੜੀ ਸੀ। ਵਿਲਸਨ ਜੌਨਸਟਨ ਐਡਮਿਨਿਸਟ੍ਰੇਟਰ ਤੇ ਹੋਰ ਅਫਸਰ ਮੌਕੇ ਦੇ ਉੱਤੇ ਮੌਜੂਦ ਸਨ। ਜਥਾ ਗੁਰਦੁਆਰਾ ਟਿੱਬੀ ਸਾਹਿਬ ਤੋਂ 150 ਗਜ ਪਿੱਛੇ ਹੀ ਸੀ ਕਿ ਇੱਕ ਅਫਸਰ ਨੇ ਜਥੇ ਨੂੰ ਅੱਗੇ ਵਧਣ ਤੋਂ ਰੋਕਿਆ ਤੇ ਕਿਹਾ, ਜੇ ਕਿਤੇ ਵਧੋਗੇ ਤਾਂ ਗੋਲੀ ਚਲੇਗੀ। ਇਹ ਹੁਕਮ ਸਭ ਨੇ ਸੁਣਿਆ, ਪਰ ਜਥਾ ਜੋ ਸੀ ਉਹ ਰੁਕਿਆ ਨਹੀਂ ਤੇ ਟਿੱਬੀ ਸਾਹਿਬ ਵੱਲ ਜੋ ਸੀ ਵਧਣਾ ਸ਼ੁਰੂ ਹੋ ਗਿਆ। ਐਡਮਿਨਿਸਟ੍ਰੇਟਰ ਵੱਲੋਂ ਝੰਡੀ ਦਿੱਤੇ ਜਾਣ ਤੇ, ਇਸ਼ਾਰਾ ਦਿੱਤੇ ਜਾਣ ਦੇ ਉੱਤੇ ਪਲ ਦੇ ਵਿੱਚ ਜਥੇ ਦੇ ਉੱਤੇ 3 ਪਾਸਿਆਂ ਤੋਂ ਗੋਲੀਆਂ ਦਾ ਜੋ ਸੀ ਮੀਂਹ ਵਰਾ ਦਿੱਤਾ ਗਿਆ। ਥੋੜਾ ਵਕਫਾ ਦੇ ਕੇ ਫਿਰ ਦੂਜੀ ਵਾਰ ਗੋਲੀ ਚਲੀ ਤੇ 5 ਮਿੰਟਾਂ ਇਹ ਗੋਲੀ ਵਰਦੀ ਰਹੀ। ਜਥਾ ਹੌਸਲੇ, ਸ਼ਾਂਤੀ, ਠੰਡੇ ਦਿਲ ਦੇ ਨਾਲ ਅੱਗੇ ਵੱਧਦਾ ਰਿਹਾ। ਜੋ ਜ਼ਖਮੀ ਸੀ ਉਹ ਉੱਥੇ ਹੀ ਪਿਆ ਰਿਹਾ, ਜੋ ਸ਼ਹੀਦ ਹੋ ਗਿਆ ਉਹਦੀ ਲੋਥ ਉੱਥੇ ਹੀ ਸੀ ਤੇ ਜਥਾ ਜੋ ਸੀ ਉਹ ਅੱਗੇ ਵੱਲ ਵਧ ਰਿਹਾ ਸੀ। ਜਥੇ ਨਾਲ ਸ਼ਾਮਲ ਸੰਗਤਾਂ ਚੋਂ ਵੀ ਜ਼ਖਮੀ ਤੇ ਸ਼ਹੀਦ ਹੋ ਰਹੇ ਸਨ, ਕਿਉਂਕਿ ਸੰਗਤਾਂ ਜੋ ਸਨ ਥਾਂ ਤੋਂ ਜਥੇ ਦੇ ਨਾਲ ਸ਼ਾਮਲ ਹੁੰਦੀਆਂ। ਇਹ 500 ਤੋਂ ਵੱਧ ਕੇ ਬਹੁਤ ਵੱਡਾ ਜਥਾ ਬਣ ਗਿਆ ਸੀ। ਇੱਕ ਬੀਬੀ ਕੋਲ ਬੱਚਾ ਸੀ ਜੋ ਇਤਿਹਾਸ ਦੀ ਘਟਨਾ ਲੱਭਦੀ ਹੈ ਕਿ ਉਹ ਆਪਣੇ ਬੱਚੇ ਨੂੰ ਨਾਲ ਚੁੱਕ ਕੇ ਹੱਥ 'ਚ ਨਿਸ਼ਾਨ ਸਾਹਿਬ ਪਕੜ ਕੇ ਅੱਗੇ ਨੂੰ ਵਧ ਰਹੀ ਸੀ। ਗੋਲੀ ਲੱਗੀ, ਬੱਚਾ ਸ਼ਹੀਦ ਹੋ ਗਿਆ। ਉਸਨੇ ਬੱਚੇ ਨੂੰ ਉੱਥੇ ਹੀ ਧਰਤੀ ਉੱਤੇ ਰੱਖ ਕੇ ਫਿਰ ਨਿਸ਼ਾਨ ਪਕੜ ਕੇ ਅੱਗੇ ਚੱਲਣਾ ਸ਼ੁਰੂ ਹੋ ਗਈ। ਇਹ ਇੱਕ ਨਿਸ਼ਾਨ ਸੀ, ਇੱਕ ਸੁਨੇਹਾ ਸੀ ਕਿ ਪੰਥ ਦਾ ਨਿਸ਼ਾਨ, ਪੰਥ ਦਾ ਪਿਆਰ ਜੋ ਹੈ ਆਪਣੇ ਪੁੱਤਰ ਮੋਹ ਤੋਂ ਅੱਗੇ ਹੈ। ਬੱਚਾ ਸ਼ਹੀਦ ਹੋ ਗਿਆ, ਕੋਈ ਗੱਲ ਨਹੀਂ, ਪਰ ਮੈਂ ਕਿਤੇ ਪੰਥ ਤੋਂ ਵਿਛੜ ਨਾ ਜਾ। ਮੈਂ ਵੀ ਉਸ ਜਥੇ ਦੇ ਨਾਲ ਜਾ ਕੇ ਉਸ ਗੰਗਸਰ ਜੈਤੋ ਦੀ ਪਾਵਨ ਧਰਤੀ ਦੇ ਉੱਤੇ ਪਹੁੰਚ ਕੇ ਗੁਰੂ ਘਰ ਦੇ ਵਿੱਚ ਖੰਡਿਤ ਹੋਈ ਮਰਿਆਦਾ ਨੂੰ ਮੁੜ ਕੇ ਬਹਾਲ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਵੀ ਹਰ ਤਰ੍ਹਾਂ ਦੀ ਗੋਲੀ ਦੀ ਮਾਰ ਤੋਂ ਬਚਾਇਆ ਜਾਣ ਦਾ ਜੋ ਯਤਨ ਕੀਤਾ ਜਾ ਰਿਹਾ ਸੀ। ਕੁਝ ਸਿੰਘ ਗੁਰੂ ਦੀ ਪਾਲਕੀ ਦੇ ਅਦਬ ਸਤਿਕਾਰ ਨੂੰ ਬਚਾਉਣ ਦੇ ਵਿੱਚ ਜ਼ਖਮੀ ਤੇ ਸ਼ਹੀਦ ਹੋ ਗਏ। ਗੋਲੀ ਬੰਦ ਹੋਣ ਤੱਕ ਸਾਰੀ ਸੰਗਤ ਜੋ ਸੀ ਉਹ ਟਿੱਬੀ ਸਾਹਿਬ ਤੱਕ ਪਹੁੰਚ ਚੁੱਕੀ ਸੀ। ਸ਼ਹੀਦਾਂ ਦੇ ਸਰੀਰ ਤੇ ਜ਼ਖਮੀਆਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਫੌਜ ਤੇ ਪੁਲਿਸ ਜੋ ਸੀ ਪੂਰਨ ਤੌਰ ਦੇ ਉੱਤੇ ਰੋਕ ਰਹੀ ਸੀ। ਟਿੱਬੀ ਸਾਹਿਬ ਤੋਂ ਕੁਝ ਸਿੰਘਾਂ ਜੋ ਸਨ ਗੰਗਸਰ ਗੁਰਦੁਆਰਾ ਸਾਹਿਬ ਜਾਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਵੀ ਘੋੜੇ ਦੇ ਉੱਤੇ ਜੋ ਫੌਜੀ ਦਸਤੇ ਸਨ ਉਹਨਾਂ ਨੇ ਰੋਕਿਆ, ਬੇਤਹਾਸ਼ਾ ਕੁੱਟਿਆ। ਬਾਲ ਜ਼ਖਮੀਆਂ ਤੇ ਵੀ ਘੋੜਸਵਾਰ ਦਸਤੇ ਜੋ ਸਨ ਉਹ ਦੌੜਾਂ ਲਾਉਂਦੇ, ਲਾਸ਼ਾਂ ਤੇ ਜ਼ਖਮੀਆਂ ਨੂੰ ਲਤਾੜਦੇ ਰਹੇ। ਟਿੱਬੀ ਸਾਹਿਬ 'ਚ ਕੁਝ ਬੀਬੀਆਂ ਜੋ ਜ਼ਖਮੀਆਂ ਦੀ ਸੇਵਾ ਸੰਭਾਲ ਕਰ ਰਹੀਆਂ ਸਨ, ਉਹਨਾਂ ਦੇ ਉੱਤੇ ਵੀ ਜੋ ਸੀ ਤਸ਼ੱਦਦ ਕੀਤਾ ਗਿਆ, ਕੁੱਟਿਆ ਮਾਰਿਆ ਗਿਆ, ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।
ਟਿੱਬੀ ਸਾਹਿਬ ਦੇ ਨੇੜੇ ਸਖਤ ਪਹਿਰਾ ਸੀ, ਕਿਸੇ ਨੂੰ ਆਣ ਜਾਣ ਨਹੀਂ ਸੀ ਦਿੱਤਾ ਜਾ ਰਿਹਾ। ਕਿੰਨੇ ਸ਼ਹੀਦ ਕਿੰਨੇ ਜ਼ਖਮੀ ਸਨ ਅੰਦਾਜ਼ਾ ਲਗਾਉਣਾ ਮੁਸ਼ਕਲ ਸੀ। ਨਾ ਹੀ ਸਹੀ ਗਿਣਤੀ ਸਾਹਮਣੇ ਆ ਸਕੀ ਕਿ ਉਸ ਥਾਂ ਦੇ ਉੱਤੇ ਕਿੰਨੇ ਜੋ ਸਨ ਉਹ ਸ਼ਹੀਦ ਹੋ ਗਏ। ਸ਼੍ਰੋਮਣੀ ਕਮੇਟੀ ਅਨੁਸਾਰ 300 ਸਿੰਘਾਂ ਦਾ ਗੋਲੀਆਂ ਦਾ ਨਿਸ਼ਾਨਾ ਬਣਨ ਜਾਂ ਹਰ ਹੋਰ ਤਰ੍ਹਾਂ ਦੇ ਨਾਲ ਫੱਟੜ ਹੋਣ ਦਾ ਅਨੁਮਾਨ ਹੈ, ਜਿਸ ਵਿੱਚੋਂ ਲਗਭਗ ਜੋ ਸਨ ਉਹ 100 ਜੋ ਸਨ ਉਹ ਸ਼ਹੀਦੀ ਪਾ ਗਏ। 700 ਨੂੰ ਗ੍ਰਿਫਤਾਰ ਕਰਕੇ ਅੱਤ ਦੇ ਤਸੀਹੇ ਦਿੱਤੇ ਗਏ। ਕਈ ਜੋ ਸਨ ਬਾਬਲਪੁਰ ਕਿਲੇ ਦੇ ਵਿੱਚ ਕੈਦ ਕੀਤੇ ਗਏ। ਬੰਦੀ ਖਾਨਿਆਂ 'ਚ ਹੀ ਕਈ ਬਿਮਾਰ ਹੋ ਗਏ, ਤਸ਼ੱਦਦ ਕੀਤੇ ਗਏ। 2 ਮਹੀਨੇ ਬੰਦੀ ਰੱਖਣ ਤੋਂ ਬਾਅਦ ਕਈ ਦਿਨਾਂ 'ਚ ਜਦੋਂ ਜੋ ਇਹਨਾਂ ਨੂੰ ਛੱਡਿਆ ਗਿਆ, ਇਹਨਾਂ ਨੂੰ ਫਿਰ ਗੰਗਸਰ ਨੂੰ ਜਦੋਂ ਛੱਡਿਆ ਜਾਂਦਾ ਤੇ ਵਾਪਸ ਗੰਗਸਰ ਨੂੰ ਪੈਦਲ ਚਾਲੇ ਪਾਉਂਦੇ। 17 ਅਪ੍ਰੈਲ ਨੂੰ ਇਹਨਾਂ 'ਚੋਂ 60 ਮੁੜ ਜੈਤੋ ਪੁੱਜਣ ਤੇ ਇਹਨਾਂ ਨੂੰ ਜੋ ਹੈ ਫੇਰ ਮਾਰਿਆ ਤੇ ਕੁੱਟਿਆ ਗਿਆ। 3 ਜੋ ਸਨ ਉਹ ਥਾਂ ਦੇ ਉੱਤੇ ਹੀ ਮਰ ਗਏ। ਭਾਵ ਜੋ ਉੱਥੋਂ ਗ੍ਰਿਫਤਾਰ ਹੋਏ, ਬਾਅਦ ਵਿੱਚ ਰਿਹਾ ਕੀਤੇ ਗਏ, ਉਹ ਮੁੜ ਆ ਕੇ ਜੱਥੇ ਸ਼ਾਮਲ ਹੋਏ ਤੇ ਫੇਰ ਗੰਗਸਰ ਪਹੁੰਚਣ ਦੇ ਉੱਤੇ ਇਤਨਾ ਰੋਹ ਸੀ ਸਰਕਾਰਾਂ ਦੇ ਅੰਦਰ ਕਿ ਫੇਰ ਕੁੱਟਿਆ ਮਾਰਿਆ ਗਿਆ ਤੇ 3 ਜੋ ਸਨ ਉਹਨਾਂ ਦੇ ਵਿੱਚੋਂ ਜ਼ਖਮੀ ਹੋ ਕੇ ਸ਼ਹੀਦ ਹੋ ਗਏ। ਡਾਕਟਰ ਕਿਚਲੂ ਤੇ ਪ੍ਰਿੰਸੀਪਲ ਗਿਡਵਾਨੀ ਜੋ ਸ਼ਹੀਦੀ ਜਥੇ ਦੇ ਨਾਲ ਨਾਭਾ ਦਾਖਲ ਹੋਏ ਸਨ, ਗੋਲੀ ਦੀ ਆਵਾਜ਼ ਸੁਣ ਕੇ ਅੱਗੇ ਵਧੇ, ਉਹਨਾਂ ਨੂੰ ਫੜ ਲਿਆ ਗਿਆ। ਹੱਥਕੜੀ ਲਗਾ ਕੇ ਨਾਭੇ ਜੇਲ੍ਹ 'ਚ ਡਾਕਟਰ ਕਿਚਲੂ ਨੂੰ 1 ਮਹੀਨਾ ਬੰਦ ਰੱਖ ਕੇ ਬਿਨਾਂ ਕਿਸੇ ਮੁਕੱਦਮੇ ਛੱਡ ਦਿੱਤਾ। ਪ੍ਰੋਫੈਸਰ ਗਿਡਵਾਨੀ ਦੀ 2.5 ਸਾਲ ਦੀ ਉਹ ਕੈਦ ਜੋ ਸਤੰਬਰ 1923 ਪੰਡਤ ਨਹਿਰੂ ਦੇ ਨਾਲ ਬੋਲੀ ਗਈ ਸੀ, ਮੁੜ ਕੇ ਬਹਾਲ ਰੱਖੀ ਗਈ ਤੇ ਨਾਭਾ ਜੇਲ੍ਹ ਇਸ ਨੂੰ ਭੇਜ ਦਿੱਤਾ ਗਿਆ। 21 ਫਰਵਰੀ ਦੇ ਸਾਕੇ ਮਗਰੋਂ SGPC ਨੇ ਦੂਜਾ 500 ਦਾ ਜਥਾ ਭੇਜਣ ਦਾ ਐਲਾਨ ਜੋ ਸੀ ਉਹ ਕਰ ਦਿੱਤਾ। ਜਦੋਂ ਇਹ ਅੱਤ ਦਾ ਜ਼ੁਲਮ ਹੋਇਆ ਤਾਂ ਉਸ ਵੇਲੇ ਬਹੁਤ ਸਾਰੀਆਂ ਸੰਸਥਾਵਾਂ, ਰਾਜਨੀਤਿਕ ਪਾਰਟੀਆਂ ਅਤੇ ਜੋ ਮਨੁੱਖੀ ਅਧਿਕਾਰ ਸੰਗਠਨ ਸਨ ਜੋ ਉਹ ਪੰਥ ਦੇ ਹੱਕ ਦੇ ਵਿੱਚ ਆ ਗਏ, ਜੈਤੋ ਦੇ ਮੋਰਚੇ ਤੇ ਉਸ ਸਾਕੇ ਦੇ ਵਿਰੁੱਧ ਖੜੇ ਹੋ ਗਏ। ਪਰ ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਗੱਲ ਕਰਾਂਗਾ ਕਿ ਮਹਾਰਾਜਾ ਪਟਿਆਲਾ ਦਾ ਐਲਾਨ ਸੀ 27 ਫਰਵਰੀ 1924 ਨੂੰ ਸਰਦਾਰ ਰੁਪਿੰਦਰ ਸਿੰਘ ਮਹਾਰਾਜਾ ਪਟਿਆਲਾ ਨੇ ਇੱਕ ਫਰਮਾਨ ਜਾਰੀ ਕੀਤਾ, ਜਿਸ ਦਾ ਭਾਵ ਇਹ ਸੀ ਕਿ ਰਿਆਸਤ ਪਟਿਆਲਾ ਦੇ ਸਰਕਾਰੀ ਅੰਗਰੇਜ਼ੀ ਨਾਲ ਜੋ ਸੰਧੀ ਪੱਤਰ ਕੀਤੇ ਹਨ ਉਹਨਾਂ ਨੂੰ ਮੁੱਖ ਰੱਖ ਕੇ ਰਿਆਸਤ ਵਿੱਚ ਸਰਕਾਰ ਅੰਗਰੇਜ਼ੀ ਵਿਰੁੱਧ ਕੋਈ ਜਲਸਾ ਜਲੂਸ ਜਾਂ ਤਕਰੀਰ ਨਹੀਂ ਹੋਣੀ ਚਾਹੀਦੀ। ਜੈਤੋ ਦਾ ਇਹ ਜੋ ਸਾਕਾ ਵਾਪਰਿਆ ਸੀ ਉਹਦਾ ਦੁੱਖ ਸੀ ਜਾਂ ਨਹੀਂ ਉਹ ਇੱਕ ਵੱਖਰੀ ਗੱਲ ਹੈ, ਪਰ ਸਰਕਾਰ ਨਾਲ ਹਮਦਰਦੀ ਜੋ ਸੀ ਪੂਰਨ ਤੌਰ ਦੇ ਉੱਤੇ ਦੱਸੀ ਜਾ ਰਹੀ ਸੀ। ਧਾਰਮਿਕ ਸਮਾਜਿਕ ਸਮਾਗਮਾਂ ਦੇ ਉੱਤੇ ਉਹਨਾਂ ਦੇ ਮੁਤਾਬਕ ਕੋਈ ਪਾਬੰਦੀ ਨਹੀਂ, ਪਰ ਅੰਦਰ ਖਾਤੇ ਕੋਈ ਵੀ ਜੋ ਸੀ ਉਹ ਮਹਾਰਾਜਾ ਨਾਭਾ ਦੇ ਹੱਕ ਵਿੱਚ ਜਾਂ ਜੈਤੋ ਦੇ ਸਾਕੇ ਦੇ ਹੱਕ ਵਿੱਚ ਬੋਲ ਨਹੀਂ ਸੀ ਸਕਦਾ। ਸਾਕੇ ਦੇ ਲੋਕੀ ਭੜਕੇ ਹੋਏ ਸਨ, ਇਸ ਲਈ ਨਾਭਾ ਪਟਿਆਲਾ ਤੋਂ ਫਰੀਦਕੋਟ ਵਿੱਚ ਸਖਤੀ ਦਾ ਚੱਕਰ ਜੋ ਹੈ ਉਹ ਲਗਾਤਾਰ ਚੱਲਦਾ ਰਿਹਾ। ਜਦੋਂ ਅਸੀਂ ਇਤਿਹਾਸਕ ਹਵਾਲਿਆਂ ਨੂੰ ਪੜ੍ਹਦੇ ਹਾਂ ਤਾਂ ਫਿਰ ਥਾਂ ਦੇ ਉੱਤੇ ਜੋ ਸੀ ਉਹ ਇਸ ਦਾ ਵਿਰੋਧ ਜੋ ਸੀ ਹੋਣਾ ਸ਼ੁਰੂ ਹੋ ਗਿਆ। 28 ਫਰਵਰੀ 1924 ਨੂੰ ਆਲ ਇੰਡੀਆ ਕਾਂਗਰਸ ਦੀ ਵਰਕਿੰਗ ਕਮੇਟੀ ਦੇ ਸਮਾਗਮ ਮੌਲਾਨਾ ਮੁਹੰਮਦ ਅਲੀ ਦੀ ਪ੍ਰਧਾਨਗੀ ਹੇਠ ਦਿੱਲੀ ਵਿੱਚ ਹੋਇਆ, ਜਿਸ ਵਿੱਚ ਸਿੱਖ ਪੰਥ ਨਾਲ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ ਅਤੇ ਜੈਤੋ ਦੇ ਵਿੱਚ ਵਾਪਰੀ ਘਟਨਾ ਦੀ ਨਿੰਦਾ ਕੀਤੀ ਗਈ ਅਤੇ ਨਾਲ ਛੇਤੀ ਇੱਕ ਵਫਦ ਜੋ ਸੀ ਉਸ ਨੂੰ ਅੰਮ੍ਰਿਤਸਰ ਪੁੱਜ ਕੇ ਕਾਂਗਰਸ ਅਕਾਲੀ ਸਹਾਇਕ ਬਿਊਰੋ ਦਾ ਕੰਮ ਸੰਭਾਲ ਲੈਣ ਦੇ ਵਾਸਤੇ ਜੋ ਸੀ ਭੇਜਿਆ ਗਿਆ। ਕਾਂਗਰਸ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਹਮਦਰਦੀ ਦੀ ਤਾਰ ਭੇਜੀ ਗਈ। ਮਹਾਤਮਾ ਗਾਂਧੀ ਨੇ ਇਸ ਸਾਕੇ ਦੇ ਬਾਅਦ ਜੋ ਸੀ ਰੋਸ ਪ੍ਰਗਟ ਕੀਤਾ। ਖਿਲਾਫਤ ਕਮੇਟੀ ਦੇ ਪ੍ਰਧਾਨ ਮੌਲਾਨਾ ਸ਼ੌਕਤ ਅਲੀ ਨੇ ਇਸ ਘਟਨਾ ਬਾਰੇ ਸਿੱਖਾਂ ਨਾਲ ਹਮਦਰਦੀ ਪ੍ਰਗਟ ਕੀਤੀ। ਜਮੀਅਤੁਲ ਉਲਮਾ ਦੇ ਪ੍ਰਧਾਨ ਮੌਲਾਨਾ ਕਵਾਇਤੁੱਲਾ ਨੇ ਸ਼੍ਰੋਮਣੀ ਕਮੇਟੀ ਨੂੰ ਤਾਰ ਭੇਜੀ। ਅਕਾਲੀ ਜਥੇ ਪਰ ਜੇ ਗੋਲੀ ਚਲਾਈ ਗਈ ਹੈ ਇਹ ਕੇਵਲ ਸਿੱਖਾਂ ਪਰ ਨਹੀਂ ਬਲਕਿ ਸਾਰੇ ਹਿੰਦੁਸਤਾਨ ਦੀ ਇੱਜ਼ਤ ਲਈ ਇੱਕ ਖੂਨੀ ਸਬਕ ਹੈ, ਇਹ ਕਫਾਇਤੁੱਲਾ ਜੋ ਸਨ ਉਹਨਾਂ ਨੇ ਲਿਖਿਆ। ਲਿਬਰਲ ਐਸੋਸੀਏਸ਼ਨ ਦੇ ਪ੍ਰਧਾਨ ਸਰ ਤੇਜ ਬਹਾਦਰ ਸਪਰੂ ਨੇ ਜੈਤੋ ਦੇ ਸਾਕੇ ਬਾਰੇ ਸਿੱਖਾਂ ਨਾਲ ਹਮਦਰਦੀ ਪ੍ਰਗਟ ਹੋਏ ਸਰਕਾਰੀ ਅਤਿਆਚਾਰ ਦੀ ਨਿਖੇਧੀ ਕੀਤੀ ਤੇ ਨਿਰਪੱਖ ਜੋ ਸੀ ਉਹ ਪੜਤਾਲ ਜੋ ਸੀ ਉਹ ਉਸ ਦੀ ਮੰਗ ਰੱਖੀ। ਇਸੇ ਤਰੀਕੇ ਦੇ ਨਾਲ 2 ਮਾਰਚ ਨੂੰ ਕਲਕੱਤੇ ਵਿੱਚ ਇੱਕ ਭਾਰੀ ਜਲਸਾ ਹੋਇਆ, ਜਿਸ ਵਿੱਚ ਦੇਸ਼ ਬੰਧੂ CR ਦਾਸ, ਸ਼ਿਆਮ ਸੁੰਦਰੀ ਚੱਕਰਵਰਤੀ, ਸੰਤੋਸ਼ ਬਾਸੂ, ਹੇਮੰਤ ਕੁਮਾਰ ਤੇ ਮੌਲਵੀ ਨਸੀਰੁੱਦੀਨ ਨੇ ਜੈਤੋ ਸੰਬੰਧੀ ਤਕਰੀਰਾਂ ਕੀਤੀਆਂ। ਇਸ ਜਲਸੇ ਵਿੱਚ ਦੇਸ਼ ਬੰਧੂ ਦਾਸ ਨੇ ਮਤਾ ਪੇਸ਼ ਕੀਤਾ ਕਿ ਕਲਕੱਤੇ ਦੇ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦਾ ਇਹ ਸਾਂਝਾ ਜਲਸਾ ਗੁਰਦੁਆਰਾ ਗੰਗਸਰ ਜੈਤੋ ਵਿੱਚ ਅਖੰਡ ਪਾਠ ਕਰਨ ਜਾ ਰਹੇ ਸ਼ਾਂਤਮਈ ਸਿੰਘਾਂ ਪਰ ਹੁਕੂਮਤ ਵੱਲੋਂ ਗੋਲੀ ਚਲਾਉਣ ਦੀ ਸਖਤ ਜੋ ਹੈ ਉਹ ਨਿਖੇਧੀ ਕਰਦਾ ਹੈ ਅਤੇ ਸ਼ਾਂਤਮਈ ਰਹਿ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਅਕਾਲੀਆਂ ਨੂੰ ਵਧਾਈ ਦਿੰਦਾ ਹੈ, ਜਿਨ੍ਹਾਂ ਨੇ ਆਪਣੇ ਧਰਮ ਦੀ ਰੱਖਿਆ ਲਈ ਖਿੜੇ ਮੱਥੇ ਜੋ ਸਨ ਉਹ ਗੋਲੀਆਂ ਖਾਧੀਆਂ ਹਨ। ਇਸੇ ਤਰੀਕੇ ਦੇ ਨਾਲ ਮਦਰਾਸ ਵਿੱਚ ਡਿਸਟ੍ਰਿਕਟ ਕਾਂਗਰਸ ਕਮੇਟੀ ਵੱਲੋਂ ਸ਼੍ਰੀ ਨਿਵਾਸ ਅਹਿੰਗਰ ਦੀ ਪ੍ਰਧਾਨਗੀ ਹੇਠ ਹੋਈ ਜੈਤੋ ਦੇ ਸਾਕੇ ਸੰਬੰਧੀ ਇੱਕ ਜਲਸਾ ਕੀਤਾ ਗਿਆ। ਉਸ ਵਿੱਚ ਟੀ ਪ੍ਰਕਾਸ਼ਮ ਤੇ ਹੋਰ ਕਈ ਮੁਖੀਆਂ ਨੇ ਤਕਰੀਰਾਂ ਕੀਤੀਆਂ। ਮਤਾ ਪਾਸ ਕਰਕੇ ਸਿੱਖ ਪੰਥ ਨਾਲ ਹਮਦਰਦੀ ਜੋ ਸੀ ਉਹ ਪ੍ਰਗਟ ਕੀਤੀ ਗਈ। ਸਰਕਾਰ ਦੇ ਜ਼ੁਲਮ ਤੇ ਜ਼ਬਰ ਦੀ ਜੋ ਸੀ ਉਹ ਨਿਖੋਜਦੀ ਜੋ ਸੀ ਕੀਤੀ ਗਈ। ਇਸੇ ਤਰੀਕੇ ਦੇ ਨਾਲ
ਪੰਡਤ ਨਹਿਰੂ ਨੇ ਵੀ ਥਾਂ ਥਾਂ ਦੇ ਉੱਤੇ ਆਪਣੀਆਂ ਤਕਰੀਰਾਂ ਦੇ ਅੰਦਰ ਜੈਤੋ ਦੇ ਅੰਦਰ ਉਸ ਸਾਕੇ ਦੀ ਨਿਖੇਧੀ ਵੀ ਕੀਤੀ ਅਤੇ ਸਿੱਖਾਂ ਦੇ ਨਾਲ ਹਮਦਰਦੀ ਦਾ ਜੋ ਸੀ ਉਹ ਪ੍ਰਗਟਾਵਾ ਵੀ ਕੀਤਾ। ਉਸਨੇ ਇਹ ਗੱਲ ਵੀ ਕਹੀ ਕਿ ਇਤਨੀ ਵੱਡੀ ਗਿਣਤੀ ਦੇ ਵਿੱਚ ਜੇਕਦੇ ਅਕਾਲੀ ਚੱਲ ਰਹੇ ਸਨ ਅਤੇ ਫਿਰ ਗੋਲੀ ਚੱਲਣ ਤੋਂ ਬਾਅਦ ਉਹਨਾਂ ਦਾ ਸ਼ਾਂਤਮਈ ਰਹਿ ਕੇ ਸ਼ਹੀਦੀਆਂ ਪ੍ਰਾਪਤ ਕਰਨਾ, ਜ਼ਖਮੀ ਹੋ ਜਾਣਾ, ਹੱਥ ਨਾ ਚੁੱਕਣਾ ਸਰਕਾਰ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਸੀ। ਕੌਮੀ ਸੰਸਥਾਵਾਂ ਦੇ ਲੀਡਰ ਹਮਦਰਦੀ ਦੇ ਨਾਲ ਦੇਸ਼ ਦੇ ਜੋ ਵੱਡੇ ਅਖਬਾਰ ਸਨ ਉਹਨਾਂ ਨੇ ਵੀ ਜੈਤੋ ਸਾਕੇ ਬਾਰੇ ਖਾਲਸੇ ਦੀ ਬੜੀ ਮਦਦ ਕੀਤੀ। ਅਖਬਾਰਾਂ ਨੇ ਕਾਂਗਰਸ ਅਕਾਲੀ ਸਹਾਇਕ ਬਿਊਰੋ ਵੱਲੋਂ ਇਸ ਸਾਕੇ ਸੰਬੰਧੀ ਭੇਜੇ ਗਏ ਸਹੀ ਹਾਲਾਤ ਜੋ ਸਨ ਪ੍ਰਕਾਸ਼ਿਤ ਕੀਤੇ ਤੇ ਸਰਕਾਰੀ ਜੋ ਪ੍ਰੋਪਗੈਂਡਾ ਸੀ ਉਸ ਦੀ ਸਖਤ ਨਿਖੇਧੀ ਕੀਤੀ। ਕਲਕੱਤੇ ਦੇ ਅੰਮ੍ਰਿਤ ਬਾਜ਼ਾਰ ਪੱਤਰਕਾਰ, ਮਦਰਾਸ ਦੇ ਹਿੰਦੂ, ਇਲਾਹਾਬਾਦ ਦੇ ਲੀਡਰ, ਪੁਣੇ ਦੇ ਕੇਸਰੀ, ਬੰਬੇ ਕ੍ਰਾਨੀਕਲ ਅਤੇ ਪੰਜਾਬ ਦੇ ਅਖਬਾਰਾਂ ਮਿਲਾਪ, ਟ੍ਰਿਬਿਊਨ, ਬੰਦੇ ਮਾਤਰਮ, ਜ਼ਿਮੀਂਦਾਰ ਆਦਿਕਾਂ ਨੇ ਜੈਤੋ ਦੇ ਸਾਕੇ ਦੀ ਸੰਬੰਧੀ ਜ਼ਬਰਦਸਤ ਜੋ ਸਨ ਉਹ ਲੇਖ ਜੋ ਸਨ, ਨੋਟ ਜੋ ਸਨ ਉਹ ਪਾਏ। ਸਵਾਮੀ ਓਂਕਾਰਾਨੰਦ MA ਨੇ ਆਪਣੇ ਅਖਬਾਰ ਅਨਵਰਡ ਦੇ 23 ਫਰਵਰੀ ਦੇ ਪਰਚੇ ਵਿੱਚ ਜੈਤੋ ਦੀ ਸਹੀ ਹਾਲਾਤ ਜੋ ਸਨ ਉਹ ਪ੍ਰਕਾਸ਼ਿਤ ਕੀਤੇ। ਉਹਨਾਂ ਨੇ ਅੰਗਰੇਜ਼ੀ ਵਿੱਚ ਅਕਾਲੀ ਕੋਲ, ਅਕਾਲੀ ਸਟਰਗਲ ਨਾਮੀ ਪੈਂਫਲੇਟ ਪ੍ਰਕਾਸ਼ਿਤ ਕੀਤਾ ਤੇ ਜਲਿਆਂਵਾਲੇ ਬਾਗ ਦੀ ਇੱਕ ਜਲਸੇ ਵਿੱਚ ਤਕਰੀਰ ਕੀਤੀ, ਜਿਸ ਕਰਕੇ ਸਰਕਾਰ ਨੇ ਜ਼ੇਰੇ ਦਫਾ 124 ਅਨਵਰਡ ਦੇ ਐਡੀਟਰ ਸਵਾਮੀ ਓਂਕਾਰਾਨੰਦ ਤੇ ਪੰਡਤ ਦੁਰਗਾਦਾਸ ਪ੍ਰਿੰਟਰ ਦੇ ਵਿਰੁੱਧ ਮੁਕੱਦਮਾ ਚਲਾਇਆ। ਸ੍ਰੀ ਕ੍ਰਿਸ਼ਨ ਮੈਜਿਸਟ੍ਰੇਟ ਨੇ 12/5/24 ਨੂੰ ਦੋਵਾਂ ਨੂੰ 2-2 ਸਾਲ ਦੀ ਕੈਦ ਤੇ 500 ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ। ਅਕਾਲੀ ਲਹਿਰ ਨਾਲ ਹਮਦਰਦੀ ਦੇ ਲੇਖ ਲਿਖਣ ਦੇ ਜੁਰਮ ਵਿੱਚ ਔਨਵਰਡ ਦੇ ਦੂਜੇ ਐਡੀਟਰ ਸ੍ਰੀ ਚੰਦਰ ਸੈਨ ਵਿਸ਼ਿਸ਼ ਨੂੰ ਜ਼ੇਰੇ ਦਫਾ 124 ਗ੍ਰਿਫਤਾਰ ਕੀਤਾ ਗਿਆ ਤੇ ਸਜ਼ਾ ਦਿੱਤੀ ਗਈ। ਇਹ ਇੱਕ ਮਿਸਾਲ ਸੀ ਕਿ ਉਸ ਵੇਲੇ ਜੋ ਅਖਬਾਰਾਂ ਸਨ ਜੋ ਉਹ ਜ਼ਿਆਦਾ ਤੋਂ ਜ਼ਿਆਦਾ ਜੋ ਸਨ ਉਹ ਸਰਕਾਰ ਦੇ ਵਿਰੁੱਧ, ਇਸ ਸਾਕੇ ਦੇ ਵਿਰੁੱਧ ਲਿਖ ਕੇ ਸੰਗਤਾਂ ਦੇ ਵਿੱਚ, ਲੋਕਾਂ ਦੇ ਵਿੱਚ ਜੋ ਸਨ ਸਹੀ ਜਾਣਕਾਰੀ ਪੁਜਾ ਰਹੀਆਂ ਸਨ। ਜੈਤੋ ਦੇ ਸਾਕੇ ਪਰ ਅਖਬਾਰਾਂ ਨੇ ਸਿੱਖ ਪੰਥ ਦੀ ਜੋ ਮਦਦ ਕੀਤੀ ਉਸ ਦਾ ਇੱਕ ਨਮੂਨਾ ਜੀ ਸੀ ਉਹ ਮੌਲਾਨਾ ਜ਼ਫਰ ਅਲੀ ਖਾਨ ਦੀ ਇੱਕ ਨਜ਼ਮ ਹੈ ਜੋ ਉਹਨਾਂ ਨੇ ਆਪਣੀ ਅਖਬਾਰ ਜ਼ਿਮੀਂਦਾਰ ਦੇ ਵਿੱਚ ਲਿਖੀ। ਉਹਨਾਂ ਨੇ ਲਿਖਿਆ, कटे हैं जिस कदर सर गंगसर के गुरुद्वारे में है दर्ज उन सब की कुर्बानी जजा के गोशवारे में ना कायल कर सकी थी जिनको ननकाने में आंख उनकी उन्हें भी उसने तड़पा के छोड़ा इस एक इशारे में बचे जिनकी तुफंगों से ना नन्हे नन्हे बच्चे भी है क्या तहजीब मगरब की इरशाद उनके बारे में अभी देखा ही क्या है तुमने इस खुशी नजारे, इस खूनी नजारे का बहुत से खेल बाकी हैं मदारी के पटारे में जफा की गर्मी है बाजार मजलूमी की रौनक है रहा करती है जालिम की तजारत ही खजारे में। उन्होंने एक कविता लिख के अपनी अखबार के अंदर जो सी वो एक रोस जो सी प्रगट किया। जैतों के साके संबंधी कौमी लीडरां ते संस्थावां दी हमदर्दी सिख पंथ नाल होण करके सारे हिंदुस्तान की हमदर्दी जो सी सिखां नाल हो गई। अखबारां दे प्रचार ने सरकारी प्रापगंडे का कोई असर जो सी नहीं पैण दिता। एंग्लो इंडियन अखबारां जो सन जिन्हां दे सिविल मिलिटरी गजट लाहौर, स्टेटमैन कलकत्ता आदि ने सरकारी पॉलिसी की हिमायत की पर कौमी प्रेस ने उन्होंने कोई पेज जो सी वो ना जान दी। सरकारी तौर के उत्ते एक जो सी कमेटी बनाई गई जिसके सरप्रस्त सरदार बलवंत सिंह नलवा मैजिस्ट्रेट को नियत किया गया। उसने जो सी वो सरकार के हक दे विच रिपोर्ट पेश की कि जो साका वरतिया है वो जो ਉਹਦੇ ਵਿੱਚ आए हुए सन जथे दे विच शहीदी जथे दे उन्हां ते संगतां दी अणगहली, उन्हां दी लीडरां दी अणगहली कारण वापरिया। इस दे विरुद्ध बाकी सारा भारत वर्ष जो सी वो इस साके दे विरुद्ध जो सी खड़ा सी ते फिर उस तो बाद जो श्रोमणी गुरुद्वारा प्रबंधक कमेटी ने इस साके तो बाद जो फैसला लिया कि आने वाले समय दे विच हुण जो है दूजे जथे जो ने वो हर हालत दे विच भेजे जाणगे। जथे जो ने वो किसी हालत दे विच रोके नहीं जाणगे। ਜਦੋਂ ਅਸੀਂ ਇਤਿਹਾਸ ਵੱਲ ਝਾਤ ਮਾਰਦੇ ਹਾਂ ਤਾਂ ਫਿਰ 21 ਫਰਵਰੀ ਦੇ ਸਾਕੇ ਮਗਰੋਂ SGPC ਨੇ ਦੂਜਾ 500 ਜਥਾ ਭੇਜਣ ਦਾ ਪੂਰਨ ਤੌਰ ਦੇ ਉੱਤੇ ਐਲਾਨ ਕਰ ਦਿੱਤਾ। ਪੰਜ ਸਾਕੇ ਨੇ ਜੋਸ਼ ਕੁਰਬਾਨੀ ਦਾ ਜਜ਼ਬਾ ਭਰਿਆ। ਦੂਰ ਦੂਰ ਤੋਂ ਸਿੰਘ ਜੋ ਸਨ ਉਹ ਆ ਕੇ ਜਥੇ ਦੇ ਵਿੱਚ ਆਪਣਾ ਨਾਂ ਲਿਖਾਉਣ ਲੱਗੇ। ਗਿਣਤੀ ਜੋ ਸੀ ਉਹ ਇਤਨੀ ਵੱਧ ਗਈ ਕਿ ਜਥਿਆਂ ਦੇ ਵਿੱਚ ਜੋ ਸੀ ਨਾਂ ਦੀ ਉਹਨਾਂ ਦਾ ਜੋ ਸੀ ਨਾ ਸ਼ਾਮਲ ਜੋ ਸੀ ਕੀਤਾ ਜਾਣ ਲਗਾ। ਦੂਜਾ ਜਥਾ ਅਕਾਲ ਤਖਤ ਸਾਹਿਬ ਤੋਂ 28 ਫਰਵਰੀ 1924 ਨੂੰ ਰਵਾਨਾ ਹੋਇਆ। ਪਹਿਲੇ ਜਥੇ ਤੇ ਚਲੀ ਗੋਲੀ ਤਸ਼ੱਦਦ ਨੇ ਇਸ ਜਥੇ 'ਚ ਹੋਰ ਵੀ ਜੋਸ਼ ਕੁਰਬਾਨੀ ਦਾ ਜਜ਼ਬਾ ਜੋ ਸੀ ਭਰ ਦਿੱਤਾ। ਇਸ ਜਥੇ ਨੇ ਵੀ ਪਹਿਲੇ ਜਥੇ ਦੀ ਤਰ੍ਹਾਂ ਹੀ ਸ਼ਾਂਤਮਈ ਰਹਿ ਕੇ 101 ਪਾਠਾਂ ਨੂੰ ਸ਼ੁਰੂ ਕਰਾਉਣ ਦਾ ਜੋ ਸੀ ਉਹ ਪ੍ਰਣ ਲਿਆ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਜਦੋਂ ਆ ਕੇ ਸੰਬੋਧਨ ਕੀਤਾ ਤੇ ਜਥੇ ਨੂੰ ਰਵਾਨਗੀ ਕਰਨੀ ਸੀ ਉਸ ਵੇਲੇ
ਸਰਦਾਰ ਨਿਰਮਲ ਸਿੰਘ ਬੀਏ ਨੇ ਜਥੇ ਨੂੰ ਸੰਬੋਧਨ ਕਰਕੇ ਇੱਕ ਕਵਿਤਾ ਪੜ੍ਹੀ, ਜਿਸ ਤੇ ਕੁਝ ਬੰਦ ਇਸ ਤਰ੍ਹਾਂ ਸਨ। ਅਸੀਂ ਨਿਕਲ ਆਏ ਹਾਂ ਮੈਦਾਨੇ ਅੰਦਰ, ਅੰਗ ਸੰਗ ਹੋ ਕੇ ਕਰੀ ਸਹਾਇਤਾ ਤੂੰ, ਆਪਣੇ ਬੱਚਿਆਂ ਦੇ ਇਮਤਿਹਾਨ ਅੰਦਰ ਸਾਰੇ ਮਰ ਮਿਟਾਏ, ਭਾਵੇਂ ਰਹੇ ਕੋਈ ਨਾ ਨਾਮ ਲੈਣ ਜੋਗਾ ਇਸ ਜਹਾਨ ਅੰਦਰ, ਫਰਕ ਵਾਲ ਜਿਨ੍ਹਾਂ ਨਾ ਆਉਣ ਦੇਈਏ ਤੇਰੇ ਸਾਹਿਬਾ ਸਿੱਖੀ ਦੀ ਸ਼ਾਨ ਅੰਦਰ। ਇਸ ਜਥੇ ਨੂੰ ਤੋਰਨ ਦੇ ਵੇਲੇ ਜਦੋਂ ਸੀ ਇੱਕ ਉਦਾਸੀ ਮਹਾਤਮਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਤਕਰੀਬਨ 930 ਰੁਪਏ ਦਿੱਤੇ ਅਤੇ ਕਿਹਾ ਮੈਂ ਜੇਤੋਂ ਵੀ ਜਿਗਦੇ ਸ਼ਹੀਦ ਹੋ ਗਿਆ, ਇਹ ਰਕਮ ਗੁਰੂ ਦੇ ਖਜ਼ਾਨੇ ਵਿੱਚ ਪਾ ਦਿੱਤੀ ਜਾਵੇ। ਇਸੇ ਤਰੀਕੇ ਦੇ ਨਾਲ ਜਥੇ ਦੇ ਇੱਕ ਮੈਂਬਰ ਭਾਈ ਹਰਨਾਮ ਸਿੰਘ ਨੇ ਭਰਾਵਾਂ ਨੇ 500 ਰੁਪਏ ਭੇਟ ਕੀਤੇ ਤੇ ਕਿਹਾ ਕਿ ਜੇਕਰ ਸਾਡਾ ਭਰਾ ਜੈਤੋਂ ਵਿੱਚ ਸ਼ਹੀਦ ਹੋ ਜਾਵੇ ਤਾਂ ਅਸੀਂ ਉਸਦੀ ਜਾਇਦਾਦ ਸ਼੍ਰੋਮਣੀ ਕਮੇਟੀ ਨੂੰ ਦੇਣ ਲਈ ਤਿਆਰ ਹਾਂ। ਅਸੀਂ ਆਪ ਤੇ ਭਾਈ ਹਰਨਾਮ ਸਿੰਘ ਦੇ ਪੁੱਤਰ ਤੀਸਰੇ ਜਥੇ ਵਿੱਚ ਜ਼ਰੂਰ ਜੋ ਹੈ ਸ਼ਾਮਲ ਹੋਵਾਂਗੇ। ਇਤਨਾ ਜਜ਼ਬਾ ਸੀ। ਜਥੇਦਾਰ ਅਕਾਲ ਤਖਤ ਸਾਹਿਬ ਨੇ ਦੱਸਿਆ ਕਿ ਇਸ ਤਰ੍ਹਾਂ 4-5 ਸਿੰਘ ਆਪਣੀਆਂ ਪੂਰੀਆਂ ਜਾਇਦਾਦਾਂ ਜੋ ਨੇ ਉਹ ਪੰਥ ਦੇ ਨਾਂ ਲਾਉਣ ਵਾਸਤੇ ਤਿਆਰ ਨੇ ਤੇ ਜਥੇ ਦੇ ਵਿੱਚ ਜੋ ਨੇ ਉਹ ਜਾਣ ਵਾਸਤੇ ਤਿਆਰ ਨੇ। ਜਦੋਂ ਤੀਸਰਾ ਸ਼ਹੀਦੀ ਜਥਾ ਜੋ ਸੀ ਉਹ ਵੀ ਉੱਥੋਂ ਰਵਾਨਾ, ਦੂਜਾ ਤੋਂ ਪਹਿਲਾਂ ਮਹਾਤਮਾ ਗਾਂਧੀ ਦੀ ਜੋ ਸੀ ਉਹ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਦੇ ਉੱਤੇ ਅਤੇ ਉਸਨੇ ਲਿਖਿਆ ਕਿ ਪਹਿਲੇ ਜਥੇ ਤੇ ਚਲੀ ਗੋਲੀ ਦੇ ਕਾਰਨ ਜਥਾ ਜੋ ਹੈ ਨਾ ਭੇਜਣ ਦੀ ਉਸਨੇ ਸਲਾਹ ਦਿੱਤੀ। ਜਥਾ ਅਰਦਾਸ ਕਰ ਚੁੱਕਾ ਸੀ। ਭਾਵੇਂ ਇਹਨਾਂ ਦੋਵਾਂ ਦੀ ਸੋਚ ਉਸ ਵੇਲੇ ਸ਼ਾਂਤਮਈ ਸਤਿਆਗ੍ਰਹਿ ਦੀ ਸੀ, ਪਰ ਇੱਕ ਪਾਸੇ ਉਹਦੀ ਸੋਚ ਦੇ ਮੁਤਾਬਕ ਇਸ ਵੇਲੇ ਜਥੇ ਵਿੱਚ ਜਾਣਾ ਅਜਾਈ ਮਰਨਾ ਸੀ, ਪਰ ਦੂਜੇ ਪਾਸੇ ਗੁਰੂ ਕੇ ਉਹ ਖਾਲਸੇ ਸਨ ਜਿਹੜੇ ਗੁਰੂ ਦੇ ਰਾਹ ਦੇ ਉੱਤੇ ਤੁਰ ਕੇ ਸ਼ਹੀਦ ਹੋਣ ਨੂੰ ਤਰਜੀਹ ਦੇ ਕੇ ਸਦੀਵੀ ਤੌਰ ਦੇ ਉੱਤੇ ਜਿੰਦਾ ਹੋਣਾ ਚਾਹੁੰਦੇ ਸਨ। 40,000 ਦੇ ਇਕੱਠ ਵਿੱਚ ਕਈ ਮਾਤਾਵਾਂ, ਭੈਣਾਂ, ਬੀਬੀਆਂ ਨੇ ਆਪਣੇ ਜੋ ਸੀ ਭਰਾਵਾਂ, ਪੁੱਤਰਾਂ, ਪਤੀਆਂ ਦੇ ਗਲੇ ਵਿੱਚ ਹਾਰ ਪਾਏ। ਇੱਕ ਮਾਤਾ ਜੀ ਨੇ ਜਿਨ੍ਹਾਂ ਦਾ ਇੱਕ ਪੁੱਤਰ ਪਹਿਲੇ ਜਥੇ ਵਿੱਚ ਸ਼ਹੀਦ ਹੋ ਚੁੱਕਿਆ ਸੀ, ਆਪਣੇ ਦੂਜੇ ਪੁੱਤਰ ਨੂੰ ਹਾਰ ਪਾਉਂਦੇ ਹੋਏ ਗੱਲ ਕਹੀ ਕਿ ਮੈਂ ਭਾਗਾਂ ਵਾਲੀ ਹੋਵਾਂਗੀ ਜੇਕਰ ਮੇਰਾ ਇਹ ਦੂਜਾ ਪੁੱਤਰ ਵੀ ਸ਼ਹੀਦ ਹੋ ਜਾਏ। ਕਈ ਸਿੰਘਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖ ਦਿੱਤੀ ਕਿ ਸਾਡੀ ਸਾਰੀ ਜਾਇਦਾਦ ਜੋ ਹੈ ਪੰਥ ਦੇ ਨਾਮ ਕੀਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਦੇ ਨਾਂ ਇੱਕ ਅਪੀਲ ਕੀਤੀ ਕਿ ਜਥੇ ਦੀ ਕੇਵਲ ਸੇਵਾ ਕੀਤੀ ਜਾਵੇ ਤੇ ਜਥਾ ਜਿੱਥੋਂ ਵੀ ਲੰਘੇ ਉਸ ਤੋਂ ਬਾਅਦ ਕੋਈ ਵੀ ਸੰਗਤ ਜੋ ਹੈ ਜਥੇ ਦੇ ਨਾਲ ਸ਼ਾਮਲ ਨਾ ਹੋਵੇ, ਪਿੰਡ ਤੋਂ ਬਾਹਰ ਤੱਕ ਨਾ ਜਾਵੇ, ਤਾਂ ਕਿ ਅੱਗੇ ਫੇਰ ਜੇ ਕਿਤੇ ਕੋਈ ਇਹੋ ਜਿਹਾ ਕਾਰਾ ਵਾਪਰੇ ਤਾਂ ਨੁਕਸਾਨ ਜੋ ਹੈ ਘੱਟ ਤੋਂ ਘੱਟ ਹੋਵੇ। 13 ਮਾਰਚ ਨੂੰ ਜਥਾ ਜੈਤੋ ਨਾੜੇ ਪੁੱਜ ਗਿਆ। 14 ਮਾਰਚ ਨੂੰ ਸਵੇਰੇ ਗੁਰਦੁਆਰਾ ਸਾਹਿਬ ਵੱਲ ਜਾਣਾ ਸੀ। ਪੰਡਤ ਮਦਨ ਮੋਹਨ ਮਾਲਵੀਆ ਜੈਤੋ ਪੁੱਜੇ ਤੇ ਉਹਨਾਂ ਨੇ ਐਡਮਿਨਿਸਟ੍ਰੇਟਰ ਨਾਲ ਗੱਲਬਾਤ ਕੀਤੀ, ਪਰ ਐਡਮਿਨਿਸਟ੍ਰੇਸ਼ਨ ਨਾ ਮੰਨੀ। ਪੂਰੇ ਜਥੇ ਨੂੰ ਦੂਜੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਸੇ ਤਰੀਕੇ ਨਾਲ ਤੀਸਰਾ ਜਥਾ 22 ਮਾਰਚ ਨੂੰ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਇਆ। ਫਿਰ ਇਸੇ ਤਰੀਕੇ ਦੇ ਨਾਲ ਹਰ ਜਥੇ ਦੇ ਵੇਲੇ ਕੋਈ ਨਾ ਕੋਈ ਵੱਡੇ ਆਗੂ, ਵੱਖ-ਵੱਖ ਧਰਮਾਂ ਦੇ ਪ੍ਰਤੀਨਿਧ ਜੋ ਸਨ ਉਹ ਜ਼ਰੂਰ ਪਹੁੰਚਦੇ ਸਨ ਤੇ ਫਿਰ ਇਸੇ ਤਰੀਕੇ ਦੇ ਨਾਲ ਕਿਤੇ ਕੋਈ ਅਸੈਂਬਲੀ ਮੈਂਬਰ, ਕੋਈ MLC ਜ਼ਰੂਰ ਜੋ ਸੀ ਜਥੇ ਨੂੰ ਰਵਾਨਾ ਕਰਦੇ ਸਨ। ਚੌਥਾ ਜਥਾ ਜੋ ਸੀ ਉਹ 27 ਮਾਰਚ ਨੂੰ ਪੰਜਵਾਂ ਲਾਇਲਪੁਰ ਤੋਂ 22 ਅਪ੍ਰੈਲ ਨੂੰ ਸਾਰੇ ਜਥੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆਉਂਦੇ ਅਤੇ ਇੱਥੋਂ ਪ੍ਰਣ ਲੈ ਕੇ ਜੋ ਸਨ ਉਹ ਗੰਗਸਰ ਜੈਤੋ ਵੱਲ ਜੋ ਸਨ ਕੂਚ ਕਰ ਜਾਂਦੇ। 6ਵਾਂ ਜਥਾ ਫਿਰੋਜ਼ਪੁਰ ਦੇ ਸਿੰਘਾਂ ਦਾ ਸੀ। ਇਸੇ ਤਰੀਕੇ ਦੇ ਨਾਲ 7ਵਾਂ ਜਥਾ ਜੋ ਸੀ ਉਹ ਅੰਮ੍ਰਿਤਸਰ ਤੋਂ 1 ਜੂਨ ਨੂੰ, 8ਵਾਂ ਜਥਾ ਸ਼ੇਖੂਪੁਰੇ ਤੋਂ। ਇਹ ਸਾਰੀ ਜੋ ਵੇਰਵਾ ਹੈ ਵੱਖ-ਵੱਖ ਇਤਿਹਾਸਕ ਸਰੋਤਾਂ ਦੇ ਅੰਦਰ ਪੂਰਨ ਤੌਰ ਦੇ ਉੱਤੇ ਲੱਭਦਾ ਹੈ। ਦੇਸ਼ ਦੇ ਨਾਲ ਦੇਸ਼ ਦੇ ਹਰ ਕੋਨੇ ਦੇ ਵਿੱਚੋਂ ਕੇਵਲ ਪੰਜਾਬ ਤੋਂ ਨਹੀਂ ਜਥੇ ਆ ਰਹੇ ਸਨ। 2 ਜੂਨ ਨੂੰ ਬੰਗਾਲ ਤੋਂ 100 ਸਿੰਘਾਂ ਦਾ ਜਥਾ ਜੋ ਸੀ ਉਹ ਕਲਕੱਤੇ ਬੜੀ ਸਿੱਖ ਸੰਗਤ ਗੁਰਦੁਆਰਾ ਸਾਹਿਬ ਤੋਂ ਚਲਿਆ ਤੇ 13 ਜੁਲਾਈ ਨੂੰ ਅੰਮ੍ਰਿਤਸਰ ਪੁੱਜਿਆ। ਕੈਨੇਡਾ ਤੋਂ 11 ਸਿੰਘਾਂ ਦਾ ਜਥਾ 17 ਜੁਲਾਈ 1924 ਨੂੰ ਚਲਿਆ, ਜੋ 14 ਸਤੰਬਰ ਕਲਕੱਤੇ ਉਤਰਨ ਤੋਂ ਬਾਅਦ ਕਈ ਸ਼ਹਿਰਾਂ ਤੇ ਪਿੰਡਾਂ ਚੋਂ ਹੁੰਦਾ ਹੋਇਆ 28 ਸਤੰਬਰ ਨੂੰ ਅੰਮ੍ਰਿਤਸਰ ਪੁੱਜਾ। ਪੰਜਾਬ ਦੇ ਕਈ ਸ਼ਹਿਰਾਂ ਤੇ ਹੁੰਦਾ ਇਹ 21 ਫਰਵਰੀ 1925 ਨੂੰ ਜੈਤੋ ਗ੍ਰਿਫਤਾਰ ਹੋਇਆ। ਇਸੇ ਤਰ੍ਹਾਂ ਹਾਂਗਕਾਂਗ ਤੋਂ 24 ਫਰਵਰੀ 1925 ਨੂੰ ਤੇ ਸ਼ੰਘਾਈ ਤੋਂ 25 ਸਿੰਘਾਂ ਦਾ ਜਥਾ 15 ਜੁਲਾਈ 1925 ਨੂੰ ਅੰਮ੍ਰਿਤਸਰ ਪੁੱਜਿਆ। 500 ਵਾਲਾ 12ਵਾਂ ਜਥਾ ਜੋ ਸੀ 17 ਅਗਸਤ 1924 ਨੂੰ, 14ਵਾਂ 25 ਅਗਸਤ ਨੂੰ, 15ਵਾਂ ਜੋ ਸੀ ਉਹ 16ਵਾਂ 17ਵਾਂ ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਚੱਲ ਕੇ ਕਈ ਪਿੰਡਾਂ ਸ਼ਹਿਰਾਂ ਚੋਂ ਗੁਜ਼ਰਦੇ ਹੋਏ ਜੈਤੋ ਪੁੱਜੇ। 27 ਅਪ੍ਰੈਲ 1925 ਨੂੰ 101 ਸਿੰਘਾਂ ਦਾ ਸਪੈਸ਼ਲ ਜਥਾ ਜੋ ਸੀ ਉਹ ਅਕਾਲ ਤਖਤ ਸਾਹਿਬ ਤੋਂ ਲਾਇਲਪੁਰ ਜਾ ਕੇ ਉੱਥੋਂ ਪੜਾਓ ਜੈਤੋ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਇਤਲਾ ਮਿਲੀ ਕਿ ਸਰਕਾਰ ਨੇ ਅਖੰਡ ਪਾਠ ਸਾਹਿਬ ਕਰਨ ਦੀ ਪਾਬੰਦੀ ਜੋ ਹੈ ਉਹ ਹਟਾ ਲਈ ਹੈ। ਹਰ ਕਿਸਮ ਦੀ ਪਾਬੰਦੀ ਹਟਾ ਕੇ ਅਖੰਡ ਪਾਠ ਸਾਹਿਬ ਕਰਨ ਦੀ ਇਜਾਜ਼ਤ ਦੇ ਦਿੱਤੀ। ਇਸ ਜਥੇ ਨੇ ਉੱਥੇ ਪੁੱਜ ਕੇ ਪਹਿਲਾਂ ਜੋ ਸੀ ਉਹ 21 ਜੁਲਾਈ 1925 ਨੂੰ ਅਖੰਡ ਪਾਠ ਸਾਹਿਬ ਜੋ ਸੀ ਆਰੰਭ ਕੀਤਾ। ਗੁਰਦੁਆਰਾ ਸਾਹਿਬ ਤੋਂ ਫੌਜ ਵੀ ਇਸੇ ਦਿਨ ਜੋ ਸੀ ਹਟਾ ਦਿੱਤੀ ਗਈ। 27 ਜੁਲਾਈ ਨੂੰ ਅਕਾਲੀ ਕੈਦੀ ਜੋ ਸਨ ਉਹ ਰਿਹਾ ਹੋਣੇ ਸ਼ੁਰੂ ਹੋਏ। ਪਹਾੜ ਦੇ ਭੋਗ ਵਾਲੇ ਦਿਨ ਸੰਗਾਈ ਵਾਲਾ ਜਥਾ ਜੋ ਸੀ ਉਹ ਜੈਤੋ ਪੁੱਜ ਚੁੱਕਿਆ ਸੀ। 14 ਜੁਲਾਈ 1923 ਨੂੰ ਖੰਡਿਤ ਕੀਤੇ ਗਏ ਪਾਠ ਨੂੰ ਸ਼ੁਰੂ ਕਰਨ ਲਈ
ਹਰ ਤਰ੍ਹਾਂ ਦੀਆਂ ਪਾਬੰਦੀਆਂ ਤੋਂ ਮੁਕਤ ਕਰਕੇ ਸ਼ਹਾਦਤਾਂ ਦੇ ਕੇ ਤਸੀਹੇ ਚਲ ਕੇ ਕਈ ਅੰਗਹੀਨ ਉਮਰ ਭਰ ਲਈ ਨਕਾਰੇ ਜ਼ਮੀਨਾਂ ਜਾਇਦਾਦਾਂ ਕੁਰਕ ਕਰਵਾ ਕੇ ਕਾਰੋਬਾਰ ਛੱਡ ਕੇ ਦੇਸ਼ ਨਿਕਾਲੇ ਸਹਾਰ ਕੇ ਸਰਕਾਰੀ ਮੁਲਾਜ਼ਮਤਾਂ ਤੋਂ ਉਹਨਾਂ ਨੂੰ ਵੱਖ ਕਰ ਦਿੱਤਾ ਗਿਆ। ਖਾਲਸੇ ਨੇ ਲਗਾਤਾਰ 1 ਸਾਲ 10 ਮਹੀਨੇ ਘਾਲਣਾ ਘਾਲੀ ਅਤੇ ਇਸ ਮੋਰਚੇ ਨੂੰ ਫਤਿਹ ਕੀਤਾ। 6ਵੇਂ ਜਥੇ ਦੇ ਨਾਲ 12 ਤੋਂ 16 ਸਾਲ ਦੇ ਨੌਜਵਾਨ ਬੱਚੇ ਸਨ ਜਿਹੜੇ ਬੜੀ ਚੜ੍ਹਦੀ ਕਲਾ ਵਿੱਚ ਸਨ। ਉਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ, ਰੇਤ ਦੇ ਉੱਤੇ ਜੱਥੇ ਨੂੰ ਖੜਾ ਕੀਤਾ ਗਿਆ। ਇਹਨਾਂ ਬੱਚਿਆਂ ਨੂੰ ਜਾ ਕੇ ਕੋਠੜੀ ਦੇ ਅੰਦਰ ਇੱਕ ਪਿੰਜਰੇ ਦੇ ਵਿੱਚ ਜੋ 12 ਫੁੱਟ ਦਾ ਪਿੰਜਰਾ ਜੋ ਹੈ ਦੱਸਿਆ ਜਾ ਰਿਹਾ ਹੈ, ਉਸ ਕਾਰ ਖਾਸ ਦੇ ਅੰਦਰ ਇਹਨਾਂ ਨੂੰ ਜਾ ਕੇ ਕੈਦ ਕੀਤਾ ਗਿਆ ਅਤੇ ਫਿਰ ਦੂਜੇ ਦਿਨ ਇਸ ਪਿੰਜਰੇ ਚੋਂ ਕੱਢ ਕੇ ਇਹਨਾਂ ਨੂੰ ਕੁੱਟਿਆ ਗਿਆ। ਇਹਨਾਂ ਨੂੰ ਰੋਟੀ ਤੱਕ ਨਹੀਂ ਦਿੱਤੀ ਗਈ ਅਤੇ ਫਿਰ ਜਦੋਂ ਰੋਟੀ ਦਿੱਤੀ ਗਈ ਤਾਂ ਉਸ ਰੋਟੀ ਦੇ ਨਾਲ ਜੋ ਪਥਰੀਲੀ ਦਾਲ, ਕੁੜਕੂਆਂ ਵਾਲੀ ਦਾਲ ਦਿੱਤੀ ਗਈ, ਜਿਹਨੂੰ ਇਹਨਾਂ ਚੋਂ ਕਿਸੇ ਨੇ ਨਹੀਂ ਖਾਧਾ। ਅੱਤ ਦਾ ਤਸ਼ੱਦਦ ਇਹਨਾਂ ਦੇ ਉੱਤੇ ਕੀਤਾ ਗਿਆ। ਫਿਰ ਜਦੋਂ ਇਹਨਾਂ ਨੂੰ ਛੱਡਿਆ ਗਿਆ, ਇਹ ਸਾਰੇ ਦੇ ਸਾਰੇ ਫਿਰ ਜੋ ਸਨ ਇੱਕ ਗੱਡੀ ਰਾਹੀਂ ਉਸ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪਹੁੰਚੇ, ਉੱਥੋਂ ਫਿਰ ਜੈਤੋ ਜਾਣ ਦੀ ਜੋ ਅਸੀਂ ਜਿੱਦ ਕੀਤੀ ਅਤੇ ਇੱਕ ਗੱਡੀ ਰਾਹੀਂ ਜੈਤੋ ਪਹੁੰਚੇ। ਜੈਤੋ ਸਟੇਸ਼ਨ ਤੇ ਪੁੱਜਦਿਆਂ ਇਹਨਾਂ ਨੂੰ ਫਿਰ ਫੜ ਕੇ ਗੱਡੀ 'ਚ ਪਾ ਦਿੱਤਾ ਗਿਆ, ਦੂਰ ਛੱਡਣ ਲਈ ਹੁਕਮ ਕੀਤਾ ਗਿਆ। ਰਸਤੇ 'ਚ ਫਿਰ ਇਹ ਨਿਕਲੇ, ਇੱਕ ਰਾਤ ਛੁਪ ਕੇ ਫਿਰ ਅਗਲੇ ਦਿਨ ਜੈਤੋ ਪਹੁੰਚੇ। ਫਿਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਅੱਤ ਦੇ ਇਹਨਾਂ ਦੇ ਉੱਤੇ ਤਸੀਹੇ ਦਿੱਤੇ ਗਏ, ਇਹਨਾਂ ਨੂੰ ਕੁੱਟਿਆ ਗਿਆ। ਉਸ ਵੇਲੇ ਇੱਕ ਗੱਲ ਆਮ ਤੌਰ ਦੇ ਉੱਤੇ ਪ੍ਰਚਲਿਤ ਸੀ ਕਿ ਭਾਈ ਜੈਤੋ ਵੱਲ ਨਾ ਜਾਇਓ, ਉੱਥੇ ਕਸਾਈ ਡਾਂਗਾਂ ਦੇ ਨਾਲ ਮਾਰਦੇ ਨੇ। ਪਰ ਉਸ ਵੇਲੇ ਪੰਥਕ ਜਜ਼ਬਾ ਰੱਖਣ ਵਾਲੇ ਇਹ ਗੱਲ ਕਹਿੰਦੇ ਸਨ ਕਿ ਮੈਂ ਹਰ ਹਾਲਤ ਦੇ ਵਿੱਚ ਜੋ ਹੈ ਜੈਤੋ ਜਾਣਾ ਹੈ। ਗ੍ਰਿਫਤਾਰੀਆਂ ਦੇ ਤਸੀਹੇ ਨੂੰ ਦੇਖਦੇ ਹੋਏ ਇੱਕ ਕਿਤਾਬਚਾ ਮਾਂ ਪੁੱਤ ਜੋ ਸੀ ਉਹ ਸਵਾਲ ਦੇ ਰੂਪ ਵਿੱਚ ਛਪਿਆ ਸੀ। ਮਾਂ ਪੁੱਤ ਨੂੰ ਕਹਿੰਦੀ ਸੀ, ਬੱਚਿਆ ਨਾਭੇ ਨੂੰ ਨਾ ਜਾਈ, ਲਾਲਵੇ ਉੱਥੇ ਮਾਰ ਡੰਗਾਂ ਦੀ ਪੈਂਦੀ, ਨਾਭੇ ਨੇ ਕਸਾਈ ਵਸਦੇ ਉੱਥੇ ਖੱਲ ਲਾਉਣਗੀ ਤੇਰੀ। ਤੇ ਬੱਚੇ ਦਾ ਜਵਾਬ ਸੀ, ਅਮੀਏ ਮੈਂ ਨਾਭੇ ਨੂੰ ਜ਼ਰੂਰ ਜਾਵਾਂਗਾ, ਭਾਵੇਂ ਸਿਰ ਲੱਥ ਜਾਏ ਮੇਰਾ। ਇਸੇ ਤਰੀਕੇ ਦੇ ਨਾਲ ਇੱਕ ਹੋਰ ਇਤਿਹਾਸ ਦੀ ਘਟਨਾ ਜੋ ਹੈ ਉਹ ਸਾਹਮਣੇ ਆਉਂਦੀ ਹੈ, ਜੋ ਤਸ਼ੱਦਦ ਉਸ ਵੇਲੇ ਸਿੱਖਾਂ ਦੇ ਨਾਲ ਹੋਇਆ, ਉਸ ਨੂੰ ਪ੍ਰਗਟ ਕਰਦੀ ਹੈ ਕਿ ਉਸ ਵੇਲੇ ਲੁਧਿਆਣੇ ਜ਼ਿਲ੍ਹੇ ਦੇ ਇੱਕ ਸਰਦਾਰ ਰਣ ਸਿੰਘ ਜੀ ਜੋ ਦੂਜੇ ਜਥੇ ਵਿੱਚ ਸ਼ਾਮਲ ਹੋਣ ਲਈ ਆਏ ਸਨ, ਪਰ ਉਹਨਾਂ ਦਾ ਨਾਂ ਸ਼ਾਮਲ ਨਾ ਹੋ ਸਕਿਆ ਪਰਿਵਾਰ ਸਮੇਤ, ਲੇਕਿਨ ਪਰਿਵਾਰ ਨੂੰ ਵਾਪਸ ਭੇਜ ਦਿੱਤਾ ਗਿਆ। ਚੌਥੇ ਜਥੇ ਵਿੱਚ ਉਹ ਸ਼ਾਮਲ ਹੋਏ ਨੇ। ਜਦੋਂ ਗ੍ਰਿਫਤਾਰ ਕੀਤੇ ਗਏ, ਅੱਤ ਦਾ ਤਸ਼ੱਦਦ ਸੀ ਉਹਨਾਂ ਦੇ ਉੱਤੇ, ਬੜੇ ਗੁਰਸਿੱਖ ਸਨ, ਬੜੇ ਜਜ਼ਬਾਤੀ ਸਨ ਅਤੇ ਉਹਨਾਂ ਨੂੰ ਆਖਰ ਇੱਕ ਦਿਨ ਕਾਲ ਕੋਠੜੀ ਵਿੱਚ ਬੰਨ੍ਹ ਕੇ ਉਹਨਾਂ ਨੂੰ ਕੇਸਾਂ ਦੇ ਰਾਹੀਂ ਕੁੰਡੇ ਦੇ ਨਾਲ ਬੱਧਾ ਗਿਆ। ਫਿਰ ਇੱਕ ਕੁਰਸੀ ਦੇ ਉੱਤੇ ਖੜੇ ਕਰਕੇ ਉਹਨਾਂ ਦੀਆਂ ਲੱਤਾਂ ਦੇ ਨਾਲ ਬਹੁਤ ਵੱਡੇ ਵਜਨੀ ਪੱਥਰ ਬੱਧੇ ਗਏ। ਇੱਕੋ ਝਟਕੇ ਦੇ ਨਾਲ ਕੁਰਸੀ ਨੂੰ ਕੱਢ ਲਿਆ ਗਿਆ ਅਤੇ ਉਹਨਾਂ ਦਾ ਜੋ ਖੋਪਰ ਸੀ ਉਹ ਉੱਥੇ ਉਤਰ ਗਿਆ, ਸਰੀਰ ਦੇ ਨਾਲੋਂ ਵੱਖ ਹੋ ਗਿਆ ਅਤੇ ਉਹਨਾਂ ਨੇ ਫਿਰ ਸ਼ਹਾਦਤ ਦਾ ਜਾਮ ਪੀਤਾ। ਇਤਨਾ ਜ਼ੁਲਮ ਤੇ ਤਸ਼ੱਦਦ ਜੋ ਸੀ ਉਸ ਧਰਤੀ ਦੇ ਉੱਤੇ, ਅੱਤ ਦਾ ਜ਼ੁਲਮ ਜੋ ਸੀ ਉਸ ਵੇਲੇ ਪੰਥ ਨੇ ਦੇਖਿਆ ਅਤੇ ਉਸ ਮੋਰਚੇ ਦੇ ਵਿੱਚ ਫਤਹ ਕੀਤੀ। ਹੁਣ ਇਸ ਮੋਰਚੇ ਦੇ ਵਿੱਚ ਫਤਿਹ ਦੇ ਪਿੱਛੇ ਜੋ ਕਾਰਨ ਸੀ ਉਸ ਨੂੰ ਜਦੋਂ ਦੇਖਿਆ ਗਿਆ ਕਿ ਉਹ ਕਿਹੜੀਆਂ ਸ਼ਕਤੀਆਂ ਸਨ, ਤਾਂ ਉਸ ਵੇਲੇ ਜੋ CF ਐਂਡਰਿਊ ਹੈ ਉਹਦੇ ਮੁਤਾਬਕ ਉਹ ਤਾਕਤ ਜਿਹੜੀ ਸੀ ਉਹ ਕਿਹੜੀ ਤਾਕਤ ਸੀ ਜਿਸ ਨੇ ਅੰਗਰੇਜ਼ ਸਰਕਾਰ, ਜਿਸ ਦਾ ਸੂਰਜ ਕਹਿੰਦੇ ਸਨ ਕਦੀ ਨਹੀਂ ਡੁੱਬਦਾ, ਉਸ ਨੂੰ ਝੁਕਣ ਲਈ ਮਜਬੂਰ ਕੀਤਾ। ਤਾਂ CF ਐਂਡਰਿਊ ਦਾ ਇੱਕ ਜੋ ਸੀ ਬਿਆਨ ਸੀ ਕਿ ਮੈਂ ਉਹਨਾਂ ਦੇ ਧਰਮ ਨੂੰ ਇਸ ਦਾ ਆਧਾਰ ਮੰਨਦਾ ਹਾਂ। ਉਹਨਾਂ ਵਿੱਚੋਂ ਹਰ ਆਦਮੀ ਦਾ ਇਹ ਨਿਸ਼ਚਾ ਸੀ ਕਿ ਉਹ ਆਪਣਾ ਆਪ ਵਾਹਿਗੁਰੂ ਪ੍ਰਤੀ ਅਰਪਣ ਕਰ ਰਿਹਾ ਹੈ। ਸਰੋਜਨੀ ਨਾਇਡੂ ਨੇ ਕਿਹਾ ਸੀ ਕਿ ਅਕਾਲੀਆਂ ਦੀ ਸਫਲਤਾ ਦਾ ਭੇਦ ਜੋ ਹੈ ਜਥੇਬੰਦੀ ਅਤੇ ਏਕਤਾ ਹੈ, ਜੋ ਅੱਜ ਸਾਡੇ ਕੋਲ ਨਹੀਂ। ਉਸ ਵੇਲੇ ਪੂਰਾ ਭਾਰਤ ਵਿਸ਼ਵ ਪੱਧਰ ਤੋਂ ਸਿੱਖ ਅਤੇ ਪੂਰੇ ਭਾਰਤ ਦੀਆਂ ਸਾਰੀਆਂ ਸੰਸਥਾਵਾਂ ਤੇ ਅਖਬਾਰਾਂ ਸਿੱਖਾਂ ਦੇ ਹੱਕ ਦੇ ਵਿੱਚ ਖੜੀਆਂ ਸਨ। ਉਸ ਵੇਲੇ ਦੀ ਕੌਮੀ ਲੀਡਰਸ਼ਿਪ ਦੀ ਸਿਆਣਪ ਸੀ ਅਤੇ ਸਿੱਖੀ ਜਜ਼ਬਾਤ ਤੇ ਸਿੱਖੀ ਦਾ ਜੋ ਦ੍ਰਿੜ ਇਰਾਦਾ ਉਹਨਾਂ ਗੁਰਸਿੱਖਾਂ ਦਾ ਸੀ। ਤੇ ਫਿਰ ਉਹਨਾਂ ਦਾ ਸੁਨੇਹਾ ਸੀ, ਉਹ ਨੇਜਿਆਂ ਤੇ ਟੰਗਦੇ, ਭਾਈ ਕੱਟ ਬੰਨਦੇ, ਕਈ ਭੱਠੀਆਂ 'ਚ ਝੁਕਦੇ, ਕਈ ਆਰਿਆਂ ਨੂੰ ਸੌਂਪਦੇ, ਮੇਰੀ ਜਵਾਨੀ ਸੜ ਕੇ ਮੇਰੀ ਜਵਾਨੀ ਕਰਕੇ ਗਾਵੇਗੀ ਇੱਕੋ ਰਾਗਣੀ ਕਿ ਧਰਮ ਪਿੱਛੇ ਮਰਨ ਵਿੱਚ ਦਸ਼ਮੇਸ਼ ਦੇ ਦੁਲਾਰਿਆਂ ਦੀ ਜਿੰਦ ਲਈ ਸਕੂਨ ਹੈ। ਕੋਈ ਜ਼ੁਲਮ ਕੋਈ ਸਿਤਮ ਸਾਨੂੰ ਚੁਕਾ ਸਕਦਾ ਨਹੀਂ, ਸਾਨੂੰ ਮਿਟਾ ਸਕਦਾ ਨਹੀਂ। ਅਜੇ ਤਾਂ ਸਾਡੀਆਂ ਰਗਾਂ ਵਿੱਚ ਗੁਰ ਕਲਗੀਧਰ ਦਾ ਖੂਨ ਹੈ, ਭਈ ਕਲਗੀਧਰ ਦਾ ਖੂਨ ਹੈ। ਮੇਰੇ ਤੇ ਇਤਬਾਰ ਨਹੀਂ, ਸ਼ਹੀਦ ਗੰਜ ਦੀ ਖੂਹ ਤੋਂ ਪੁੱਛ, ਤਲਵੰਡੀ ਵਾਲੀ ਜੂਹ ਤੋਂ ਪੁੱਛ, ਭੱਠੀਆਂ ਤੋਂ ਪੁੱਛ, ਜੰਡਾਂ ਤੋਂ ਪੁੱਛ, ਆਰੇ ਤੇ ਦੰਦਾਂ ਤੋਂ ਪੁੱਛ, ਚਮਕੌਰ ਦੀਆਂ ਗੜੀਆਂ ਤੋਂ ਪੁੱਛ, ਵੀਰਾਂ ਦੀਆਂ ਮੜੀਆਂ ਤੋਂ ਪੁੱਛ, ਸਰਹੰਦ ਦੀਆਂ ਕੰਧਾਂ ਤੋਂ ਪੁੱਛ, ਫਾਂਸੀ ਦੀਆਂ ਤੰਦਾਂ ਤੋਂ ਪੁੱਛ, ਰੰਬੀ ਦੀਆਂ ਧਾਰਾਂ ਤੋਂ ਪੁੱਛ, ਮन्नू ਦੀਆਂ ਤਲਵਾਰਾਂ ਤੋਂ ਪੁੱਛ, ਅੰਗਰੇਜ਼ ਦੀਆਂ ਤੋਪਾਂ ਤੋਂ ਪੁੱਛ, ਜੈਤੋ ਦੀਆਂ ਢੋਕਾਂ ਤੋਂ ਪੁੱਛ। ਇੱਕੋ ਗਵਾਹੀ ਮਿਲੇਗੀ, ਸਿੰਘਾਂ ਕਦੇ ਝੁਕਣਾ ਨਹੀਂ, ਸਿੰਘਾਂ ਕਦੇ ਮੁੱਕਣਾ ਨਹੀਂ। ਸਿੰਘਾਂ ਨੂੰ ਝੁਕਾਉਣ ਵਾਲਾ ਖਿਆਲ ਇੱਕ ਜਨੂਨ ਹੈ। ਕੋਈ ਜ਼ੁਲਮ ਕੋਈ ਸਿਤਮ ਸਾਨੂੰ ਚੁਕਾ ਸਕਦਾ ਨਹੀਂ, ਸਾਨੂੰ ਮਿਟਾ ਸਕਦਾ ਨਹੀਂ। ਅਜੇ ਤਾਂ ਸਾਡੀਆਂ ਰਗਾਂ ਵਿੱਚ ਗੁਰ ਕਲਗੀਧਰ ਦਾ ਖੂਨ ਹੈ, ਅਜੇ ਤਾਂ ਸਾਡੀਆਂ ਰਗਾਂ ਵਿੱਚ ਗੁਰ ਕਲਗੀਧਰ ਦਾ ਖੂਨ ਹੈ। ਗੁਰੂ ਪਿਆਰ ਵਾਲਿਓ, ਕਿਸੇ ਨੇ ਜਦੋਂ ਗੋਲੀ ਚਲੀ ਸੀ, ਇੱਕ ਸੁਨੇਹਾ ਦਿੱਤਾ ਸੀ
ਕਿ ਜੈਤੋ ਵਿੱਚ ਗੋਲੀ ਚਲੀ ਸਿਦਕੀਆਂ ਤੇ ਤਾੜ ਤਾੜ ਪੁੱਜੇ ਵਾਂਗ ਦਾਣਿਆਂ ਦੇ ਸ਼ਮਾ ਧਰਮ ਦੀ ਪਰ ਹੱਸ ਹੱਸ ਹੋਏ ਸਦਕੇ ਗਿਰੇ ਗੇ ਨਾ ਢੇਰ ਪਰਵਾਨਿਆਂ ਦੇ ਕਈ ਸਹਿਕ ਦੇ ਤੇਲ ਪਾ ਸਾੜ ਸੁੱਟੇ ਡਾਡੇ ਸਲਹਨ ਦਰਦ ਰਜਾਨਿਆਂ ਦੇ ਲੋਥਾਂ ਚੁੱਕ ਅਣਗਿਣਤ ਲੈ ਗਏ ਕਿਧਰੇ ਤੁਰਨੇ ਵਿੱਚ ਬਾਕੀ ਜੇਲ ਖਾਣਿਆਂ ਦੇ ਬੇਦੋਸ਼ੀਆਂ ਦੇ ਖੂਨ ਕਦ ਰਹੇ ਲੁਕੇ ਭਜਦਾ ਆਇਆ ਹੈ ਤੁਹਾਡਾ ਜਹਾਨ ਅੰਦਰ ਬੇਗੁਨਾਹ ਦਾ ਖੂਨ ਛੁਪਾਏ ਕਿਹੜਾ ਰੋਸ਼ਨ ਹੋ ਗਿਆ ਆਖਰ ਜਹਾਨ ਅੰਦਰ ਰੋਸ਼ਨ ਹੋ ਗਿਆ ਆਖਰ ਜਹਾਨ ਅੰਦਰ। ਗੁਰੂ ਪਿਆਰ ਵਾਲਿਓ, ਇਹ ਉਹ ਮਹਾਨ ਸਾਕਾ ਸੀ ਜਿਸ ਨੇ ਇੱਕ ਤਾਂ ਸਿੱਖਾਂ ਦਾ ਆਪਣੇ ਰਾਜ ਵਿਭਾਗ ਪ੍ਰਤੀ ਪਿਆਰ, ਕਿਸੇ ਗੁਰਸਿੱਖ ਗੁਰਮਤ ਮਰਯਾਦਾ ਵਿੱਚ ਪਰਨਾਏ ਹੋਏ ਕਿਸੇ ਉਸ ਮਹਾਰਾਜੇ ਪ੍ਰਤੀ ਪਿਆਰ, ਉਹਦੇ ਨਾਲ ਹੋਏ ਧੱਕੇ ਵਿਰੁੱਧ ਖੜਾ ਹੋਣਾ, ਗੁਰੂ ਘਰ ਦੀ ਮਰਯਾਦਾ, ਗੁਰਬਾਣੀ ਨਾਲ ਪਿਆਰ ਅਤੇ ਫਿਰ ਆਪਣੀਆਂ ਸ਼ਹੀਦੀਆਂ ਦੇ ਕੇ ਅੱਤ ਦੇ ਤਸੀਹੇ ਚੱਲ ਕੇ ਕਾਲ ਕੋਠੜੀਆਂ ਦੇ ਵਿੱਚ ਬੰਦ ਹੋ ਕੇ ਪੂਰੀ ਲੀਡਰਸ਼ਿਪ ਬੰਦ ਹੋ ਕੇ ਉਹਨਾਂ ਨੇ ਉਸ ਮੋਰਚੇ ਨੂੰ ਫਤਿਹ ਕੀਤਾ ਅਤੇ ਜ਼ਬਰ ਜ਼ਾਲਮ ਜੋ ਸਰਕਾਰ ਸੀ ਉਹਨੂੰ ਚੁੱਕਣ ਲਈ ਮਜਬੂਰ ਕੀਤਾ। ਕਾਸ਼ ਅੱਜ ਜੇਕਰ ਅਸੀਂ ਇੱਥੋਂ ਇਹ ਸਬਕ ਸਿੱਖ ਸਕਦੇ, ਅਜੋਕੇ ਸਮੇਂ ਦੇ ਆਗੂ ਇਹਨਾਂ ਸਾਕਿਆਂ ਤੋਂ ਕੋਈ ਸਬਕ ਲੈ ਸਕਦੇ, ਤਾਂ ਫਿਰ ਸੰਸਾਰ ਦੇ ਅੰਦਰ ਸਿੱਖ ਕੌਮ ਅੱਜ ਫਿਰ ਮੁੜ ਕੇ ਉਹ ਸਬਕ ਲੈ ਕੇ ਉਚਾਈਆਂ ਨੂੰ, ਬੁਲੰਦੀਆਂ ਨੂੰ ਛੂ ਸਕਦੀ ਹੈ। ਮੈਂ ਇੱਕ ਵਾਰ ਫਿਰ ਬੇਨਤੀ ਕਰਾਂਗਾ ਕਿ ਜਦੋਂ ਇਸ ਸਾਕੇ ਨੂੰ ਪੜ੍ਹਿਆ ਤਾਂ ਪਹਿਲਾਂ ਤਾਂ ਸਮਝ ਨਹੀਂ ਸੀ ਆ ਰਹੀ, ਭਈ ਛੋਟਾ ਜਿਹਾ ਪਰ ਇਤਿਹਾਸ ਦੀ ਕਿਤਾਬ ਸ਼ਾਇਦ ਸਰਦਾਰ ਪ੍ਰਤਾਪ ਸਿੰਘ ਜੀ ਨੇ ਲਿਖੀ ਹੈ, ਉਹਦੇ ਵਿੱਚ ਉਹਨਾਂ ਨੇ ਬਹੁਤ ਵਿਸਥਾਰ ਦੇ ਸਹਿਤ ਸਾਰੇ ਆਗੂਆਂ ਦੇ ਨਾਂ, ਸ਼ਹੀਦਾਂ ਦੇ ਨਾਂ, ਪੜਾਅ ਦਰ ਪੜਾਅ ਜਾਣਕਾਰੀ ਜੋ ਹੈ ਅਕਾਲੀ ਲਹਿਰ ਦੀ ਪੂਰੀ ਲਿਖੀ ਹੈ, ਜਿਹਦੇ ਵਿੱਚ ਜੈਤੋ ਦਾ ਮੋਰਚਾ ਵੀ ਹੈ। ਅਸੀਂ ਸਾਰੇ ਅਰਦਾਸ ਕਰੀਏ ਸਤਿਗੁਰੂ ਬਖਸ਼ਿਸ਼ ਕਰਨ, ਉਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਣ ਦਾ ਬਲ ਬਖਸ਼ਣ, ਉਹਨਾਂ ਦੀ ਘਾਲ ਕਮਾਈ ਅਜੋਕੇ ਪੰਥ ਆਗੂਆਂ ਨੂੰ ਉਸ ਵੇਲੇ ਦੇ ਆਗੂਆਂ ਤੋਂ ਸੇਧ ਮਿਲ ਜਾਏ ਅਤੇ ਜੋ ਜਜ਼ਬਾਤ, ਜੋ ਜਜ਼ਬਾ, ਜੋ ਸਿਦਕ, ਜੋ ਆਪਾ ਵਾਰਨ ਆਪਣਾ ਸਭ ਦੇ ਅੱਗੇ ਮੂਹਰੇ ਪੰਥ ਨੂੰ ਰੱਖਣਾ, ਜੋ ਉਸ ਵੇਲੇ ਦੇ ਉਹਨਾਂ ਸ਼ਹੀਦਾਂ ਨੇ ਸਾਨੂੰ ਸੇਧ ਦਿੱਤੀ ਹੈ, ਉਹ ਸਾਡੇ ਸਾਰਿਆਂ ਦੇ ਜੀਵਨ ਦਾ ਹਿੱਸਾ ਬਣ ਜਾਵੇ। ਪੰਥ ਮੁੜ ਚੜ੍ਹਦੀ ਕਲਾ ਲੀਹਾਂ ਦੇ ਉੱਤੇ ਤੁਰ ਪਵੇ। ਅਸੀਂ ਅਜੋਕੇ ਸਮੇਂ ਅੰਦਰ ਵੀ ਜੋ ਸ਼ਹਾਦਤਾਂ ਦੇਖੀਆਂ, ਜੋ ਤਸ਼ੱਦਦ ਦੇਖਿਆ, ਜੋ ਕੁਰਬਾਨੀਆਂ ਦੇਖੀਆਂ, ਜੋ ਉਹਨਾਂ ਬੱਚਿਆਂ ਤੋਂ ਮੈਂ ਜਿਨ੍ਹਾਂ ਦੀ ਮਿਸਾਲ ਦਿੱਤੀ, ਉਹਨਾਂ ਤੋਂ ਨਾਂ ਪੁੱਛਿਆ ਗਿਆ, ਉਹਨਾਂ ਨੇ ਨਾਂ ਤਕੜੀ ਦੱਸਿਆ। ਅਜੋਕੇ ਸੰਘਰਸ਼ ਦੀ ਵੀ ਮੈਂ ਇੱਕ ਮਿਸਾਲ ਜ਼ਰੂਰ ਸਾਂਝੀ ਕਰਾਂਗਾ ਕਿ ਕਿਸੇ ਖਾੜਕੂ ਧਿਰ ਦੇ ਨਾਲ ਦੋ ਬੱਚੇ 10 ਤੇ 12 ਸਾਲ ਦੇ ਕਿਤੇ ਸੰਬੰਧਤ ਸਨ, ਜਾ ਰਹੇ ਨੇ, ਰਸਤੇ ਦੇ ਵਿੱਚ ਪਕੜ ਲਏ ਗਏ। ਪੁਲਿਸ ਵਾਲਿਆਂ ਨੇ ਜਦੋਂ ਪਕੜਿਆ, ਪਹਿਚਾਣ ਕਰ ਲਈ, ਕੁਝ ਉਹਨਾਂ ਦੇ ਕੋਲੋਂ ਐਸਾ ਮਿਲਿਆ ਜਿਹਨੂੰ ਕਾਨੂੰਨ ਦੇ ਵਿਰੁੱਧ ਸਮਝਿਆ ਜਾ ਰਿਹਾ ਸੀ, ਉਹਨਾਂ ਦੇ ਕੋਲ ਹਾਰਮੋਨੀਅਮ ਸਨ। ਮੇਰੇ ਕਿਸੇ ਸਾਥੀ ਨੇ ਦੱਸਿਆ ਕਿ ਗ੍ਰਿਫਤਾਰ ਕਰ ਲਏ ਗਏ, SHO ਦੇ ਸਾਹਮਣੇ ਬਿਠਾ ਦਿੱਤੇ ਗਏ ਕਿ ਭਾਈ ਦੱਸੋ ਕੌਣ ਹੋ, ਕਿਹੜੀ ਜਥੇਬੰਦੀ ਵਾਸਤੇ ਕੰਮ ਕਰਦੇ ਹੋ। ਤੇ ਇੱਕਦਮ ਕਹਿੰਦੇ ਨੇ ਤਾਰਾਂ ਖੜਕ ਗਈਆਂ, ਕਿਉਂਕਿ ਉਸ ਵੇਲੇ ਉਸ ਸਾਡੇ ਸੰਘਰਸ਼ ਦੇ ਨਾਲ ਕਈ ਲੋਕੀ ਹਮਦਰਦ ਜੋ ਸਨ ਉਹ ਸਨ। ਉਹਨਾਂ ਨੇ ਕਿਹਾ ਵੀ ਕੋਈ ਦੋ ਨੌਜਵਾਨ ਬੱਚੇ ਛੋਟੇ ਪਕੜੇ ਗਏ ਜੇ, ਤੇ ਦੇਖਿਓ ਆਪਣਾ ਆਪ ਸੰਭਾਲ ਲਓ। ਜਦੋਂ ਸਾਹਮਣੇ ਬਿਠਾਏ ਗਏ SHO ਤੇ ਲੈ ਕੇ ਟੇਪ ਰਿਕਾਰਡਰ, ਕਾਗਜ਼ ਪੈਨ ਲੈ ਕੇ ਬਹਿ ਗਿਆ, ਕਹਿਣ ਲੱਗੇ ਜੀ ਅਸੀਂ ਭੁੱਖੇ ਹਾਂ, ਪਹਿਲਾਂ ਕੁਝ ਖਵਾ ਦਿਓ ਫਿਰ ਤੁਹਾਨੂੰ ਦੱਸਦੇ ਹਾਂ। ਕਹਿੰਦੇ ਨੇ ਦੁੱਧ ਤੇ ਜਲੇਬੀਆਂ ਉਹਨਾਂ ਦੇ ਵਾਸਤੇ ਮੰਗਵਾਈਆਂ ਗਈਆਂ, ਜਦੋਂ ਟੇਬਲ ਦੇ ਉੱਤੇ ਰੱਖੀਆਂ ਉਹਨਾਂ ਨੇ ਖਾਧਾ, ਤੇ ਖਾਣ ਤੋਂ ਬਾਅਦ ਜਦੋਂ ਉਹਨਾਂ ਨੇ ਦੁੱਧ ਜਲੇਬੀਆਂ ਮੰਗੀਆਂ ਆ ਗਈਆਂ ਤੇ ਕਹਿਣ ਲੱਗੇ ਅਸੀਂ ਖਾ ਕੇ ਦੱਸਾਂਗੇ, ਕੋਈ ਖਾਣ ਨੂੰ ਕੋਈ ਦਿਓ। ਤਾਂ ਇੱਕਦਮ ਸਣੇ ਅੱਗੇ ਪਿੱਛੇ ਚਲੇ ਗਏ, ਭਾਈ ਬੰਦੇ ਕਮਜ਼ੋਰ ਜੇ, ਸੰਭਾਲ ਲਓ ਆਪਣੇ ਆਪ ਨੂੰ। ਕਹਿੰਦੇ ਜਦੋਂ ਉਹਨਾਂ ਨੇ ਦੁੱਧ ਤੇ ਜਲੇਬੀਆਂ ਖਾਧੀਆਂ, ਖਾਣ ਤੋਂ ਬਾਅਦ SHO ਕਹਿਣ ਲੱਗਾ ਦੱਸੋ ਬੱਚਿਓ ਕੌਣ ਹੋ, ਕਿਹੜੀ ਜਥੇਬੰਦੀ ਉਸ ਤੇ ਕੰਮ ਕਰਦੇ ਹੋ, ਕਿੱਥੇ ਆਏ ਹੋ, ਕਿੱਥੇ ਜਾਣਾ ਸੀ। ਕਹਿਣ ਲੱਗੇ ਜੇਕਰ ਤੂੰ ਮਾਂ ਦਾ ਦੁੱਧ ਪੀਤਾ ਹੈ, ਸਾਡੇ ਮੂੰਹ ਇਹ ਕਵਾ ਦੇ ਕਿ ਅਸੀਂ ਤੇਰੇ ਕੋਲੋਂ ਦੁੱਧ ਤੇ ਜਲੇਬੀਆਂ ਖਾਧੀਆਂ ਨੇ, ਬਾਕੀ ਗੱਲਾਂ ਬਾਅਦ ਚ ਕਰਾਂਗੇ। ਦੋਵਾਂ ਨੂੰ ਕੋਹ ਕੇ ਸ਼ਹੀਦ ਕਰ ਦਿੱਤਾ। ਇਹੋ ਜਿਹੇ ਕਿਤਨੇ ਗੁੰਮਨਾਮ ਸ਼ਹੀਦ ਕੌਮ ਦੇ ਮੌਜੂਦਾ ਸੰਘਰਸ਼ ਦੇ ਵੀ ਨੇ, ਜਿਨ੍ਹਾਂ ਦੀ ਕੀਮਤ ਸਾਡਾ ਪੰਥ, ਸਾਡੀ ਕੌਮੀ ਲੀਡਰਸ਼ਿਪ ਪਾ ਨਹੀਂ ਸਕੀ। ਬੋਲਦੇ ਜ਼ਰੂਰ ਵੱਧ ਘੱਟ ਲਫ਼ਜ਼ ਨਿਕਲੇ ਹੋਣਗੇ, ਸੰਗਤ ਬਖਸ਼ਣ ਜੋਗਾ ਆਸਾ ਖਿਮਾ ਕਰੋਗੇ। ਹੋ ਸਕਦਾ ਮੈਂ ਸਾਕੇ ਦੇ ਉਹਨਾਂ ਮਹਾਨ ਸ਼ਹੀਦਾਂ ਨਾਲ, ਉਹਨਾਂ ਮਹਾਨ ਆਗੂਆਂ ਤੇ ਜੁਝਾਰੂਆਂ ਨਾਲ, ਕਾਲਾਂ ਕਰਨ ਵਾਲਿਆਂ ਦੇ ਨਾਲ ਪੂਰਨ ਤੌਰ ਦੇ ਉੱਤੇ ਇਨਸਾਫ ਨਾ ਕਰ ਸਕਿਆ ਹੋਵਾਂ। ਉਹੀ ਵੱਧ ਘੱਟ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।